ਉਹਦਾ ਦਾਵਾ ਕੀ ਸੀ। ਹੁਣ ਇੱਥੇ ਇੱਕ ਆਇਆ ਅਮਰੀਕਾ ਤੋਂ ਮੁੰਡਾ, ਤੇ ਉਹ ਕਈ ਰੋਜ਼ ਤੋਂ ਸਾਡੀ ਬਰਾੜ ਤੇ ਆ ਰਿਹਾ ਹੈ, ਤੁਹਾਨੂੰ ਵੀ ਉਹ ਜਾਣਦਾ ਹੈ, ਤੁਹਾਡੀ ਬਰਾੜ ਤੇ ਵੀ ਉਹ ਗਿਆ ਹੈ। ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਮਿਰਜ਼ਾ ਸਾਹਿਬ ਦਾ ਦਾਵਾ ਨਬੂਵਤ ਦਾ ਹੈ, ਤੁਸੀਂ ਪਤਾ ਦੱਸਦੇ ਹੋ ਨਬੂਵਤ ਦਾ ਦਾਵਾ ਹੈ। ਮੈਨੂੰ ਤਾਂ ਇਹ ਪਤਾ ਕਿ ਅਸੀਂ ਉਹਨੂੰ ਮਾਨ ਮਹਿੰਦੀ ਮੰਨਨੇ ਆ। ਮੈਂ ਕਿਹਾ ਇਹ ਤੇਰਾ ਕੇਸ ਕੋਈ ਨਫਰਾਦੀ ਤੌਰ ਤੇ ਕੋਈ ਦੁਨੀਆ ਤੇ ਵੱਖਰਾ ਛੂਤਾ ਕੇਸ ਨਹੀਂ ਹੈ। ਇਹ ਜਰਮਨੀ ਮੁੰਡੇ ਦਾ ਨਾਮ ਮੇਰੇ ਜ਼ਿਹਨ ਚ ਨਿਕਲ ਗਿਆ, ਮੇਰੀ ਮੋਬਾਈਲ ਦੇ ਨੰਬਰ ਉਹਦਾ ਸੇਵ ਲਿਸਟ ਚ ਮੈਂ ਚੈੱਕ ਕਰ ਲਾਂਗਾ, ਪਤਾ ਨਹੀਂ ਕੈਸਰ ਜਾਂ ਕੀ ਨਾਮ ਉਹਦਾ। ਉਹਨੇ ਵੀ ਇੱਥੇ ਸੋਸ਼ਲ ਮੀਡੀਆ ਤੇ ਆ ਕੇ ਜਿਸ ਵੇਲੇ ਸੁਣਿਆ ਤੇ ਉਹਨੇ ਜਾ ਕੇ ਆਪਣੀ ਦਾਦੀ ਨੂੰ ਆਖਿਆ ਬਈ ਦਾਦੀ ਮਿਰਜ਼ਾ ਸਾਹਿਬ ਨਬੀ ਸਨ। ਉਹਨੇ ਆਖਿਆ ਨਹੀਂ ਪੁੱਤਰਾ, ਮਿਰਜ਼ਾ ਸਾਹਿਬ ਮਾਂ ਮਹਿੰਦੀ ਸਨ। ਅੱਛਾ। ਉਹਨੇ ਕਿਹਾ ਨਹੀਂ ਬੇਬੇ, ਉੱਥੇ ਸੋਸ਼ਲ ਮੀਡੀਆ ਉੱਤੇ ਤੇ ਸਾਡੇ ਮੁਰੱਬੀ ਜਿਹੜੇ ਨੇ ਉਹ ਨਬੂਵਤ ਦੇ ਜਰਾ ਦੀਆਂ ਦਲੀਲਾਂ ਦਿੰਦੇ ਫਿਰਦੇ ਨੇ। ਉਹਨੇ ਹੈ ਨਹੀਂ ਚੱਲਿਆ, ਤੈਨੂੰ ਗਲਤੀ ਲੱਗੀ, ਅਸੀਂ ਤਾਂ ਉਹਨਾਂ ਨੂੰ ਮਾਂ ਮਹਿੰਦੀ ਮੰਨਨੇ ਆ। ਉਹਨੇ ਦਾਦੀ ਨੂੰ ਖਾਣ ਕੇ ਨਾ ਤੇ ਉਹ WhatsApp ਦੇ ਮੈਸੇਜ ਸੁਣਾਏ। ਉਦੋਂ WhatsApp ਹੀ ਸੀ, TikTok ਤੇ ਹੋਣੀ ਸ਼ੁਰੂ ਹੋਇਆ ਨਾ। ਉਹਨੇ ਆਖਿਆ ਦਾਦੀ ਸੁਣ ਲੈ ਮੁਰੱਬੀਆਂ ਦੀ ਗੱਲ, ਇਹ ਮੁਰੱਬੀ ਕੀ ਪਿਆਂਦਾ ਈ, ਸੁਣ ਗੱਲ। ਜਿਸ ਵੇਲੇ ਦਾਦੀ ਨੇ ਗੱਲ ਸੁਣੀ ਤੇ ਐਸਏ ਚੌਧਰੀ ਦੀ ਵਾਲਦਾ ਹਾਰ, ਉਹਨੇ ਆਖਿਆ ਬਈ ਫਿਰ ਮੁਰੱਬੀਆਂ ਦਾ ਦਿਮਾਗ ਖਰਾਬ ਹੋ ਗਿਆ ਤੇ ਜਾਂ ਫਿਰ ਤੇਰਾ ਦਿਮਾਗ ਖਰਾਬ ਹੋ ਗਿਆ। ਸਾਨੂੰ ਪੁੱਤਰਾ ਨਹੀਂ ਪਤਾ, ਅਸੀਂ ਤੇ ਤੇਰਾ ਦਾਦਾ ਵੀ ਤੇਰਾ ਪਿਓ ਵੀ, ਅਸੀਂ ਤੇ ਸਾਰੀ ਜ਼ਿੰਦਗੀ ਉਹਨਾਂ ਨੂੰ ਮਾਂ ਮਹਿੰਦੀ ਮੰਨਿਆ। ਅੱਛਾ। ਸੇਮ ਉਹ ਸਟੋਰੀ ਇਸ ਮੁੰਡੇ ਦੀ ਹੈ ਕਿ ਇਹ ਮੁੰਡਾ ਜਿਹੜਾ ਸਈਦ ਅਹਿਮਦ ਦਾ ਨਾਂ ਹੈ, 35-36 ਸਾਲ ਉਮਰ ਹੈ, ਭਰਾ ਉਹਦਾ ਮੁਰੱਬੀ ਹੈ। ਉਹ ਕਹਿੰਦਾ ਹੈ ਕਿ ਬਈ ਗੱਲ ਇਹ ਕਿ ਮੈਨੂੰ ਤੇ ਇੰਨਾ ਹੀ ਪਤਾ ਕਿ ਮਿਰਜ਼ਾ ਸਾਹਿਬ ਮਾਂ ਮਹਿੰਦੀ ਨੇ, ਤੁਸੀਂ ਆਂਦੇ ਹੋ ਨਬੂਵਤ ਦਾ ਦਾਵਾ ਹੈ। ਹੁਣ ਅਸੀਂ ਉਹ ਨਬੂਵਤ ਦਾ ਦਾਵਾ ਵਹਾਇਆ ਤੇ ਉਹ ਦੋ ਤਰ੍ਹਾਂ ਗੱਲਾਂ ਹੋਰ ਵੀ ਦੱਸੀਆਂ ਨੇ ਤੇ ਉਹ ਖਾਮੋਸ਼ ਹੈ। ਤੇ ਮੇਰੀ ਆਦਤ ਨਹੀਂ ਕਿਸੇ ਬੰਦੇ ਨੂੰ ਜ਼ਿਚ ਕਰਕੇ ਤੇ ਉਹਨੂੰ ਆਖਣ ਦੀ, ਨਹੀਂ ਨਹੀਂ ਤੂੰ ਜਵਾਬ ਦੇ, ਨਹੀਂ ਨਹੀਂ ਤੂੰ ਛੇਤੀ ਕਰ, ਲਾਨਤ ਪਾ, ਸ਼ਾਮੋਂ ਪਹਿਲਾਂ ਫੈਸਲਾ ਕਰ ਸਕਦਾ। ਮੈਂ ਨਾ ਚਲੋ ਠੀਕ ਹੈ, ਸੁਣਦਾ ਪਿਆ ਨਾ, ਤੇ ਸਾਡਾ ਕੰਮ ਇੰਨਾ ਹੀ ਹੈ ਕਿ ਉਹਨੂੰ ਉਹ ਚੀਜ਼ ਦਾ ਹਾ ਦੇਈਏ, ਆਪਣੀਆਂ ਅੱਖਾਂ ਨਾਲ ਉਹ ਤੱਕ ਲਵੇ, ਕੰਨਾਂ ਨਾਲ ਸੁਣ ਲਵੇ, ਉਹਦੇ ਬਾਅਦ ਫੈਸਲਾ ਤਾਂ ਉਹਨੇ ਕਰਨਾ। ਬਾਵਜੂਦ ਇਸ ਤੇ ਕਿ ਉਹ ਝੂਠ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਵੇ, ਉਹਦੇ ਬਾਵਜੂਦ ਅਗਰ ਤੇ ਕੁਫਰ ਤੇ ਰਹਿਣਾ ਚਾਹੁੰਦਾ ਤੇ ਰਵੇ। ਕੋ ਸਾਡੇ ਵਾਸਤੇ ਐਸਾ ਕੋਈ ਹੁਕਮ ਤੇ ਨਹੀਂ ਹੈ ਕਿ ਅਸੀਂ ਉਹਨੂੰ ਜ਼ਬਰਦਸਤੀ ਮਨਾਣਾ ਹੈ। ਬਿਲਕੁਲ। ਨਾਲੇ ਅਮਨ ਨਜ਼ੀਰ ਭਾਈ, ਜਿਹੜਾ ਬੰਦਾ ਇੰਜ ਦੀ ਤਬੀਅਤ ਦਾ ਹੋਏ ਨਾ, ਉਹਨੂੰ ਜ਼ਿਚ ਕਰੀਦਾ ਵੀ ਨਹੀਂ ਹੁੰਦਾ, ਕਿਉਂਕਿ ਉਹ ਵੇਖੋ ਨਾ ਠੰਡੀ ਜੀ ਤਬੀਅਤ ਦਾ ਬੰਦਾ, ਚੁੱਪ ਕਰਕੇ ਹਰ ਗੱਲ ਸੁਣਦਾ, ਕੋਈ ਬਕਵਾਸ ਵੀ ਨਹੀਂ ਕਰਦਾ, ਨਾ ਕੋਈ ਗੁਸਤਾਖੀ ਕਰਦਾ, ਨਾ ਕੋਈ ਇੰਜ ਦਾ ਉਹਦੇ ਚ ਮਸਲਾ। ਸਪੋਰਟ ਵੀ ਕੀਤੀ ਹੈ, ਜਿੰਦਰ ਬੈਠਾ ਰਿਹਾ, ਤੁਸੀਂ ਨਹੀਂ ਸੌਂਦੇ ਨਾ, ਕਿਸੇ ਆਪਣੇ ਮੁੰਡੇ ਨੂੰ ਗੱਲ ਵੀ ਨਹੀਂ ਬੰਦੇ ਨੂੰ ਜਿਹੜਾ ਨਾ ਆਰਾਮ ਨਾਲ ਹੀ ਦੱਸੀਦਾ ਹੁੰਦਾ, ਉਹਨੂੰ ਨਾ ਤਾਂ ਕੋਈ ਤਲਖ ਲਹਿਜਾ ਉਹਦੇ ਨਾਲ ਬੰਦਾ ਇਸਤੇਮਾਲ ਕਰੇ ਤੇ ਨਾ ਹੀ ਕੋਈ ਉਹਨੂੰ ਮਤਲਬ ਕਿ ਜਿਵੇਂ ਮਰਬੀਆਂ ਨਾਲ ਹਾਲ ਕਰੀਦਾ, ਇੰਜ ਦੇ ਬੰਦੇ ਨਾਲ ਕਰੀਦਾ ਵੀ ਨਹੀਂ ਹੁੰਦਾ। ਬਿਲਕੁਲ ਤੁਹਾਡੀ ਪੋਲਿਸੀ ਸਹੀ ਹੈ, ਗੱਲ ਤੇ ਠੀਕ ਹੈ, ਪਰ ਇਹ ਗੱਡੀ ਚੱਲੇਗੀ ਥੋੜੇ ਦਿਨ ਹੀ। ਅੱਗੇ ਕੋਈ ਅਹਿਮਦ ਜੱਟ ਸੀ ਤੇ ਉਹ ਵੀ ਇੰਜ ਹੀ ਸੀ, ਭਲਾਮਾਸ ਜਿਹਾ ਬਣ ਕੇ ਆਇਆ, ਤੇ ਜਿਸ ਵੇਲੇ ਉਹਦੀਆਂ ਅੱਖਾਂ ਦੇ ਅੱਗੇ ਧਰੇ ਨਾ ਮਾਮਲਾਤ, ਤੇ ਜਿਸ ਵੇਲੇ ਉਹਨੇ ਅੱਖਾਂ ਨਾਲ ਤੱਕ ਲਿਆ ਕਿ ਤੇ ਸਾਰਾ ਝੂਠੋ ਝੂਠ ਚੁਤਾ ਲਿਆ। ਤੇ ਮੈਨੂੰ ਉਮੀਦ ਸੀ ਵੀ ਇਹ ਹੁਣ ਇਸਲਾਮ ਕਬੂਲ ਕਰੇਗਾ ਤੇ ਤੋਬਾ ਕਰੇਗਾ ਇਸ ਸ਼ਾਤਮੀਅਤ ਔਰ ਗੁਸਤਾਖੀ ਤੋਂ। ਸੈਯਦਨਾ ਇਮਾਮ ਹੁਸੈਨ ਦੀ ਗੁਸਤਾਖੀ ਵਹਾਈ ਵੀ ਇਹ ਕਹਿੰਦਾ ਮੇਰਾ ਮਰੀਦ ਹੀ ਉਹਦੇ ਅੱਲ ਹੈ, ਉਹਨਾਂ ਦੀ ਸ਼ਹਾਦਤ ਤੋਂ, ਉਹਦੀ ਸ਼ਹਾਦਤ ਅੱਲ ਹੈ। ਉਹ ਕਹਿੰਦਾ ਮੈਂ ਪੁੱਛ ਕੇ ਆਉਣਾ। ਪੁੱਛਣ ਗਿਆ, ਕੁਝ ਦਿਨ ਗਾਇਬ ਰਿਹਾ, ਆ ਕੇ ਬਹਾਨਾ ਜਿਹਾ ਬਣਾ ਕੇ ਨਾ ਚੰਦਾ ਸਿਸਟਰ ਕੋ ਗੱਲ ਕੀਤੀ ਤੇ ਉਹਦਾ ਬਹਾਨਾ ਜਿਹਾ ਬਣਾ ਕੇ ਰੁੱਸ ਰਿਹਾ। ਉਹਦੇ ਬਾਅਦ ਹੁਣ ਉਹ ਜਨਾਬ ਮਾਵਾਂ ਭੈਣਾਂ ਦੀਆਂ ਸਾਨੂੰ ਗਾਲਾਂ ਕੱਢਦਾ, ਉਹ ਜਿਹੜਾ ਉਸ ਦਿਨ ਸ਼ਰਾਬ ਪੀ ਕੇ ਆਇਆ ਸੀ ਸ਼ਾਮਾਂ ਵੇਲੇ। ਇਸ ਗੱਲੇ ਜਿਹੜਾ ਬੰਦਾ ਝੂਠ ਨੂੰ ਆਪਣੀਆਂ ਅੱਖਾਂ ਨਾਲ ਵੇਖ ਲੈਂਦਾ ਨਾ, ਉਹ ਉਸ ਮੌਕੇ ਤੇ ਜਾ ਕੇ, ਉਸ ਪੁਆਇੰਟ ਤੇ ਜਾ ਕੇ ਉਹਦੇ ਕੋਲ ਦੋ ਰਸਤੇ ਬਚਦੇ ਨੇ, ਜਾਂ ਤਾਂ ਸਿੱਧੀ ਰਾਹ ਤੇ ਆ ਜਾਂਦਾ ਹੈ ਤੇ ਜਾਂ ਫਿਰ ਉਹ ਵੱਡਾ ਬਦਮਾਸ਼ ਬਣ ਜਾਂਦਾ ਹੈ, ਗਾਲੀਬਾਜ਼ ਬਣ ਜਾਂਦਾ ਹੈ। ਸਾਡੇ ਪੁਰਾਣੇ ਜ਼ਮਾਨੇ 'ਚ ਚੋਰ ਫੜੇ ਥਾਣੇਦਾਰ ਨੇ, ਕਾਜ਼ੀ ਥਾਣੇਦਾਰ ਸੀ ਤੇ ਬੜਾ ਡਾਢਾ ਸੀ, ਤੇ ਉਹਨੇ ਨਾ ਫੜ ਕੇ ਫੈਂਟੀ ਲਾਈ ਉਹਨਾਂ ਨੂੰ ਚੰਗੀ, ਤੇ ਉਹਨੇ ਉਹ ਜਿਹੜਾ ਸਹੂਲਤਕਾਰ ਸੀ ਉਹਨੇ ਆਖਿਆ ਗੱਲ ਸੁਣ, ਬੰਦੇ ਚੜਾਉਣ ਚੜਾਉਣ ਆਏ ਨਾ ਪੈਣ 'ਚ, ਉਹਨੇ ਕਿਹਾ ਛੱਡ ਦੋ, ਤੁਸੀਂ ਪਿੱਛਾ ਹਟ ਜਾਓ, ਅੱਜ ਤੋਂ ਬਾਅਦ ਜਾਂ ਤੇ ਵੱਡਾ ਬਦਮਾਸ਼ ਬਣ ਜਾਏਗਾ ਤੇ ਜਾਂ ਅੱਜ ਤੋਂ ਬਾਅਦ ਕਿਸੇ ਚੋਰ ਨੂੰ ਇਹ ਵਿਹੜੇ ਬਹਾਨ ਨਹੀਂ ਲੱਗਦੀ ਐਸੀ ਦੀ ਤੈਸੀ। ਅਸੀਂ ਇਹਦੇ ਤੇ ਇਤਬਾਰ ਕਰਦੇ ਰਹੇ ਹਾਂ, ਤੇ ਮੈਂ ਆਖਿਆ ਚੰਗੇ ਘਰ ਦਾ ਤੇ ਇਹ ਕੰਮ ਨਹੀਂ ਕਰਨ ਲੱਗਾ, ਤੇ ਮੈਨੂੰ ਇੱਕ ਵਾਰੀ ਇਹਦੇ ਨਾਲ ਨਿਬੜ। ਉਹਨੇ ਫਿਰ ਚੰਗੀ ਨਾਲ ਰੱਖ ਕੇ ਫੈਂਟੀ ਲਈ, ਤੇ ਉਹ ਸਾਰਿਆਂ ਤੋਂ ਵੱਡਾ ਬਦਮਾਸ਼ ਰਿਹਾ ਸਾਡੇ ਇਲਾਕੇ 'ਚ ਨਾ 30-40 ਸਾਲ। ਉਹਨੇ ਬੜੀ ਬਦਮਾਸ਼ੀ ਫਿਰ ਕੀਤੀ ਉਸ ਫੈਂਟੀ ਤੋਂ ਬਾਅਦ। ਇਹੋ ਜਿਹਾ ਜਿਹੜਾ ਟਰਨਿੰਗ ਪੁਆਇੰਟ ਹੁੰਦਾ ਨਾ, ਉਹ ਜਾਂ ਤੁਹਾਨੂੰ ਬਦਮਾਸ਼ ਬਣਾ ਦਿੰਦਾ ਹੈ ਤੇ ਜਾਂ ਤੁਹਾਨੂੰ ਸਿੱਧੀ ਰਾਹ ਤੇ ਲਾ ਦਿੰਦਾ। ਇਹ ਹੁਣ ਅੱਗੋਂ ਪਤਾ ਨਹੀਂ ਕੀ ਕਰਦਾ ਹੈ, ਲੇਕਿਨ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨੂੰ ਆਖੀਏ ਕਿ ਤੂੰ ਇਹਨਾਂ ਗਾਉਂ 'ਚੋਂ ਇਹ ਰਸਤਾ ਚੁਣ। ਫੈਸਲਾ ਉਹਨੇ ਆਪ ਕਰਨਾ, ਸਾਡਾ ਕੰਮ ਹੈ ਉਹਨੂੰ ਦੱਸੀਏ ਆਉਣਾ। ਤੇ ਉਹ ਵੀ ਰਾਤੀ ਉੱਥੇ ਸੁਣਦਾ ਸੀ ਪਿਆ। ਇੱਕ ਦੋ ਹੋਰ ਵਿੱਚ ਮੈਂ ਜਾਣਨਾ ਐਸੇ ਬੰਦਿਆਂ ਨੂੰ ਜਿਹੜੇ ਪਰਸਨਲ ਇਨ ਟੱਚ ਵਿੱਚ, ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਨਹੀਂ ਪਤਾ।
ਉਹ ਸਾਡੇ ਵਾਸਤੇ ਉਹ ਗੱਲ ਇਸ ਗੱਲੇ ਪ੍ਰੋਡਕਟਿਵ ਰਹੀ ਹੈ ਗੁਫ਼ਤਗੂ ਕਿ ਉਹਨਾਂ ਲੋਕਾਂ ਦੇ ਇਲਮ 'ਚ ਇਜ਼ਾਫਾ ਹੋਇਆ, ਉਹਨਾਂ ਨੂੰ ਪਤਾ ਲੱਗਾ ਹੈ ਕਿ ਭਈ ਇਹ ਸਰਕਾਰ ਦੀ ਤੇ ਕੋਈ ਗੱਲ ਪੂਰੀ ਹੋਈ ਨਹੀਂ ਹੈ। ਪਹਿਲਾਂ ਆਖਿਆ ਪੰਜਵਾਂ ਮੁੰਡੇ ਦੇ ਪੇਸ਼ ਕੀਤੀ ਤੇ ਉਹਨਾਂ ਆਖਿਆ ਇਹਦਾ ਕੀ ਜਵਾਬ ਦੇਈਏ। ਲੀਮ ਸਾਹਿਬ ਆਖਣ ਇਹਦਾ ਹੁਣ ਕੀ ਜਵਾਬ ਦੇਈਏ, ਖਲੋ ਜਾਓ ਜੀ ਫਲਾਣਿਆ ਤੂੰ ਜਵਾਬ। ਤੱਲਤ ਸਾਹਿਬ ਨੂੰ ਪੁੱਛਿਆ, ਤੱਲਤ ਸਾਹਿਬ ਨੇ ਆਖਿਆ कोई अहमदी आके जवाब देगा इन सवालों का। टोनी साहब अपना ताहिर साहब, क्या मिर्जा साहब ने कहा था कि मुझे खुदा ने 5वें बेटे की खुशखबरी दी है? मवाहिब रहमान किताब दे ना आखिरी सफे ते मुफ्ती साहब लिखी गल किरे लिखे है मिर्जा साहब ने। ते टोनी आके ओए जेड़ी साडी उम्मुल मोमिनीन नूं गालां कढे इन्हां दी उम्मुल मोमिनीन ते बदलाओ। ओहने आख्या सवाल दा जवाब मैं पूछना, तुहां गालां कढो इन्हां नूं। नहीं नहीं इन्हां नाल कोई लिहाज नहीं वरतिया जाएगा, इन्हां दी ऐसी दी तैसी। कोई बड़ा खुददा नचदा रहा है ना। ते 2-3 वारी तल्लत साहब नूं मजबूरन उहनूं थल्ले भी लाना पिया है भई यह बंदा गालां कढण वाला। मैं आख्या नशे च होश नहीं, इहनूं तबीयत इहदी ठीक नहीं सी, जुकाम रेशा कई बंदे नूं लग जांदा ते जेहड़े आदी हुंदे ने दवाई पीते बगैर इहनूं आराम नहीं आउंदा। ते इहने दवाई पीती है, इहनूं थल्ले ला दे। असीं बार-बार हुण किन्नियां गालां इहदियां असीं बर्दाश्त करांगे। ਉਹਨੇ ਤੇ ਕੋਈ ਜਵਾਬ ਨਾ ਦਿੱਤਾ, ਗਾਲਾਂ ਗੂਲਾਂ ਕੱਢਦਾ ਰਿਹਾ। ਫਿਰ ਇੱਕ ਹੋਰ ਆਇਆ ਨਾਸਰ ਨਾਂ ਸੀ, ਉਹਨੂੰ ਪੁੱਛਿਆ ਤੱਲਤ ਸਾਹਿਬ ਨੇ। ਤੱਲਤ ਸਾਹਿਬ ਆਖਣ ਵੀ ਕੋਈ ਅਹਿਮਦੀ ਭਾਈ ਜਵਾਬ ਦੇਵੇ ਕਿ ਮਿਰਜ਼ਾ ਸਾਹਿਬ ਨੇ ਜਿਹੜਾ 5ਵੇਂ ਮੁੰਡੇ ਦਾ ਆਖਿਆ ਸੀ ਇਹ ਕਿੱਥੇ ਹੋਇਆ ਹੈ? ਅਲੀ ਕਹਿੰਦਾ ਮੈਂ ਸੈਣੀ ਸਾਹਿਬ ਕੋ ਗਿਆ, ਮੈਂ ਤੇ ਸੈਣੀ ਸਾਹਿਬ ਨੂੰ ਪੁੱਛਿਆ ਤੇ ਸੈਣੀ ਸਾਹਿਬ ਨੇ ਆਖਿਆ 5ਵੇਂ ਮੁੰਡੇ ਦਾ ਨਾਮ ਬਸ਼ੀਰ ਅਹਿਮਦ ਐਮਏ ਸੀ। ਮੈਂ ਕਿਹਾ ਬਸ਼ੀਰ ਅਹਿਮਦ ਐਮਏ ਉਹ ਤੂੰ 10 ਵਰਿਆਂ ਦਾ ਸੀ ਜਦੋਂ ਮਿਰਜ਼ਾ ਸਾਹਿਬ ਇਹ ਗੱਲ ਲਿਖੀ ਸੀ, ਇਹ ਕੋਈ ਹੋਰ ਹੈ, ਇਹ ਉਹ 5ਵਾਂ ਨਹੀਂ ਜਿਹਾ। ਉਹਨਾਂ ਨੂੰ ਆਖੋ ਵੀ ਉਹ ਤੋਂ ਬਸ਼ੀਰ ਅਹਿਮਦ ਐਮਏ ਦੀ 10 ਸਾਲ ਉਮਰ ਸੀ ਜਦੋਂ ਮਿਰਜ਼ਾ ਸਾਹਿਬ ਮਵਾਹਿਬ ਰਹਿਮਾਨ ਕਿਤਾਬ ਲਿਖੀ ਸੀ ਨਾ, ਤੇ ਆਖਿਆ ਸੀ ਸਾਰੀਆਂ ਤਾਰੀਫਾਂ। ਭਾਈ ਦੁਬਾਰਾ ਸਵਾਲ ਕਰ ਲੈਂਦੇ, ਸੈਣੀ ਸਾਹਿਬ ਵੀ ਇੱਥੇ ਨੇ ਕਿਹੜਾ ਨੱਸ ਗਏ ਨੇ ਜੀ, ਸਮਝਾਓ ਤੇ ਤੁਸੀਂ ਜਾਂ ਮੁਫਤੀ ਸਾਹਿਬ ਉੱਥੇ ਬੈਠੇ ਹੁੰਦੇ ਨਾ। ਸਵਾਲ ਮੈਂ ਦੁਬਾਰਾ ਰੱਖਦਾ ਆਂਦਾ ਸੈਣੀ ਸਾਹਿਬ ਅੱਗੇ। ਨਹੀਂ ਇਹਨਾਂ ਦੀ ਸਭ ਕਰੈਕਸ਼ਨ ਕਰਨ ਵਾਲੀ ਹੈ, ਉਹਨਾਂ ਨੂੰ ਆਖਣਾ ਹੈ ਬਈ ਆਪਣਾ ਸੈਣੀ ਸਾਹਿਬ ਇਹ ਤੇ ਉਦੋਂ ਆਪ ਬੱਚਾ ਜਿਹੜਾ 10 ਸਾਲ ਦਾ ਖੇਡਦਾ ਸੀ, ਦੌੜਦਾ ਭੱਜਦਾ ਸੀ, ਤੇ ਮਿਰਜ਼ਾ ਸਾਹਿਬ ਖੁਸ਼ਖਬਰੀ ਸੁਣਾਉਂਦੇ ਸਨ 4 ਹੋ ਪਏ ਨੇ ਤੇ 5ਵੇਂ ਦੀ ਖੁਸ਼ਖਬਰੀ। ਹੋਰ ਕੋ ਢੂੰਡੋ ਮੁੰਡਾ। 1903 ਤੋਂ ਬਾਅਦ 2 ਕੁੜੀਆਂ ਹੋਈਆਂ ਨੇ, ਮੁੰਡਾ ਕੋ ਨਹੀਂ ਹੋਇਆ। ਅੱਗੋਂ ਸਿਸਟਮ ਹੀ ਬੰਦ ਹੋ ਗਿਆ ਤੇ ਫਿਰ ਮਿਰਜ਼ਾ ਸਾਹਿਬ ਹਾਰ ਕੇ ਆਖਿਆ ਪੋਤੇ ਦੀ ਸ਼ਕਲ 'ਚ ਪੂਰੀ ਹੋ ਗਈ। ਔਰ ਰਾਤੀ ਫਿਰ ਲੱਗੇ ਪੰਚਰ ਲਾਣ, ਪੋਤੇ ਦੀ ਸ਼ਕਲ 'ਚ ਪੂਰੀ ਹੋ ਗਈ, ਪੋਤੇ ਦੀ ਸ਼ਕਲ 'ਚ ਪੂਰੀ ਹੋ ਗਈ ਹੈ। ਅਸੀਂ ਆਖਿਆ ਚਲੋ ਠੀਕ ਹੈ, ਜੋ ਵੀ ਹੋਇਆ ਜਿੰਜ ਵੀ ਮਿਰਜ਼ਾ ਸਾਹਿਬ ਨੇ ਖਿੱਚ ਧਰੂ ਕੇ ਪੂਰੀ ਕੀਤੀ ਹੈ, ਇਹ ਸੁਣਨ ਵਾਲੇ ਬੰਦੇ ਫੈਸਲਾ ਕਰ ਲੈਣ। ਕੋਈ ਮਿਰਜ਼ਾ ਸਾਹਿਬ ਨੇ ਬਾਂਹ ਖਲੀ ਕਰਕੇ ਆਖਿਆ ਮੈਨੂੰ ਖੁਦਾ ਨੇ ਖੁਸ਼ਖਬਰੀ ਦਿੱਤੀ, ਜੇ ਖੁਦਾ ਨੇ ਦਿੱਤੀ ਹੁੰਦੀ ਤੇ 2 ਕੁੜੀਆਂ ਹੋਈਆਂ ਨੇ ਤੇ ਉਹਨਾਂ 'ਚ ਮੁੰਡਾ ਨਹੀਂ ਸੀ ਰੱਬ ਘੱਲ ਸਕਦਾ। ਰੱਬ ਨੇ ਤੇ ਹਰ ਗੱਲ 'ਚ ਇਸ ਬੰਦੇ ਨੂੰ ਝੂਠਿਆ ਕਰ ਛੜਿਆ। ਤੁਸੀਂ ਮੰਨਣਾ ਨਹੀਂ ਮੰਨਣਾ ਤੁਹਾਡੀ ਅਕਲ, ਆਪਣੀ ਮੌਤ। ਜੋ ਫਿਰ ਜ਼ਿਆ ਭਾਈ ਨੇ ਕੀਤਾ ਸਵਾਲ, ਉਹ ਸ਼ੋਖੋ ਸ਼ੰਗ ਲੜਕੇ ਵਾਲਾ, ਪੀਰ ਮਨਜ਼ੂਰ ਦੇ ਮੁੰਡੇ ਵਾਲਾ, ਉਹਦਾ ਵੀ ਜਵਾਬ ਕੋਈ ਨਹੀਂ ਸੀ ਜੁੜਦਾ ਬਣਦਾ। ਫਿਰ ਰਾਜਪੂਤ ਭਾਈ ਨੂੰ ਦਿੱਤਾ ਸਵਾਲ, ਇੱਕ ਉਹਨਾਂ ਨੇ ਕੀਤਾ ਬੇਵਾ ਦੇ ਨਾਲ ਨਿਕਾਹ ਹੋਣ ਵਾਲਾ, ਉਹਦਾ ਵੀ ਕੋਈ ਜਵਾਬ ਨਹੀਂ ਆਇਆ। ਇਹ ਸਾਰੀ ਗੱਲ ਤਾਂ ਮੈਂ ਸੁਣਾਈ ਤਫਸੀਲ ਕਿ ਬਈ ਸੁਣਨ ਵਾਲੇ ਲੋਕਾਂ ਦੇ ਇਲਮ 'ਚ ਰਾਤ ਕਾਫੀ ਇਜ਼ਾਫਾ ਹੋਇਆ ਹੈ। ਚਲੋ 1.5 ਘੰਟਾ ਸੀ ਗਾਲਾਂ ਦੇ ਪਹਿਲਾਂ ਉਹਨਾਂ ਕੋਲ ਖਾਧੀਆਂ ਨੇ, ਲੇਕਿਨ ਜਿਹੜੀ ਅਸੀਂ ਰੈਜ਼ਿਸਟੈਂਸ ਸ਼ੋ ਕੀਤੀ ਹੈ ਉਹਦਾ ਫਾਇਦਾ ਇਹ ਹੋਇਆ ਕਿ ਲੋਕਾਂ ਨੇ ਸੁਣ ਲਈਆਂ ਨੇ ਗੱਲਾਂ ਇਹਨਾਂ ਦੀਆਂ। ਮਿਰਜ਼ਾ ਕਾਦੀਆਨੀ ਦੀਆਂ ਫੜਾਂ, ਮੈਨੂੰ ਰੱਬ ਨੇ ਮੁੰਡੇ ਦੀ ਖੁਸ਼ਖਬਰੀ ਦਿੱਤੀ, ਮੁੰਡਾ ਕੋ ਨਹੀਂ ਹੋਇਆ। ਬੇਵਾ ਨਾਲ ਨਿਕਾਹ ਹੋਣ ਦੀ ਖੁਸ਼ਖਬਰੀ ਦਿੱਤੀ, ਬੇਵਾ ਕੋ ਨਹੀਂ ਆਈ। ਇਹਦੇ ਘਰ ਮੁੰਡਾ ਹੋਵੇਗਾ ਸ਼ੋਖੋ ਸ਼ੰਗ, ਉਹ ਮੁੰਡਾ ਕੋ ਨਹੀਂ ਹੋਇਆ। ਆਈਏ ਅਸੀਂ ਹੋਰ ਕਰਨੀਆਂ ਸਨ, ਪਰ ਉਹਨਾਂ ਆਖਿਆ ਨਹੀਂ ਇਹ ਸਿਲਸਿਲਾ ਅਸੀਂ ਜਾਰੀ ਰੱਖਣਾ ਚਾਹੁੰਦੇ, ਅੱਜ ਇੰਨਾ ਹੀ ਰੱਖੋ, ਭਲਕੇ ਫਿਰ ਨਵੇਂ ਸਿਰੇ ਤੋਂ ਆ ਕੇ ਕਰ ਦਿਓ। ਸਿੱਖ ਚਲੋ ਠੀਕ ਹੋ ਗਿਆ। ਮੈਂ ਫਿਰ ਟੁਰ ਗਿਆ ਵਾਂ, ਲੇਕਿਨ ਆਏ ਸਨ ਸੀ ਜ਼ਫਰੁੱਲਾ ਸ਼ਾਹ ਸਾਹਿਬ, ਉਹਨਾਂ ਨਾਲ ਬਾਅਦ ਚ ਗੁਫ਼ਤਗੂ ਦਾ ਪਤਾ ਨਹੀਂ ਕੀ ਰਿਜ਼ਲਟ ਨਿਕਲਿਆ। ਜ਼ਿਆ ਭਾਈ ਵੀ ਟੁਰ ਗਏ ਨੇ। ਬਾਅਦ ਚ ਕੀ ਹੋਇਆ ਜਿਸ ਵੇਲੇ ਮੈਂ ਚਲਾ ਗਿਆ ਬਈ ਅਲੀ ਸ਼ਾਹ ਹੋਰਾਂ ਨੂੰ ਉਹ ਚਲੇ ਗਏ ਸਨ ਉਧਰ ਸੈਣੀ ਸਾਹਿਬ ਦੀ ਬਰਾੜ ਦੇ ਉੱਥੇ ਗੱਲ ਵੀ ਹੁੰਦੀ ਸੀ ਉਮਰੇ ਦੇ ਬਾਰੇ ਦੇ ਵਿੱਚ। ਜਦੋਂ ਆਪ ਸਰਕਾਰ ਨੇ ਆਖਿਆ ਨਹੀਂ ਸੀ ਕਿ ਉਹਨੇ ਉਮਰਾ ਕਰਨ ਜਾਣਾ, ਉਸ ਮੌਜੂ ਦੀ ਗੱਲ ਵੀ ਹੁੰਦੀ ਸੀ ਉੱਥੇ ਸੈਣੀ ਸਾਹਿਬ ਦੀ ਬਰਾੜ। ਨਹੀਂ ਮੈਂ ਹੁਣ ਜ਼ਫਰੁੱਲਾ ਸ਼ਾਹ ਸਾਹਿਬ ਮਿਲਦੇ ਨੇ ਤੇ ਉਹਨਾਂ ਨੂੰ ਕੱਲ ਦਾ ਮੈਂ ਢੂੰਢਣਾ ਵਾ ਕਿਤੇ ਮਕਬੂਲ ਜਗ੍ਹਾ ਤੇ ਮੁਲਾਕਾਤ ਹੀ ਨਹੀਂ ਹੋਈ, ਨਹੀਂ ਤੇ ਅੱਜ ਉਹਨਾਂ ਨੂੰ ਮੈਸੇਜ ਕਰਨੇ ਆ। ਇਹ ਥੱਲੇ ਬੈਠੇ ਸਨ, ਇਹਨਾਂ ਦੇ ਅੱਗੇ ਖੁਦ ਹੀ ਤਲਾਵਤ ਕੁਰਾਨ ਦੀ ਕਰਕੇ ਤੇ ਕੁਰਾਨ ਦਾ ਕੋਈ ਪੇਸ਼ ਕਰਨਾ ਮੁਨਾਸਬ ਨਹੀਂ ਹੈ, ਕਿਉਂਕਿ ਇਹਨਾਂ ਨੇ ਉਹਦੇ ਉੱਤੇ ਤਮਸਕਰੀ ਕਰਨਾ ਹੈ, ਪੁੱਠਾ ਹੀ ਜਵਾਬ ਦੇਣਾ ਹੈ, ਕੁਰਾਨ ਨੂੰ ਝੁਟਲਾਣਾ ਹੀ ਹੈ। ਇਹ 100% ਸ਼ੋਰ ਹੈ।
ਇਹਨਾਂ ਦੇ ਸਾਹਮਣੇ ਕੁਰਾਨ ਇਬਤਦਾਏ ਗੁਫ਼ਤਗੂ ਵਿੱਚ ਤੁਸੀਂ ਆਪ ਨਾ ਪੜਿਆ ਕਰੋ। ਜਦੋਂ ਉਹ ਪੜਨ ਕੋਈ ਪੜ੍ਹ ਕੇ ਤੇ ਕੋਈ ਇਤਰਾਜ਼ ਕਰਨ ਤੇ ਉਹਦਾ ਜਵਾਬ ਜ਼ਰੂਰ ਦਿਓ, ਲੇਕਿਨ ਇਹਨਾਂ ਨੂੰ ਆਪ ਨਾ ਆਫਰ ਕਰਿਆ ਕਰੋ ਕਿ ਕੁਰਾਨ ਦੀ ਇਸ ਆਇਤ ਵਿੱਚ ਵੇਖੋ ਇਹ ਲਿਖਿਆ ਤੇ ਇਹ ਸੱਚ ਹੈ ਲਿਖਿਆ। ਉਹ ਮੈਨੂੰ ਗੁੱਸਾ ਜਿਹਾ ਲੱਗਿਆ। ਮੈਂ ਕਿਹਾ ਵੀ ਇਹ ਪੜਨ ਲੱਗੇ ਨੇ ਆਇਤਾਂ ਤੇ ਉਹਨਾਂ ਨੇ ਕੁਰਾਨ ਦੀਆਂ ਆਇਤਾਂ ਦਾ ਮਜ਼ਾਕ ਉਡਾਉਣਾ ਹੈ। ਇਹਨਾਂ ਨੂੰ ਜ਼ਰੂਰਤ ਨਹੀਂ ਸੀ ਹੈ ਇਹਨਾਂ ਦੇ ਅੱਗੇ ਕੁਰਾਨ ਪੇਸ਼ ਕਰੋ। ਸਵਾਲ ਅਸਾਂ ਰੱਖੇ ਨੇ, ਉਸ ਸ਼ਾਹ ਹੋਰੀ ਕਹਿੰਦੇ ਸੀ ਬਈ ਤੁਸੀਂ ਜ਼ਰਾ ਸੋਚ ਕੇ ਜਵਾਬ ਦਿਓ ਕਿ ਕੋਈ ਨਬੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਉਹ ਕਿਸੇ ਦੀ ਧੀ ਦੇ ਬਾਰੇ ਇਸ ਤਰ੍ਹਾਂ ਦੇ ਖ਼ਾਬ ਛਾਇਆ ਕਰੇ ਤੇ ਖਬਰਾਂ ਛਾਇਆ ਕਰੇ ਵੀ ਇਹਦੇ ਨਾਲ ਮੇਰਾ ਨਿਕਾਹ ਹੋਵੇਗਾ, ਤੇ ਜੇ ਉਹ ਨਿਕਾਹ ਨਾ ਹੋਵੇ ਤੇ ਫਿਰ ਆਖੇ ਵੀ ਇਹਦਾ ਖਾਮਦ ਮਰ ਜਾਏਗਾ, ਇਹਦਾ ਬਾਪ ਮਰ ਜਾਏਗਾ, ਇਹ ਔਰਤ ਮੇਰੇ ਨਿਕਾਹ ਚ ਆਵੇਗੀ। ਉਹ ਆਪਣੇ ਖਾਮਦ ਨਾਲ ਆਪਣੇ ਘਰ ਵਸਤੀ ਰਸਤੀ ਪਈ ਏ, ਇਹ ਜਨਾਬ ਉਹਦੇ ਉੱਤੇ ਹੈ ਇਲਜ਼ਾਮਾਤ ਹੈ ਛਾਪਣ ਲੱਗੇ ਨੇ ਗੱਲਾਂ। ਮੈਂ ਕਿਹਾ ਸ਼ਾਹ ਜੀ ਗੱਲ ਤੇ ਤੁਸੀਂ ਜਿਹੜੀ ਕੀਤੀ ਹੈ ਠੀਕ ਹੈ, ਪਰ ਇਹਦੇ ਨਾਲੋਂ ਵੀ ਜ਼ਿਆਦਾ ਠੀਕ ਹੈ ਕਿ ਇਹਨਾਂ ਨੂੰ ਇਹ ਪੁੱਛੋ ਕਿ ਕਿਆ ਕੋਈ ਦੁਨੀਆ ਦੇ ਉੱਤੇ ਐਸਾ ਨਬੀ ਆ ਸਕਦਾ ਹੈ ਜਾਂ ਆਇਆ ਹੈ ਜਿਹਦੇ ਕੋਲੋਂ ਕੋਈ ਬੰਦਾ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਵਾਉਣ ਆਇਆ ਹੋਵੇ ਤੇ ਉਹ ਆਖੇ ਮੈਂ ਤੈਨੂੰ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਤਾਂ ਕਰਕੇ ਦਿਆਂਗਾ ਪਹਿਲਾਂ ਮੈਨੂੰ ਆਪਣੀ ਛੋਟੀ ਲੜਕੀ ਦਾ ਰਿਸ਼ਤਾ ਦੇ। ਇਸ ਤਰ੍ਹਾਂ ਦਾ ਕੋਈ ਨਬੀ ਹੋ ਸਕਦਾ ਬੰਦਾ? ਕਿ ਨਬੀਆਂ ਦੇ ਸ਼ਾਇਆਨੇ ਸ਼ਾਨ ਇਹ ਹੈ ਨਾ ਗੱਲਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਬਲੈਕਮੇਲ ਕਰਨਾ। ਮੈਂ ਗੱਲ ਕੀਤੀ ਤੇ ਉਹ ਸਿੱਧੂ ਰੌਲਾ ਪਾਤਾ ਆਂਦਾ ਕੋਲੋਂ ਗੱਲਾਂ ਘੜ ਕੇ ਹਾਸ਼ੀਏ। ਮੈਂ ਕਿਹਾ ਨਾ ਪੁੱਤਰਾ, ਤੁਸੀਂ ਨਹੀਂ ਪੜ੍ਹੀਆਂ ਕਿਤਾਬਾਂ, ਦਾ ਸਾਡਾ ਕੀ ਕਸੂਰ ਹੈ? ਆਇਨਾ ਕਮਾਲਤ ਇਸਲਾਮ ਚ ਮਿਰਜ਼ਾ ਸਾਹਿਬ ਆਪ ਇਹ ਗੱਲ ਲਿਖੀ ਹੈ। ਅਹਿਮਦ ਬੇਗ ਮੇਰੇ ਕੋਲ ਆਇਆ ਸੀ ਜ਼ਮੀਨ ਦੇ ਕਾਗਜ਼ਾਤ ਉੱਤੇ ਦਸਤਖਤ ਕਰਵਾਉਣ, ਤੇ ਮੈਂ ਉਹਨੂੰ ਆਖਿਆ ਸੀ ਕਿ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਤਾਂ ਕਰਾਂਗਾ ਜੇ ਤੂੰ ਮੈਨੂੰ ਆਪਣੀ ਛੋਟੀ ਲੜਕੀ ਦਾ ਰਿਸ਼ਤਾ ਦੇਂਗਾ, ਵਰਨਾ ਤਾਂ ਉੱਠ ਜਾ। ਇਹ ਜੇ ਤੁਹਾਡੇ ਨਬੀ ਦਾ ਕਿਰਦਾਰ। ਇਹਨਾਂ ਨੂੰ ਇਹ ਪੇਸ਼ ਕਰੋ, ਇਹਨਾਂ ਨੂੰ ਕੁਰਾਨ ਇਹਨਾਂ ਦੇ ਅੱਗੇ ਪੜ੍ਹਨਾ ਤੇ ਪੜ੍ਹ ਕੇ ਇਹਨਾਂ ਦੇ ਅੱਗੇ ਸਵਾਲ ਕਰਨਾ ਕੁਰਾਨ ਦੀ ਤੋਹੀਨ ਕਰਾਉਣ ਵਾਲੀ ਗੱਲ ਹੈ ਜੀ। ਗੱਲ ਕਰਨੀ ਮੁਫਤੀ ਸਾਹਿਬ ਤੁਸੀਂ, ਤਾਰਕ ਮਿਰਜ਼ਾ ਸਾਹਿਬ ਤੁਸੀਂ, ਅਲੀ ਭਾਈ ਕਿਸੇ ਨੇ ਗੱਲ ਕਰਨੀ ਤੇ ਮੈਂ ਮਾਈਕ ਫ੍ਰੀ ਕਰ ਰਿਹਾ, ਸ਼ਾਇਦ ਮੇਰੇ ਵਿੱਚ ਸਿਗਨਲ ਨਾ ਤੁਸੀਂ ਬਿਲਕੁਲ ਬਜਾ ਫਰਮਾਇਆ ਹੈ। ਮੈਂ ਖੁਦ ਗੱਲ ਕਰਨਾ ਚਾਹੁੰਦਾ ਸਾਂ ਲੇਕਿਨ ਫਿਰ ਮਸਹਲਤ ਦੇ ਤਹਿਤ ਮੈਂ ਫਿਰ ਖਾਮੋਸ਼ੀ ਇਖਤਿਆਰ ਕੀਤੀ। लेकिन बहरहाल आपने बिल्कुल दुरुस्त बजा फरमाया। जी तारक मिर्जा साहब गल करना चाहते हो तो करो गल। अस्सलाम वालेकुम। अस्सलाम वालेकुम सारिਆਂ ਨੂੰ ਤੇ ਬਸ ਮੈਂ ਤੁਹਾਨੂੰ ਸੁਣ ਰਿਹਾ ਜੀ, ਤੁਸੀਂ ਕਰੋ ਗੱਲ। वालेकुम सलाम। तारक जवेद साहब आए ने ना, उनके उत्ते लेना जरा। तारक जवेद साहब उत्ते तशरीफ लिया तो कल दी ढूंढने हैं, चलो आप ही आ गए हो। अस्सलाम वालेकुम तारक जवेद साहब। वालेकुम सलाम, क्या हाल है? अल्लाह का करम शुक्र है। अच्छा मैं थोड़ी देर गुफ्तगू सुनता रहा है। अच्छा ਇਹ ਸਾਰੇ ਭਨੁਜੇ ਵਾਲੀ ਬਰਾੜ ਦੇ ਉੱਤੇ ਤੁਹਾਨੂੰ ਮੈਂ ਕੱਲ ਨਹੀਂ ਪਰਸੋਂ ਦੇਖਿਆ ਨਾ ਗੱਲ ਕਰਦੇ ਆਂ ਤੇ मैं भी कभी कभी चलता रहना है। याते मसीह वफाते मसीह याते गार्लिंग को ਨਹੀਂ ਉਹਨਾਂ ਕੋਲ ਤੇ ਇਹਦੇ ਇਲਾਵਾ ਹੋਰ ਕੋਈ ਮੌਜੂ ਹੀ ਕੋਈ ਨਹੀਂ ਨਾ, ਉਹਨਾਂ ਨੇ ਤੇ ਇਹੀ ਕੰਮ ਕਰਨਾ ਹੈ ਨਾ। ਲੇਕਿਨ ਉਹ ਯਾਤੇ ਮਸੀਹ ਤੇ ਵਫਾਤੇ ਮਸੀਹ ਦਾ ਤਕਾਜ਼ਾ ਕਰਨਾ ਸ਼ੁਰੂ ਹੋ ਜਾਣ, ਇਹਨਾਂ ਦੇ ਅੱਗੇ ਕੁਰਾਨ ਪਾਕ ਬੰਦਾ ਖੋਲ ਕੇ ਬਹਿ ਜਾਏ ਨਾ ਤੇ ਇੰਝ ਹੀ ਜਿਸ ਤਰ੍ਹਾਂ ਬਾਂਦਰ ਦੇ ਅੱਗੇ ਮੂੰਗਫਲੀ ਧਰ ਕੇ ਤੇ ਆਖੀਏ ਵੀ ਲੈ ਵੀ ਹੁਣ ਇਹਨੂੰ ਖਿਲਾਰੋ, ਇਹਦੇ ਦੁਆਲੇ ਨੱਚੋ ਤੇ ਕੁੱਦੋ। ਕੁਰਾਨ ਦੀ ਤੋਹੀਨ ਕਰਾਉਣ ਵਾਲੀ ਗੱਲ ਇਹਨਾਂ ਦੇ ਸਾਹਮਣੇ। ਸਵਾਏ ਇਸਦੇ ਕਿ ਉਹ ਤੁਹਾਡੇ ਅੱਗੇ ਕੋਈ ਸਵਾਲ ਕੁਰਾਨ ਦੀ ਆਇਤ ਪਾ ਕੇ ਸਵਾਲ ਪਾਣ ਤੇ ਫਿਰ ਤੇ ਜਵਾਬ ਦੇਣਾ ਫਰਜ਼ ਹੋ ਜਾਂਦਾ ਹੈ ਨਾ ਕਿ ਅਗਰ ਕੋਈ ਬੰਦਾ। ਲੇਕਿਨ ਇਹਨਾਂ ਨਾਲ ਕੁਰਾਨ ਨਾਲ ਮੁਜਾਦਲਾ ਕਰਨਾ ਵੈਸੇ ਵੀ ਅਬੂ ਦਾਊਦ ਦੀ ਹਦੀਸ ਹੈ, ਕੁਰਾਨ ਨਾਲ ਮੁਜਾਦਲਾ ਕਰਨਾ ਕੁਫਰ ਹੈ। ਤੇ ਮਰਜ਼ਾਈਆਂ ਅੱਗੇ ਤੇ ਕੁਰਾਨ ਪੜ੍ਹਨਾ ਆਪੋ ਇਬਤਦਾ ਚ ਵੀ ਬੜੀ ਗਲਤੀ ਮਤੇ ਮਿਲੀ। ਤੇ ਤੁਸੀਂ ਦੱਸੋ ਗੱਲ ਕੀ ਹੋਣ ਲੱਗੀ ਸੀ ਪਰਸੋਂ ਉੱਥੇ ਸਾਲੇ ਬਣਾਈ ਦੀ ਬਰਾੜ ਦੇ ਉੱਤੇ?
ਐਸੇ ਮੌਜੂ ਤੇ ਕੋਈ ਗੱਲ पे करते सो ਤੁਸੀਂ ਮਸੀਹ अलैहिस्सलाम ਦੇ ਮੌਜੂ ਤੇ ਜਜਾਈ ਕਰਦਾ ਸੀਗਾ ਮੈਂ ਕਹਿ ਰਿਹਾ ਸੀ ਕਿ ਉਹ उन तमाम अहले किताब उनकी वफात से ਕਹਿੰਦੇ ਨੇ ਕਿ ਯਹੂਦੀ ਜਿਸ ਸਮਝਦਾ ਹੈ ਉਹ ਇਹ ਸੋਚਦਾ ਪਤਾ ਨਹੀਂ ਅਸੀਂ ਫਾਇਲ ਲਾਇਆ ਕਿ ਨਹੀਂ ਫਾਇਲ ਉਹਨੂੰ ਦਿਲ ਦੀ ਵਿੱਚ ਗੱਲ ਹੁੰਦੀ ਆ ਗਿਆ ਇਮਾਨ ਲਿਆਂਦੇ ਤੁਸੀਂ ਫਾਇਲ ਦੱਸ ਰਿਹਾ ਉਹਨਾਂ ਨੂੰ ਸਜ਼ਾ ਬਹੁਤ ਦੇ ਸੜੀ ਹੈ ਇਹ ਇਮਾਨ ਲੈ ਕੇ ਮਰਦਾ ਮੈਂ ਇਹਦਾ ਇਮਾਨ ਨਾਲ ਕੀ ਤਲਕ ਇਹ ਗੱਲ ਹੋ ਰਹੀ ਸੀ ਸਮਝ ਨਹੀਂ ਆਈ ਕੀ ਆਦਾ ਸੀ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਕਿ ਉਹ ਸੂਰਾ ਨਿਸਾ ਆਇਤ ਨੰਬਰ 108 ਉਹਦੇ ਵਿੱਚ ਲਿਖਿਆ है कि तमाम अहले किताब उनकी वफात से पहले ईमान ले आएंगे ये ईमान तो की मुराद तो मरदा तो सोचता है कि मैं ईसा अलैहिस्सलाम ਅਸੀਂ ਪਤਨੀ ਸਜ਼ਾ ਮੌਤ ਦਿੱਤੀ ਕਿ ਨਹੀਂ ਇਹ ਸ਼ੁਬੇ ਵਿੱਚ ਲਿਆਦਾ ਇਹ ਈਮਾਨ ਲਿਆਂਦਾ ਕਿ ਬਾਕੀ ਅਸੀਂ ਸਜ਼ਾ ਮੌਤ ਦੇ ਸਕਦੇ ਇਹ ਈਮਾਨ ਮੈਂ ਕਹਿੰਦਾ ਕਿ ਇਹ ਈਮਾਨ ਨਾਲ ਕੀ ਤਲਕ ਹੈ ਜਵਾਬ ਦੇਦਾ ਯਾਨੀ ਇਹ ਸਾਡੇ ਅਸੀਂ ਇਹੀ ਤਸ਼ਰੀਹ ਕਰ ਰਹੇ ਹਾਂ मैं ईसा अलैहिस्सलाम के मान लैके आना कोई क़यामत का दिन गवाह मनते नहीं वो अल्लाह गवाह दे दे कि बाकी इस गल ते मान लाए सन कि ईसा अलैहिस्सलाम सज़ा मौत दे सही सी ये अल्लाह गवाही दे उन्होंने मैं क्या कमाल गल यार कि है तो तला किस ਬਾਈਬਲ ਚ ਕੀ ਹਵਾਲਾ ਕੱਢਦਾ ਸੀ ਮੈਨੂੰ ਸਮਝ ਨਹੀਂ ਸੀ ਆਈ ਮੈਂ ਸੁਣ ਨਹੀਂ ਸਕਿਆ ਪੂਰੀ ਗੱਲ ਕੋਈ ਬਾਈਬਲ ਦੇ ਹਵਾਲੇ ਨਾਲ ਗੱਲ ਹੁੰਦੀ ਸੀ इस चीज़ ਇਹੋ ਹੀ ਕੋਈ ਈਸਾ अलैहिस्सलाम ਨੂੰ ਸੂਲੀ ਦੇਣ ਦੇ ਬਾਰੇ ਕੋਈ ਬਾਈਬਲ ਦੇ ਹਵਾਲੇ ਨਾਲ ਵੀ ਕੋਈ ਗੱਲ ਕਰਦਾ ਸੀ ਤੁਹਾਡੇ ਨਾਲ ਪਰ ਮੈਂ ਪੂਰੀ ਨਹੀਂ ਸੁਣ ਸਕਿਆ ਉਹ ਕੀ ਗੱਲ ਸੀ ਬਾਈਬਲ 'ਚ ਉਹ ਕਹਿ ਰਿਹਾ ਸੀ ਨਾ ਕਿ ਬਾਈਬਲ 'ਚ ਇਹਨੇ ਲਿਖਿਆ ਕਿ ਅਸੀਂ ਉਹਨੂੰ ਸਜ਼ਾ ਮੌਤ ਦੇ ਸੜੀ ਤੇ ਫਿਰ ਉਹਨੂੰ ਟੰਗਿਆ ਤੇ ਫਿਰ ਉਹਨੂੰ ਲਾਹ ਲਿਆ ਥੱਲੇ ਇਹ ਕਹਿ ਰਿਹਾ ਸੀ ਵੀ ਇੰਨੀ ਗੱਲ ਕਰੇ ਬਾਈਬਲ 'ਚ ਇਹ ਲਿਖਿਆ ਕਿ ਅਸੀਂ ਉਹਨਾਂ ਨੂੰ ਦੇ ਸੜੀ ਸੀ ਸਜ਼ਾ ਮੌਤ ਟੰਗਿਆ ਸੀ ਉਹਨਾਂ ਨੂੰ ਬਸ ਤੇ ਉਹਦੀ ਹੱਡੀਆਂ ਭੰਸੜੀਆਂ ਸਨ ਇਹ ਗੱਲ ਕਰ ਰਿਹਾ ਸੀ ਇਸ ਤੋਂ ਅੱਗੇ ਨਹੀਂ ਸੀ ਜਾਂਦਾ ਫਿਰ ਇੱਕ ਕੋਈ ਹੋਰ ਹਵਾਲਾ ਵੀ ਸੀ ਜਿਹੜਾ ਤੁਸੀਂ ਉਹਨਾਂ ਨਾਲ ਵਾਅਦਾ ਕੀਤਾ ਵੀ ਮੈਂ ਰੋਟੀ ਖਾ ਕੇ ਆਉਣਾ ਤੇ ਤੁਹਾਨੂੰ ਚੈੱਕ ਕਰਕੇ ਦੱਸਣਾ ਉਹ ਕੀ ਗੱਲ ਸੀ ਮੈਨੂੰ ਯਾਦ ਨਹੀਂ ਰਹੀ ਉਹ ਵੀ ਗੱਲ ਇਹ ਤਿੰਨ ਚਾਰ ਗੱਲਾਂ ਦੱਸ ਉਹ ਮੈਂ ਬਸ ਦੱਸਿਆ ਸੀ ਮੈਂ ਕਿਹਾ ਕਿ ਜਿਹੜੀ ਇਹ ਹਦੀਸ ਹੈ ਕਿ ਉਹ वो इस तलाक हो कि जिसके में अपने मरियम हो ऐसी मुझे दसो कि तीन चीज़ां आ गई ਆਵਾਜ਼ ਨਾ ਬ੍ਰੇਕ ਹੋ ਗਈ ਤੁਹਾਡੀ ਤਾਰਿਕ ਸਾਹਿਬ ਮੈਨੂੰ ਨਹੀਂ ਪਹੁੰਚੀ ਆਵਾਜ਼ ਸ਼ਾਇਦ ਕਿਆ ਸੀ ਦੁਬਾਰਾ ਕਰੋ ਅਸੀਂ ਤੁਹਾਡੀ ਵੀ ਆਵਾਜ਼ ਮੈਂ ਰੋਕ ਅਸੀਂ ਕੋਈ ਨਸ਼ਾ ਨੈਟ ਦਾ ਮਸਲਾ ਬਣਿਆ ਸਹੀ ਆਵਾਜ਼ ਨਹੀਂ ਆ ਰਹੀ ਹੈ ਦੁਬਾਰਾ ਗੱਲ ਕਰਦੇ ਹੋ मैं कह रहा था कि मैंने हदीस इब्न अब्बास में पेश की थी कि वो उम्मत किस तरह हलाक होगी जिसके शुरू में मैं हूँ दरमियान में मैदी हो आखिर में ईसा इब्न मरियम हूँ तो मैं ये कोई गुंजाइश है ये दसो और फिर कहना सी कि मैं मेरी नहीं है तहकीक नहीं है तो मैं दोबारा फिर तुम ना पढ़ के दसागा उस बाद फिर नहीं आया वो जो सी नादर ना सी ਉਹਦਾ नहीं वो सलीम ਉਹਦਾ ਨਾਂ ਜਿਹਦੇ ਨਾਲ ਤੁਸੀਂ ਗੱਲ ਕਰਦੇ ਸੀ अच्छा सलीम से फिर मेरे ख्याल नहीं आई हाँ यही गल कर रहे थे तो हो सकता है कि वो फिर दसना लग पिया भी इस तो मुराद दी इस तो मुराद मैं अपनी जो तीन चीज़ आगे नबी वसल्लम महदी ईसा इब्न मरियम तो फिर कहना सी कि जिस वक्त महदी की बैत करने दी क्या एक नबी ਉਹਦੀ बैत करेंगे या ऐसे गल कर लग पिया सी मैं क्या दो अलग अलग है कि नहीं है नहीं दो नहीं एक ही चीज़ है ऐसी तो गल करता बात च पिया ਇਹ ਬੜਾ ਗੰਦਾ ਜਿਹਾ ਮਰਜ਼ਾਈ ਹੈ ਜਿਹਦੇ ਨਾਲ ਤੁਸੀਂ ਗੱਲ ਵੀ ਕਰਦੇ ਸੀ ਨਾ ਬੁਨਿਆਦੀ ਤੌਰ ਤੇ ਇਹ ਮਰਜ਼ਾਈ ਵੀ ਨਹੀਂ ਹੈ ਮੁਲਹਿਦ ਹੈ अच्छा ਕਿਉਂਕਿ ਇਹਨੂੰ ਮੈਂ ਦੇਖਿਆ ਮੁਫਤੀ ਸਾਹਿਬ ਦੀ ਬਰਾੜ ਤੇ ਵੀ ਇੱਕ ਦਿਨ ਆਇਆ ਸੀ ਉਹ YouTube ਉੱਤੇ ਫਰੀ ਥਿੰਕਰ ਦੇ ਨਾਮ ਤੇ ਕਈ ਵਾਰੀ ਇਹ ਆਵਾਜ਼ਾਂ ਬਦਲ ਕੇ ਮੁxtਲਿਫ ਜਗ੍ਹਾ ਉੱਤੇ ਗਾਲਾਂ ਗੁਲਾਂ ਕੱਢਦੇ ਨੂੰ ਵੇਖਿਆ ਤੇ ਹਰਕਤਾਂ ਕਰਦਿਆਂ ਵੇਖਿਆ ਇਹ ਮਿਰਜ਼ਾ ਕਾਦੀਆਨੀ ਨੂੰ ਵੀ ਗਾਲਾਂ ਗੁਲਾਂ ਕੱਢ ਜਾਂਦਾ ਹੈ ਬੁਨਿਆਦੀ ਤੌਰ ਤੇ ਦੱਸਿਆ ਕਿ ਮੁਲਹਿਦ ਹੈ ਬਹੁਤ ਗੰਦਾ ਤਕਲੀਜ਼ ਮਿਰਜ਼ਾਈ ਹੈ अच्छा अच्छा
ਤੇ ਇਸ ਬੰਦੇ ਨਾਲ ਕੁਰਾਨ ਦੀ ਪੇਸ਼ ਕਰਨਾ ਹੈ ਦੇ ਕੇ ਕੁਰਾਨ ਦੀ ਤਮਸਕਰੀ ਕਰਕੇ ਤੁਸੀਂ ਰਿਜ਼ਲਟ ਕੀ ਕੱਢਿਆ ਜਿਹੜੀ ਗੁਫ਼ਤਗੂ ਕੀਤੀ ਤੁਸੀਂ ਆਪ ਕੀ ਸਮਝੇ ਫਿਰ ਉਹਦੇ ਕੀ ਨਤੀਜਾ ਮੈਂ ਸਮਝਿਆ ਕਿ ਇਹਨਾਂ ਜਿਹੜੀਆਂ ਗੱਲਾਂ ਰੱਖੀਆਂ ਨੇ ਉਸ ਤੋਂ ਅੱਗੇ ਪਿੱਛੇ ਹੁੰਦੇ ਹੀ ਨਹੀਂ ਹਨ। ਜਿਹੜੀਆਂ ਗੱਲਾਂ ਨੇ ਰੇਂਜ ਪੈ ਗਈਆਂ ਨੇ ਨਾ, ਇਹ ਨਾ ਉੱਧਰ ਹੁੰਦੇ ਨਾ ਉੱਧਰ ਹੁੰਦੇ ਨੇ, ਹਕੀਕਤ ਜਾਂਦੇ ਹੈ ਨਹੀਂ ਕੋਈ ਨਹੀਂ। ਐਸੀ ਕਿਹੜੀ ਗੱਲ ਹੈ ਜਿਹੜੀ ਇਹਨਾਂ ਚੋਂ ਤੁਸੀਂ ਸਮਝਦੇ ਹੋ ਵੀ ਅਗਰ ਨਿਕਲ ਜਾਏ ਤੇ ਸ਼ਾਇਦ ਇਹਨਾਂ ਨੂੰ ਹਦਾਇਤ ਆ ਜੋ ਕਿਹੜੀ ਗੱਲ ਹੈ? ਉਹ ਗੱਲ ਤੇ ਇਹ ਨੇ ਫਿਰ ਜੀ ਕੁਰਾਨ ਨੂੰ ਸਹੀ ਆਪਣੇ ਉਹ ਜਿਹੜਾ ਆਪਣਾ ਮਿਊਜ਼ਿਕ ਕਿਤਾਬਾਂ ਪੜ੍ਹ ਕੇ ਤਾਂ ਉਹਦੇ ਤਰਜਮੇ ਜਿਹੜੇ ਉਹਨੂੰ ਛੱਡਣ, ਉਹਨਾਂ ਨੂੰ ਵੀ ਇਹ ਤਰਜਮੇ ਨੇ ਗਲਤ ਕੀਤੇ ਨੇ, ਫਿਰ ਹੀ ਆਏ ਇਹ ਜਿਨ੍ਹਾਂ ਜਿਹਨਾਂ ਤਰਜਮੇ ਨੂੰ ਸਹੀ ਆਖਣੇ ਨੇ ਉਹਨਾਂ 'ਚ ਸਹੀ ਨਹੀਂ ਹੋ ਸਕਦੇ, ਜੋ ਮਰਜ਼ੀ ਕਰ ਲਓ ਇਹਨਾਂ ਨਾਲ। ਅਸਲ ਗੱਲ ਇਹ ਹੀ ਹੈ ਨਾ, ਜਿਹੜੀਆਂ ਕਿਤਾਬਾਂ ਮਿਰਜ਼ਾ ਕਾਦੀਆਨੀ ਨੇ ਲਿਖੀਆਂ ਨੇ ਉਹਨਾਂ ਨੂੰ ਤਾਂ ਜਿਹੜਾ ਵੀ ਪੜ੍ਹੇਗਾ ਜਾਂ ਉਹ ਥੋੜਾ ਜਿਹਾ ਉਹਨਾਂ ਤੇ ਗੌਰ ਕਰੇਗਾ ਗੈਰ ਜਾਣਬਦਾਰ ਹੋ ਕੇ, ਉਹ ਤੇ ਕੰਨਾਂ ਨੂੰ ਹੱਥ ਲਾ ਜਾਏਗਾ ਤੇ ਮਿਰਜ਼ਾਈਅਤ ਛੱਡ ਜਾਏਗਾ। ਛੱਡ ਦੇਗਾ ਬਿਲਕੁਲ ਆ। ਮਸਲਾ ਇਹ ਵੇ ਕਿ ਅਸੀਂ ਅਗਰ ਉਹਨਾਂ ਨੂੰ ਕੁਰਾਨ ਦੀ ਤਰਫ ਦਾਵਤ ਦਿੰਦੇ ਆ, ਕੁਰਾਨ ਦੀ ਤਰਫ ਬੁਲਾਉਂਦੇ ਆ, ਉਹ ਹੋਰ ਨੱਚਦੇ ਨੇ ਤੇ ਹੋਰ ਕੁੱਦਦੇ ਨੇ ਤੇ ਹੋਰ ਘੁੰਮਣੀਆਂ ਪਾਉਂਦੇ ਨੇ, ਤਮਾਸ਼ਾ ਕਰਦੇ ਨੇ ਕੁਰਾਨ ਨਾਲ ਤੇ ਹਦੀਸ ਨਾਲ। ਉਹਨਾਂ ਦੀ ਅੱਖਾਂ ਦੇ ਅੱਗੇ ਜਿਸ ਵੇਲੇ ਮਿਰਜ਼ਾ ਕਾਦੀਆਨੀ ਦੀਆਂ ਗੱਲਾਂ ਅਗਰ ਸਾਰੀਆਂ ਰੱਖੀਆਂ ਜਾਣ ਨਾ, ਉਹਦੇ ਤੋਂ ਕੋਈ ਇਬਰਤ ਫੜੇ ਤੇ ਫੜੇ। ਜਿੰਨਿਆਂ ਬੰਦਿਆਂ ਨੇ ਤੋਬਾ ਕੀਤੀ ਹੈ ਮਿਰਜ਼ਾਈਅਤ ਤੋਂ ਪਿਛਲੇ 15-20 ਸਾਲਾਂ ਦੇ ਸੋਸ਼ਲ ਮੀਡੀਆ ਦਾ ਅਗਰ ਤੁਸੀਂ ਰਿਜ਼ਲਟ ਚੈੱਕ ਕਰੋ, ਤੁਹਾਨੂੰ ਇੱਕ ਵੀ ਬੰਦਾ ਐਸਾ ਨਹੀਂ ਮਿਲਣ ਲੱਗਾ ਜਿਹੜਾ ਇਹ ਆਖੇਗਾ ਕਿ ਭਾਈ ਮੈਂ ਤੇ ਕੁਰਾਨ ਪੜ੍ਹਿਆ ਤੇ ਮੈਂ ਤੋਬਾ ਕਰ ਲਈ ਹੈ, ਮਿਰਜ਼ਾਈਅਤ ਤੋਂ ਤਾਇਬ ਹੋ ਗਿਆ, ਮੈਂ ਨਬੀ ਪਾਕ ਦੀ ਹਦੀਸ ਪੜ੍ਹੀ ਹੈ ਤੇ ਮੈਂ ਸਿੱਧੀ ਰਾਹ ਤੇ ਆ ਗਿਆ। ਨਹੀਂ, ਜਿੰਨੇ ਤਾਇਬ ਹੋਏ ਨੇ ਉਹਨਾਂ ਸਭ ਨੇ ਮਿਰਜ਼ਾ ਕਾਦੀਆਨੀ ਦੀਆਂ ਤਹਿਰੀਰਾਂ ਪੜ੍ਹ ਕੇ ਕੰਨਾਂ ਨੂੰ ਹੱਥ ਲਾਇਆ ਕਿ ਇਹ ਕੀ ਹੋਣ ਲੱਗਿਆ। ਜਦ ਤੱਕ ਮਿਰਜ਼ਾਈ ਉਹਨਾਂ ਕਿਤਾਬਾਂ ਨਹੀਂ ਪੜ੍ਹਦਾ ਤੇ ਮਿਰਜ਼ਾਈ ਸਿਰਫ ਟਾਕੀਆਂ ਬੰਨੀਆਂ ਨੇ, ਕੋਈ ਗੱਲਾਂ ਦੇ ਉੱਤੇ ਨਿਸ਼ਾਨ ਲਾਏ ਨੇ, ਤੇ ਉਹ ਝਗੜਾ ਕਰਦਾ ਰਹਿੰਦਾ ਸਾਰਾ ਦਿਨ। ਲੇਕਿਨ ਜੇ ਤੁਸੀਂ ਉਹਦੇ ਸਾਹਮਣੇ ਉਹ ਤਹਿਰੀਰਾਂ ਰੱਖੋ ਨਾ ਜਿਹੜੀਆਂ ਮਿਰਜ਼ਾ ਕਾਦੀਆਨੀ ਦੀਆਂ ਨੇ, ਤੇ ਜਿੰਨੇ ਬੰਦਿਆਂ ਨੇ ਤੋਬਾ ਕੀਤੀ ਉਹਨਾਂ ਇਹਨਾਂ ਤਹਿਰੀਰਾਂ ਤੋਂ ਕੀਤੀ। ਤਹਿਰੀਰ ਕੀ ਬਿਲਕੁਲ ਸਹੀ ਗੱਲ ਹੈ। ਕੁਰਾਨ ਪਾਕ ਪੜ੍ਹ ਕੇ ਉਹਨਾਂ ਨੂੰ ਦਾਵਤ ਦੇਣੀ ਬੜੀ ਹੀ ਮੇਰੇ ਖਿਆਲ ਮੁਤਾਬਕ ਬੇਸੂਦ ਹੈ। ਸੱਚੇ ਮੈਂ ਤੁਹਾਡਾ ਜ਼ਿਕਰ ਕੀਤਾ ਸੀ, ਕਹਿੰਦਾ ਸੀ ਕਿ ਉਹ ਇੱਕ ਮਿੰਟ ਉਹ ਕਹਿ ਰਿਹਾ ਸੀ ਕਿ ਮੈਂ ਤੁਹਾਡਾ ਜ਼ਿਕਰ ਕੀਤਾ ਸੀ, ਮੈਂ ਕਿਹਾ ਵੀ ਮੇਰਾ ਕਾਦੀਆਨੀ ਨਹੀਂ, ਉਹ ਕਾਦੀਆਨੀ ਉਹ ਨਹੀਂ ਸਨ, ਉਹਨੇ ਰਿਸ਼ਤੇਦਾਰ ਕਾਦੀਆਨੀ ਹੈ ਨੇ। ਮੇਰੇ ਬਾਰੇ ਆਖਣ ਲੱਗਾ ਪਹਿਲੇ ਕਾਦੀਆਨੀ ਸੀ। ਹਾਂ ਨਹੀਂ ਕਹਿੰਦੇ ਪਹਿਲੇ ਕਾਦੀਆਨੀ ਇਹ ਨਹੀਂ ਹੈ ਸਨ, ਇਹਨਾਂ ਦੇ ਰਿਸ਼ਤੇਦਾਰ ਜ਼ਰੂਰ ਹੈ ਨੇ, ਇਹ ਵੀ ਹੈ ਨੇ ਬੜੇ, ਉਹ ਜੋਸ਼ ਖਰੋਸ਼ ਨੇ ਹਿੱਸਾ ਲੈਂਦੇ ਨੇ ਪਏ। ਇਹ ਤੇ ਅਗਲੀ ਗੱਲ ਤੇ ਫਜ਼ੂਲ ਹੀ ਹੈ ਤੇ ਐਵੇਂ ਟੁੱਟਲਾਣ ਵਾਲੀ ਗੱਲ ਹੈ। ਜੋਸ਼ੋ ਖਰੋਸ਼ ਨਾਲ ਲੈਣ ਲੱਗੇ ਨੇ, ਰਿਸ਼ਤੇਦਾਰ ਮੇਰੇ ਜ਼ਰੂਰ ਖਾਦੇ ਨੇ, ਲੇਕਿਨ ਜੋਸ਼ੋ ਖਰੋਸ਼ ਭਾਈ ਆਵਾਜ਼ ਨਹੀਂ ਆਈ ਹੈ, ਦੁਬਾਰਾ ਬੋਲੋ। ਮੈਂ ਕਿਹਾ ਕਿ ਉਹ ਜਿਹੜੇ ਮੇਰੇ ਰਿਸ਼ਤੇਦਾਰ ਨੇ ਉਹ ਕਾਦੀਆਨੀ ਜ਼ਰੂਰ ਨੇ, ਲੇਕਿਨ ਜੋਸ਼ੋ ਖਰੋਸ਼ ਨਾਲ ਹਿੱਸਾ ਕੋਈ ਨਹੀਂ ਕਿਤੇ ਲੈਣ ਲੱਗੇ, ਬਲਕਿ ਉਹ ਆਪਣੇ ਡੰਗ ਸੇਕਦੇ ਨੇ ਪਏ ਤੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਝੂਠ ਹੈ, ਲੇਕਿਨ ਨਫਸ ਜਿਹੜਾ ਹੈ ਉਹ ਉਹਨਾਂ ਨੂੰ ਛੱਡਣ ਦੀ ਤਾਕਤ ਨਹੀਂ ਪੈ ਦਿੰਦਾ। ਨਫਸ ਠੀਕ ਹੈ ਤੋਂ ਮਜਬੂਰ ਨੇ। ਅਸੀਂ ਤੇ ਉਹਨਾਂ ਨੂੰ ਦਾਵਤ ਦਿੰਦੇ ਆ, ਬੁਲਾ ਉਹਨਾਂ ਨੂੰ ਆਨੇ ਆ, ਬਜ਼ੁਰਗਾਂ ਕੋਲੋਂ ਵੀ ਉਹਨਾਂ ਨੂੰ ਦਾਵਤ ਦਵਾਈ ਹੈ ਬਈ ਜਿਹੜੇ ਤੁਸੀਂ 2-3 ਮਰਬੀ ਬਣਾਏ ਨੇ ਨਾ, ਉਹਨਾਂ ਨੂੰ ਬੁਲਾ ਲਿਆਓ ਸਾਰੇ ਇੱਥੇ ਸਾਡੇ ਸਾਹਮਣੇ ਬਹਾਲ ਲਓ। ਤੇ ਵੱਡਿਆਂ ਨੂੰ ਤੇ ਪਤਾ ਕੋਈ ਨਹੀਂ, ਜਿਹੜੇ ਅਨਪੜ੍ਹ ਮਾਂ ਪਿਓ ਹੁੰਦੇ ਨੇ ਜਾਂ ਵੱਡੇ ਅਨਪੜ੍ਹ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੂੰ ਅਕਾਇਦ ਨਜ਼ਰੀਆਤ ਨਹੀਂ ਪਤਾ, ਤੁਸੀਂ ਕੋਲੇ ਬਹਿ ਕੇ ਛੜਾ ਸੁਣਿਆ ਜੇ, ਤੁਸੀਂ ਸਾਡੇ ਰਿਸ਼ਤੇਦਾਰ ਹੋ ਤੇ ਸਾਡੇ ਬਜ਼ੁਰਗ ਹੋ, ਸਾਡੇ ਵਾਸਤੇ ਰਿਸ਼ਤੇ ਦੀ ਵਜ੍ਹਾ ਤੋਂ ਬਾਅਦ ਗੱਲਾਂ ਤੋਂ ਤੁਸੀਂ ਸਾਡੇ ਵਾਸਤੇ ਕਾਬਿਲ ਇਤਰਾਮ ਹੋ। ਜ਼ਾਹਿਰ ਹੈ ਉਹਨਾਂ ਨੇ ਵੀ ਸਾਡੇ ਨਾਲ ਬੜੇ ਪਿਆਰ ਨਾਲ ਜ਼ਿੰਦਗੀ ਗੁਜ਼ਾਰੀ ਹੈ, ਬੜੇ ਢੰਗ ਸੋਹਣੇ ਗੁਜ਼ਰੇ ਨੇ, ਉਹ ਗੱਲਾਂ ਸਾਰੀਆਂ ਆਪਣੀ ਜਗ੍ਹਾ ਦਰੁਸਤ ਨੇ, ਲੇਕਿਨ ਉਹ ਰਿਸ਼ਤੇ ਦਾ ਤਕੱਦਸ ਆਪਣੀ ਜਗ੍ਹਾ ਹੈ
ਤੇ ਜਿਹੜਾ ਕੁਫਰ ਔਰ ਇਸਲਾਮ ਦਾ ਮਾਮਲਾ ਹੈ ਉਹ ਆਪਣੀ ਜਗ੍ਹਾ ਕਾਇਮ। ਅਸੀਂ ਉਹਨਾਂ ਨੂੰ ਆਖਿਆ ਵੀ ਜੇ ਕੋਈ ਅਜਨਬੀ ਬੰਦੇ ਨਾਲ ਕੋਈ ਗੱਲ ਤੁਸੀਂ ਕਰੋਦੇ ਜਾਂ ਸੁਣੋਦੇ, ਹੋ ਸਕਦਾ ਹੁਣ ਮੁਫਤੀ ਸਾਹਿਬ ਨੂੰ ਆਖੀ ਉਹਨਾਂ ਨਾਲ ਗੱਲ ਕਰੋ ਤੇ ਮੁਫਤੀ ਸਾਹਿਬ ਤੇ ਡੰਡੇ ਨਾਲ ਗੱਲ ਕਰਨ। ਸਾਡੇ ਤੇ ਰਿਸ਼ਤੇਦਾਰ ਨੇ, ਅਸਾਂ ਤੇ ਡੰਡਾ ਨਹੀਂ ਨਾ ਵਰਤਣਾ, ਅਸਾਂ ਤੇ ਆਪਣਾ ਸਾਥ ਸਮਝ ਕੇ, ਰਿਸ਼ਤੇਦਾਰ ਸਮਝ ਕੇ, ਹਮਦਰਦੀ ਨਾਲ ਦੇਸੀ ਗੱਲ ਕਰਨੀ, ਪੰਜਾਬੀ ਚ ਗੱਲ ਕਰਨੀ, ਘਰ ਬਹਿ ਕੇ ਗੱਲ ਕਰਨੀ, ਬੈਠ ਕੇ ਬਹਿ ਕੇ ਗੱਲ ਕਰਨੀ, ਫਾਇਦੇ ਵਾਸਤੇ ਗੱਲ ਕਰਨੀ ਹੈ। ਜੋ ਉਹਨਾਂ ਦੀ ਸਖਤੀ ਵੀ ਹੋਵੇ ਤੇ ਉਹ ਵੀ ਬਰਦਾਸ਼ਤ ਕਰ ਜਾਣੀ, ਕਿਉਂਕਿ ਲੱਗ ਲਾ ਹੈ। ਇੱਕ ਵਾਰੀ ਵੀ ਕੋਈ ਤੇ ਦਰਜਨ ਵਾਰੀ ਉਹਨਾਂ ਨੂੰ ਦਾਵਤ ਦੇ ਚੁੱਕੇ ਆ, ਫੜ ਫੜ ਕੇ ਬੁਲਾ ਕੇ ਆਖ ਚੁੱਕੇ ਆ, ਉਹ ਮੂੰਹ ਥੱਲੇ ਕਰ ਛੱਡਦੇ ਨੇ। ਇਸ ਗੱਲੇ ਕਤਨ ਗਲਤ ਗੱਲ ਹੈ ਕਿ ਉਹ ਬੜੇ ਵੱਧ ਚੜ ਕੇ ਹਿੱਸਾ ਪੇ ਲੈਂਦੇ ਨੇ ਤੇ ਜੋਸ਼ੋ ਖਰੋਸ਼ ਨਾਲ ਅਹਿਮਦੇ ਨੇ, ਡੰਗ ਸੇਕਦੇ ਨੇ ਵੀ ਆਪਣੇ। ਗੱਲ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਗੱਲ ਕੋਈ ਨਹੀਂ ਹੈ। ਇੱਥੋਂ ਤਾਈਂ ਕਿ ਉਹਨਾਂ ਨੇ ਆਖਿਆ ਵੀ ਜੇ ਅਗਰ ਮਿਰਜ਼ਾ ਸਾਹਿਬ ਝੂਠ ਬੋਲਦੇ ਤਾਂ ਮਿਰਜ਼ਾ ਸਾਹਿਬ ਪਰ ਵੀ ਲਾਨਤ, ਜਿਵੇਂ ਤਾਰਕ ਅਫਤਾਬ ਨੇ ਆਖਿਆ ਨਾ। ਇੱਥੋਂ ਤਾਈਂ ਆਉਂਦੇ ਨੇ ਵੀ ਜੇ ਮਿਰਜ਼ਾ ਸਾਹਿਬ ਸਾਡੇ ਨਾਲ ਝੂਠ ਮਾਰਿਆ ਤੇ ਫਿਰ ਮਿਰਜ਼ਾ ਸਾਹਿਬ ਜਾਣਨ ਤੇ ਖੁਦਾ ਜਾਣੇ, ਅਸੀਂ ਹੁਣ ਕੀ ਕਰੀਏ। ਉਹਨਾਂ ਨੂੰ ਪੁੱਛੇ ਤਾਂ ਰੱਬ, ਅਸੀਂ ਆਖਿਆ ਉਹਨਾਂ ਨੂੰ ਨਹੀਂ ਰੱਬ ਪੁੱਛਣ ਲੱਗਾ, ਰੱਬ ਤੁਹਾਨੂੰ ਵੀ ਪੁੱਛੇਗਾ। ਜਦੋਂ ਤੁਸੀਂ ਉਹਦੇ ਪੈਰੋਕਾਰ ਹੋ, ਤੁਸੀਂ ਉਹਦਾ ਝੂਠ ਆਪਣੀਆਂ ਅੱਖਾਂ ਨਾਲ ਨਹੀਂ ਦੇਖਣਾ ਚਾਹੁੰਦੇ ਤੇ ਤੁਹਾਨੂੰ ਨਹੀਂ ਰੱਬ ਪੁੱਛਣ ਲੱਗਾ। ਜਦੋਂ ਤੁਹਾਨੂੰ ਬੁਲਾ ਕੇ ਪਿਆਨੇ ਆ ਵੀ ਉਰਾਓ, ਤੁਹਾਨੂੰ ਦੱਸੀਏ ਉਹਨੇ ਇਹ ਝੂਠ, ਜਿਸ ਤਰ੍ਹਾਂ ਕੱਲ ਰਾਤੀ ਦੱਸਣ ਲੱਗੇ ਸੀ, ਇਹ ਝੂਠ ਬੋਲਿਆ, ਇਹ ਝੂਠ ਬੋਲਿਆ, ਇਹ ਝੂਠ ਬੋਲਿਆ। ਤੇ ਜੇ ਤੁਸੀਂ ਆਂਦੇ ਹੋ ਇਹ ਰਹਿਣ ਦਿਓ, ਸਾਨੂੰ ਨਾ ਦੱਸੋ, ਤੇ ਫਿਰ ਉਹਨੂੰ ਫਾਲੋ ਵੀ ਕਰਦੇ ਹੋ, ਉਹਦੇ ਪਿੱਛੇ ਲੱਗ ਕੇ ਟੁੱਟਦੇ ਹੋ ਪਏ, ਉਹਨਾਂ ਨੂੰ ਪੈਸੇ ਦਿੰਦੇ ਹੋ ਪਏ, ਚੰਦਾ ਦੇ ਕੇ ਤੇ ਉਮਤ ਨਾਲ ਤੇ ਇਸਲਾਮ ਨਾਲ ਦੁਸ਼ਮਣੀ ਕਰਦੇ ਪਏ ਹੋ। ਕਿਆ ਤੁਹਾਨੂੰ ਨਹੀਂ ਰੱਬ ਪੁੱਛਣ ਲੱਗਾ? ਇਹਦਾ ਕੋਈ ਜਵਾਬ ਨਹੀਂ ਹੈ। ਨਹੀਂ ਜੋ ਉਹਨਾਂ ਨੇ ਝੂਠ ਮਾਰਿਆ, ਰੱਬ ਉਹਨਾਂ ਨੂੰ ਤੁਹਾਡੇ ਕੀ ਲੱਗਦੇ ਨੇ? ਕਜ਼ਨ ਨਹੀਂ ਜਾਂ ਕੀ ਰਿਸ਼ਤੀ ਹੈ ਉਹਨਾਂ ਨਾਲ? ਸੈਕੰਡ ਕਜ਼ਨਾਂ ਦਾ ਕਜ਼ਨ। ਅੱਛਾ, ਕਜ਼ਨ ਨਹੀਂ, ਬੁਨਿਆਦੀ ਤੌਰ ਤੇ ਸਾਡੇ ਬਜ਼ੁਰਗਾਂ ਦੇ ਕਜ਼ਨ ਨੇ, ਉਹਨਾਂ ਦੇ ਔਲਾਦ, ਉਹ ਸੈਕੰਡ ਕਜ਼ਨ ਹੋ ਗਏ ਨਾ। ਠੀਕ आमिर भाई, ਉਹ ਉਦੋਂ ਤਲਾ ਸਾਹਿਬ ਦੀ ਬਰੌਡ ਤੋਂ ਬਾਅਦ ਜ਼ਿਆ ਬਾਈ ਨੇ ਆਪਣੀ ਬਰੌਡ ਲਾਈ ਨਾ, ਅਸੀਂ ਸਾਰੇ ਬੈਠੇ ਸੁਣ ਰਹੇ ਸੀ, ਗੱਲਾਂ ਬਾਤਾਂ ਹੋਈਆਂ ਉੱਥੇ। ਫਿਰ ਨਜ਼ੀਰ ਸਾਹਿਬ ਆਏ, ਉਹਨਾਂ ਨੇ ਆ ਕੇ ਮਿਰਜ਼ਾ ਤਾਹਰ ਦੀ ਵੀਡੀਓ ਸੁਣਾਈ ਮੁਹੰਮਦੀ ਬੇਗਮ ਦੇ ਬਾਰੇ, ਕੁਝ ਜੋ ਵਗੈਰਾ ਮਰਜ਼ਈ ਪਾਗਲ ਕੀਤਾ ਨਾ ਉਹਨਾਂ ਨੇ ਕਿ ਵੀ ਉਹਨਾਂ ਦੀ ਔਲਾਦ ਨੇ ਤੋਬਾ ਕਰ ਲਈ। ਸ਼ਾਇਦ ਮੇਰੀ ਵਜ੍ਹਾ ਤੋਂ ਤੁਹਾਡੀ ਆਵਾਜ਼ ਥੋੜੀ ਜਿਹੀ ਨਾ ਹੈਂਗ ਹੋ ਰਹੀ ਹੈ, ਇੱਕ ਮਿੰਟ ਦੁਬਾਰਾ ਤੋਂ ਗੱਲ। ਠੀਕ ਹੈ ਆਮਰ ਭਾਈ, ਹੁਣ ਸਹੀ ਆਵਾਜ਼ ਆ ਰਹੀ? ਹੁਣ ਸਹੀ ਹੈ। ਉਹਨਾਂ ਨੇ ਮਿਰਜ਼ਾ ਤਾਹਰ ਦੀ ਵੀਡੀਓ ਸੁਣਾਈ ਨਾ, ਤੇ ਫਿਰ ਉਹ ਜ਼ਿਆ ਬਾਈ ਨੇ ਦੁਬਾਰਾ ਦੱਸਿਆ ਕਿ ਬਈ ਮੁਹੰਮਦੀ ਬੇਗਮ ਦੇ ਬੱਚੇ ਜਾਂ ਉਹਨਾਂ ਦੀ ਨਸਲ ਜਾਂ ਜਿਹੜੇ ਵੀ ਕੋਈ ਤੁਹਾਡੀ ਜਮਾਤ 'ਚ ਵੜ ਗਏ, ਉਸ ਚੀਜ਼ ਦਾ ਤਾਲੁਕ ਕੋਈ ਨਹੀਂ ਉਸ ਚੀਜ਼ ਦੇ ਨਾਲ ਕਿ ਬੇਵਾ ਔਰਤ ਨਾਲ ਨਿਕਾਹ ਹੋਣਾ ਤੇ ਮੁਹੰਮਦੀ ਬੇਗਮ ਨਾਲ ਨਿਕਾਹ ਹੋਣਾ। ਜਿਹੜੇ ਝੂਠ ਬੋਲੇ ਹੈ, ਝੂਠੇ ਇਲਹਾਮ ਜਿਹੜੇ ਸਾਬਤ ਹੋਏ ਮਿਰਜ਼ਾ ਸਾਹਿਬ ਦੇ, ਉਹਦਾ ਜਵਾਬ ਦਿਓ ਸਾਨੂੰ। ਦੂਸਰੀ ਗੱਲ ਇਹ ਉਸ ਤੋਂ ਬਾਅਦ ਸਿੱਧੂ ਨੇ ਉਹ ਹਵਾਲਾ ਲੈ ਕੇ ਆਇਆ ਇਹਨਾਂ ਕਮਾਲਾਤ 'ਚੋਂ, ਉਹਨੇ ਪੜ੍ਹਿਆ ਤਲਾ ਸਾਹਿਬ ਦੀ ਬਰੌਡ 'ਤੇ, ਉੱਥੇ ਉਹਨੇ ਖੁਦ ਪੜ੍ਹਦਾ ਪਿਆ ਕਿ ਮਿਰਜ਼ਾ ਸਾਹਿਬ ਦੇ ਰਿਸ਼ਤੇਦਾਰ ਸੀਗੇ, ਉਹਨਾਂ ਦੇ ਮਕਾਨ ਦਾ ਹਿਬਾ ਕਰਾਉਣਾ ਸੀ ਤੇ ਉਹ ਸਾਈਨ ਚਾਹੀਦੇ ਸੀ, ਤੇ ਉਹਨਾਂ ਨੇ ਕਿਹਾ ਆਪਣੀ ਬੇਟੀ ਦੀ ਸ਼ਾਦੀ ਕਰੋ ਮੇਰੇ ਨਾਲ ਤੇ ਫਿਰ ਮੈਂ ਕਰਦਾ। ਮਤਲਬ ਕਿ ਇਹਨਾਂ ਨੇ ਹਵਾਲਾ ਅੱਖੀ ਵੀ ਦੇਖ ਲਿਆ, ਉਹ ਚੀਜ਼ ਨੂੰ ਪੜ੍ਹ ਕੇ ਸੁਣਾਇਆ, ਫਿਰ ਇੰਨੇ ਕੁ ਢੀਠ ਤੇ ਲਾਈਨ ਮਰਦੂਦ ਨੇ ਮਿਰਜ਼ਈ। ਫਿਰ ਉਸ ਗੱਲ ਤੋਂ ਇਸ ਗੱਲ ਦਾ ਜਵਾਬ ਇਹ ਦੇ ਰਹੇ, ਤਵੀਲ ਇਹ ਕਰ ਰਿਹਾ ਕਿ ਉਹਦੀ ਨਸਲਾਂ ਜਿਹੜੀਆਂ ਉਹ ਸਾਡੀ ਜਮਾਤ 'ਚ ਆ ਗਈਆਂ, ਉਹਨਾਂ ਨੇ ਤੋਬਾ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਮਤਲਬ ਇਹ ਔਰ ਉਹੀ ਗੱਲ ਹੋ ਗਈ ਕਿ ਜਿਹੜੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੁਬਾਰਕ ਹੈ ਨਾ, ਲਾ ਨਬੀ ਆਬਾਦੀ, ਉਹਦੀ ਜਿਹੜੀ ਬਾਤਲ ਤਵੀਲ ਕਰਦੇ ਮਿਰਜ਼ਾਈ ਆਪਣੇ ਦੌਲੇ ਸ਼ਾਹ ਦੇ ਚੂਹਿਆਂ ਨੂੰ ਜਿਹੜਾ ਨਾ ਉਹ ਪਾਗਲ ਬਣਾਉਣ ਵਾਸਤੇ, ਸੇਮ ਉਹੀ ਗੱਲ ਹੈ। ਫਿਰ ਉਸ ਤੋਂ ਬਾਅਦ ਇਹ ਸ਼ਾਹਿਦ ਭਾਈ ਦੀ ਬਰੌਡ 'ਤੇ ਵੀ ਕਹਿੰਦੀ ਇਹਨਾਂ ਨਾਲ ਨਹੀਂ ਜਾਣਾ ਚਾਹੀਦਾ, ਇਸ ਨਾਲ ਗੱਲਬਾਤ ਨਹੀਂ ਕਰੋ, ਆਪਣੇ ਬੰਦਿਆਂ ਨੂੰ ਆਪਣੀ ਬਰੌਡ 'ਤੇ ਬੈਠ ਕੇ ਦੱਸੋ। ਅਤੇ ਮਤਲਬ ਮੈਂ ਸੁਣਦਾ ਪਿਆ ਸੀਗਾ, ਗੱਲ ਕਰਨ ਦਾ ਮਕਸਦ ਹੈ ਕਿ ਉਹ ਤੁਹਾਡੇ ਲਈ ਗੱਲ ਕਿ ਜਦੋਂ ਇਹਨਾਂ ਦੇ ਅੱਗੇ ਕੁਰਾਨ ਪਾਕ ਜਾਂ ਇਸ ਤਰ੍ਹਾਂ ਪੜ੍ਹਿਆ ਜਾਏ, ਹਦੀਸ ਸ਼ਰੀਫ ਨੇ ਅੱਗੇ ਬਿਆਨ ਕੀਤੀ ਜਾਏ, ਇਹ ਫੌਰਨ ਤੋਂ ਪਹਿਲੇ ਗੁਸਤਾਖੀ ਇਹ ਕਰਦੇ ਕਿ ਮਿਰਜ਼ੇ ਨੂੰ ਮਿਲਾਉਣ ਲੱਗ ਪੈਂਦੇ ਜਾ ਕੇ।
ਫਿਰ ਸਾਡੇ ਮੁਸਲਮਾਨਾਂ ਨੂੰ ਗੁੱਸਾ ਚੜਦਾ, ਫਿਰ ਇਹ ਕਹਿੰਦੇ ਜੀ ਉਹ ਗੁਸਤਾਖੀਆਂ ਕਰਦੇ। ਜਦੋਂ ਅਸੀਂ ਗੱਲ ਹੀ ਮਿਰਜ਼ੇ ਤੇ ਕਰਨੀ ਹੈ, ਉਹਦੇ ਕਰੈਕਟਰ ਤੇ ਗੱਲ ਕਰਨੀ ਹੈ, ਉਹਨੇ ਕੀ ਆ ਕੇ ਪਰਫਾਰਮੈਂਸ ਦਿੱਤੀ ਹੈ, ਕੀ ਉਹਨੇ ਦਜਾਲੀਅਤ ਫੈਲਾਈ ਆਪਣੇ ਲਿਟਰੇਚਰ ਦੇ ਵਿੱਚ। ਇਹ ਨਹੀਂ ਕਿ ਅਸੀਂ ਕਿਤਾਬਾਂ ਲਿਖੀਆਂ, ਉਹ ਡਿਸਕਸ਼ਨ ਹੋਣ। ਮਰਜ਼ਈ ਉਹ ਤੋਂ ਤੇ ਭਜਦੇ। ਇਹ 100% ਤੁਹਾਡੀ ਗੱਲ ਠੀਕ ਹੈ, ਬਜਾ ਹੈ ਬਿਲਕੁਲ ਕਿ ਇਹ ਕੁਰਾਨ ਪਾਕ ਹਦੀਸ ਤੇ ਇਹਨਾਂ ਨੇ ਲਫ਼ਜ਼ੀ ਤਾਰੀਫਾਂ, ਮਾਨਵੀ ਤਹਰੀਫਾਂ ਕੀਤੀਆਂ ਹੋਈਆਂ, ਲੇਕਿਨ ਜਿਹੜਾ ਮਿਰਜ਼ਾ ਦੇ ਕਰੈਕਟਰ ਸੁਣ ਕੇ ਪੜ੍ਹ ਕੇ ਲੋਕ ਜਿਹੜੇ ਉਹ ਹੁੰਦੇ ਆ ਨਾ ਕਾਇਲ ਕੇ ਵੀ ਇਹ ਤੇ ਬੰਦਾ ਹੀ ਨਹੀਂ ਸਹੀ ਹੈਗਾ, ਇਹਨੇ ਇੰਨੇ ਗੁੰਮਰਾਹ ਕਰਤੇ ਲੋਕ। ਔਰ ਇਹਨੂੰ ਅੱਲਾ ਨੇ ਕਿਸੇ ਵੀ ਪੁਆਇੰਟ ਤੇ ਕਾਮਯਾਬੀ ਦਿੱਤੀ ਨਹੀਂ, ਜ਼ਲੀਲ ਹੀ ਹੋਇਆ। ਉਹ ਜ਼ਿਆ ਭਾਈ ਸੁਣਾ ਰਹੇ ਸੀ ਮਫਹੂਮ ਕੁਰਾਨ ਪਾਕ ਦੀ ਆਇਤ ਦਾ, ਸੂਰੇ ਨਾਮ ਦੀ, ਕਿ ਵੀ ਇਹ ਜਿਹੜਾ ਆਈ ਥਿੰਕ ਸੂਰੇ ਨਾਮ ਦੱਸਿਆ ਸੀ ਉਹਨਾਂ ਨੇ ਕਿ ਜਦੋਂ ਵੀ ਨਹੀਂ ਡਾਕਟਰ ਹੋਲੀ ਸਪਿਰਿਟ ਸਾਹਿਬ, ਕਿ ਜਿਹੜਾ ਬੰਦਾ ਅੱਲਾ ਤੇ ਜਾਂ ਅੱਲਾ ਦੇ ਕਲਾਮ ਤੇ ਜਾਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੇ ਝੂਠ ਬੋਲੇ, ਮੈਂ ਮਤਨ ਬਿਆਨ ਕਰ ਰਿਹਾ ਕਿ ਉਹ ਝੂਠ ਬੋਲੋ, ਉਹਦੀ ਮੌਤ ਦੇਖ ਲਓ ਕੈਸੀ ਹੋ ਰਹੀ ਆ। ਔਰ ਇਹ 100% ਗੱਲ ਹੈ, ਮਿਰਜ਼ੇ ਕਾਦੀਆਨੀ ਦੀ ਮੌਤ ਸਾਰੀ ਦੁਨੀਆ ਸਾਹਮਣੇ, ਔਰ ਉਹਨਾਂ ਦੀ ਮੌਤ ਉਹਨੇ ਆਪਣੀ ਹੱਥੀਂ ਆਪਣੀ ਕਿਤਾਬਾਂ 'ਚ ਲਿਖੀ, ਇਹਨਾਂ ਦੇ ਜਮਾਤ ਨੇ। ਇਸ ਤੋਂ ਵੱਡੀ ਦਲੀਲ ਕੀ ਹੋ ਸਕਦੀ। ਅਸੀਂ ਜ਼ਰੂਰ ਗੱਲ ਕਰਾਂਗੇ ਮਿਰਜ਼ਾਈਆਂ ਨਾਲ, ਮਿਰਜ਼ੇ ਕਾਦੀਆਨੀ ਦੇ ਬਾਰੇ 'ਚ ਬਿਲਕੁਲ ਜੀ। ਇਸ ਕੇਸ ਤੇ ਮੇਰਾ ਵੀ ਪੱਕਾ ਇੰਸ਼ਾਅੱਲਾ ਯਕੀਨ ਹੈ ਕਿ ਅਸੀਂ ਇੱਥੇ ਸਟੈਂਡ ਟੂ ਕਰਾਂਗੇ ਕਿ ਇਹਦਾ ਕਰੈਕਟਰ ਕੀ ਹੈ, ਇਹਨੇ ਕੀ ਖਰਾਫਾਤ ਬਕੀਆਂ, ਔਰ ਇਹ ਕਿਸ ਤਰ੍ਹਾਂ ਦਜਲ ਕੀਤਾ ਲੋਕਾਂ ਦੇ ਨਾਲ, ਇਹਨੇ ਕਿੰਨੇ ਮੁਸਲਮਾਨ ਗੁੰਮਰਾਹ ਕੀਤੇ ਇਹਨੇ। जी अमर भाई। असल बुनियाद ही है ये नीचे एक इंजीनियर साहब कह रहे हैं जी कि हमारी किताबों पे पाबंदी क्यों है पाकिस्तान में? यूके में तो नहीं है। कौन सा तीर मार लिया यूके में आपने? जर्मनी में भी तो पाबंदी नहीं है, वहां कौन सा तीर मार लिया आपने? ਰੋਇਲ ਮੁਗਲ ਭਾਈ, ਜੇ ਅਗਰ ਕਿਤਾਬਾਂ ਪਾਕਿਸਤਾਨ ਖੁੱਲ ਜਾਣ ਨਾ, ਤੇ ਜਿਹੜੇ 4-5 ਮਰਸਈ ਦੇ ਮਰਜ਼ਾਈਆਂ ਦੇ ਟੋਲੇ ਨਸੇ ਫਿਰਦੇ ਨੇ, ਲੋਕਾਂ ਨੇ ਉਹਦੇ ਟੰਗ ਦੇਣੇ ਇੱਥੇ। ਕਿਉਂਕਿ ਸਾਨੂੰ ਪਤਾ ਸੀ ਕਿ ਇਹ ਕਾਫਰ ਹੈ ਤੇ ਇਹ ਦਜਾਲ ਨੇ, ਲੇਕਿਨ ਇੰਨਾ ਕੁਛ ਇਹਨਾਂ ਨੇ ਬਕਵਾਸੀਅਤ, ਇੰਨੀਆਂ ਅਹਿਲੇ ਇਸਲਾਮ ਦੀ ਗੁਸਤਾਖੀਆਂ ਕੀਤੀਆਂ ਵਾ, ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਸ਼ਾਨ 'ਚ ਗੁਸਤਾਖੀਆਂ ਅਗਰ ਆਮ ਸਾਹਮਣੇ ਖੁੱਲ ਗਈਆਂ ਨਾ, UK USA ਬਾਹਰਲੇ ਕੰਟਰੀਜ਼ ਤੇ ਲੋਕ ਕਾਨੂੰਨ ਦੇ ਦਾਇਰੇ 'ਚ ਆ ਕੇ ਥੋੜ੍ਹੇ ਸਿਵਲਾਈਜ਼ ਹੋ, ਜਦੋਂ ਆਪਣੇ ਘਰ 'ਚ ਰਹਿ ਕੇ ਕੋਈ ਇਸ ਤਰ੍ਹਾਂ ਸਾਡੇ ਬਾਪ ਦਾਦਾ ਦੇ ਬਾਰੇ ਗੱਲ ਕਰੇ, ਸਾਡੇ ਅਹਿਲੇ ਬੈਤ ਦੇ ਬਾਰੇ ਗੱਲ ਕਰੇ, ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਸ਼ਾਨ 'ਚ ਗੁਸਤਾਖੀਆਂ ਕਰੇ, ਉਹ ਉੱਥੇ ਤੇ ਲੋਕਾਂ ਨੇ ਸੁਣਨੀ ਨਹੀਂ ਹੈ। ਉੱਥੇ ਤੇ ਪੀਸ ਲੱਭਣੇ ਰੋਡਾਂ 'ਤੇ ਮਰਜ਼ਈਆਂ ਦੇ, ਜੋ ਇਹਨਾਂ ਨੇ ਆਪਣੀ ਕਿਤਾਬਾਂ 'ਚ ਲਿਖਿਆ, ਜਿਸ ਤਰ੍ਹਾਂ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਆ। ਤੁਸੀਂ ਦੇਖੋ, ਅਸੀਂ ਨਵੇਂ ਸ਼ੁਰੂ ਹੋਏ ਟਿਕਟੋਕ, ਸਾਨੂੰ ਸਮਝ ਲੱਗਣੀ ਸ਼ੁਰੂ ਹੋਈ ਕਿ ਕਾਦੀਆਨੀਅਤ ਅਸਲ ਹੈ ਕੀ। ਯਕੀਨ ਕਰੋ ਮੈਨੂੰ ਨਹੀਂ ਸੀ ਪਤਾ ਕੀ ਹੈ, ਸਾਨੂੰ ਇਹ ਪਤਾ ਸੀ ਇਹ ਕਾਫਰ ਨੇ, ਮਰਜ਼ਈ ਹੈ। ਈਵਨ ਕਿ ਮੈਨੂੰ ਮਿਰਜ਼ਾ ਗੁਲਾਮ ਕਾਦੀਆਨੀ ਦਾ ਨਾਮ ਨਹੀਂ ਸੀ ਪਤਾ ਕਿ ਇਹ ਦਾ ਦਾਵਾ ਇਹ ਵਾ ਤੇ ਇਹ ਬੰਦਾ ਜੇ। ਇਹ ਮੈਂ ਲਾਸਟ ਅਪ੍ਰੈਲ 'ਚ ਦੇਖੀ ਉਹਨੂੰ ਮੈਂ, ਅਲਹਮਦੁਲਿਲਾ। ਉਸ ਤੋਂ ਬਾਅਦ ਮੈਂ ਲੱਗਾ ਆ। ਅਗਰ ਪਾਕਿਸਤਾਨ 'ਚ ਪਤਾ ਲੱਗਿਆ, ਸਾਨੂੰ ਇੰਨਾ ਗੁੱਸਾ ਚੜ੍ਹਦਾ ਇਹਦੀ ਗੱਲਾਂ ਸੁਣ ਕੇ, ਇਹਦੇ ਲਿਟਰੇਚਰ ਬਾਰੇ ਜਾਣ ਕੇ, ਇਹਦੇ ਕਰੈਕਟਰ ਬਾਰੇ ਜਾਣ ਕੇ, ਇਹਦੇ ਦਾਅਵਿਆਂ ਬਾਰੇ ਜਾਣ ਕੇ, ਇਹਦੇ ਝੂਠੇ ਇਲਾਮਾਤ ਦੇ ਬਾਰੇ ਜਾਣ ਕੇ, ਸਾਨੂੰ ਬਰੋਡ ਤੇ ਅਸੀਂ ਕੱਪੜਿਓਂ ਬਾਹਰ ਹੋ ਜਾਂਦੇ ਹਾਂ। ਸਾਨੂੰ ਯਕੀਨ ਕਰੋ, ਜਿਸ ਤਰ੍ਹਾਂ ਵੀ ਸਾਡੀ ਜਿਹੜੀ ਸਿਟਿੰਗ ਬਣੀ ਹੈ ਇਸ ਟਾਈਮ, ਅਸੀਂ ਇੱਥੇ ਬੈਠਦੇ ਹਾਂ ਕਿ ਆਮਰ ਭਾਈ ਨੂੰ ਸੁਣਦੇ, ਮੁਫਤੀ ਮੁਬਸ਼ਰ ਸ਼ਾਹ ਸਾਹਿਬ ਨੂੰ ਸੁਣਦੇ ਆ, ਜ਼ਿਆ ਰਸੂਲ ਭਾਈ, ਇਹ ਸਾਨੂੰ ਰੋਕਦੇ ਕਿ ਵੀ ਜ਼ਰਾ ਆਰਾਮ ਨਾਲ, ਗਾਲੀਆਂ ਨਹੀਂ ਕਰਨੀਆਂ, ਇਹ ਨਹੀਂ ਕਰਨਾ, ਨਹੀਂ ਵੋਰ ਕਰਨਾ। ਅਗਰ ਇਹ ਪਾਕਿਸਤਾਨ ਕਿਤਾਬਾਂ ਖੁੱਲ੍ਹ ਜਾਣ, ਕੀ ਹਾਲ ਹੋਵੇ ਇਹਨਾਂ ਦਾ। ਉੱਥੇ ਤੁਹਾਨੂੰ ਪਤਾ ਲੋਕ ਸਾਰੇ ਬੇਕਾਬੂ ਹੈ। ਫਿਰ ਇਹਨਾਂ ਨੇ ਕਹਿਣਾ ਜੀ ਅਸਾਈਲਮ ਦੇ ਦਿਓ, ਸਾਡੇ 'ਤੇ ਬੜੀ ਜ਼ਿਆਦਤੀਆਂ ਹੋ ਗਈਆਂ। ਇਹ ਚਾਹੁੰਦੇ ਨੇ, ਇਹਨਾਂ ਦਾ ਮਕਸਦ ਅਸਲ ਇਸ ਗੱਲ ਦਾ ਇਹੀ ਹੈ, ਸਾਡੀ ਕਿਤਾਬਾਂ ਉੱਥੇ ਖੁੱਲ੍ਹਣ, ਰਿਵੀਲ ਹੋਣ ਲੋਕਾਂ ਅੱਗੇ, ਸਾਨੂੰ ਛਿੱਤਰ ਪੈਣ ਤੇ ਅਸੀਂ ਨਿਕਲ ਜਾਈਏ ਉੱਥੋਂ, ਉਹਦੀ ਜਿੱਥੋਂ ਅਸੀਂ ਆਏ ਹਾਂ, ਮਲਕਾ ਵਿਕਟੋਰੀਆ ਦੀ ਗੋਦ ਦੇ ਵਿੱਚ। ਇਹ ਮਕਸਦ ਜੇ ਇਹਨਾਂ ਦਾ ਅਸਲ, ਮੇਰੇ ਨਜ਼ਰ 'ਚ ਤਾਂ ਇਹੀ ਹੈ। ਅਸਲ ਦੇ ਵਿੱਚ ਇਹ ਜਿਹੜਾ ਆਂਦੇ ਨੇ ਨਾ, ਸਾਡੀਆਂ ਕਿਤਾਬਾਂ ਤੇ ਪਾਬੰਦੀ ਲਾ ਛੜੀ ਹੈ, ਬਹੁਤ ਡਰਾਮੇਬਾਜ਼ੀ ਹੈ। ਇਹ ਪਾਬੰਦੀ ਇਹਨਾਂ ਦੀ ਕਿਤਾਬਾਂ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਪਾਬੰਦੀ ਹੈ, ਯਾਦ ਰੱਖਿਆ ਜੇ।
ਪੂਰੀ ਦੁਨੀਆ ਦੇ ਵਿੱਚ ਕਿਧਰੇ ਵੀ ਕਾਦੀਆਨੀ ਆਪਣੀ ਕਿਤਾਬਾਂ ਨੂੰ ਖੁੱਲਮ ਖੁੱਲਾ ਨਹੀਂ ਸੇਲ ਕਰ ਸਕਦੇ। ਤੇ ਇਹਨਾਂ ਨੂੰ ਪੁੱਛੋ, ਇਹਨਾਂ ਕੋ ਇੰਗਲੈਂਡ ਦੇ ਵਿੱਚ, ਜਰਮਨੀ ਚ, ਕੈਨੇਡਾ, ਜਿੱਥੇ ਵੀ ਦੁਨੀਆ ਦੇ ਕਿਸੇ ਕੋਨੇ ਤੇ ਦੱਸੋ ਕਿ ਤੁਹਾਡੀ ਸ਼ੈਤਾਨੀ ਖਜ਼ਾਨ ਜਿਹੜੀ ਮਿਲਦੀ ਹੋਏ, ਅਸੀਂ ਲੈਣਾ ਚਾਹੁੰਦੇ ਹਾਂ। ਸਾਡੀ ਬੜੀ ਦੁਨੀਆ ਲੈਣਾ ਚਾਹੁੰਦੀ ਹੈ ਕਿਤਾਬਾਂ। ਆਓ ਇਹਨਾਂ ਨੂੰ ਕੋ ਐਲਾਨ ਕਰੋ, ਦੱਸੋ। ਕਿਧਰੇ ਵੀ ਨਹੀਂ, ਇਹ ਗੱਪਾਂ ਮਾਰਦੇ ਨੇ ਬਸ। डूबते को तिनके का सहारा। बिल्कुल इसी तरह है उस्ताद मोहतरम। यूएई में तो इनकी वेबसाइट भी नहीं खुलती, वेबसाइट खोलो तो एलिगेशन आ जाती कि आप इलीगल काम कर रहे हो। अच्छा, गुफ्तगू जारी रखो, मैं जरा यार मसरूफ हाँ, मैं माइक म्यूट करके ना सुन रहे हैं। मुझे इजाजत है, मैंने एक वाकया सुनाना है आप लोगों को बड़े मजे का। आमिर भाई, मेरी आवाज आ रही है? जी आपकी आवाज़। बोले बोले मेरा ख्याल है मेरा हुआ ये था कि ये उन दिनों की बात है जब मैं यूनिवर्सिटी में था वहां लंदन में। तो मेरा एक दोस्त है मार्क स्टीफन, वो बैठा हुआ था कि एक मिर्जाई आ गया, कोई पंजाब का ही है। तो मुझे कहता है आप पाकिस्तानी है? मैंने कहा पाकिस्तानी हूँ। तो मुझे कहता है कि आपने इमाम मेहदी की बैत कर ली है। ये कोई नया ही था, मुझे नहीं पता था मेरे बारे में। मैंने कहा इमाम मेहदी कौन है? एक सेकंड जरा ठहर जाए, आपका मोशन तो टूट जाएगा, लेकिन हमारे कॉल पे हैं, जरा एक सेकंड उनको चेक कर लें। यही इसी डॉक्टर आयशा। ठीक ठीक। जी बोलें डॉक्टर आयशा, आवाज आपकी नहीं आ रही, माइक है आपका, बात कर सकते हैं। हेलो, शायद सिग्नल का मसला है। डॉक्टर आयशा साहब आप बात कीजिए। डॉक्टर साहब आपको आवाज आ रही है? करें। ठीक। बयान कर रहा था, उसने कहा ये आमिर भाई म्यूट लगा लें। एक सेकंड में लगाता हूं। तो कहते हैं ये जीसस भी है। मैंने कहा जीसस का मानने वाला ये बैठा हुआ है, इसको दिखाओ तस्वीर। ये जीसस, इसे कायल करो। मैं तो पहले से मुसलमान हूं ना, आप तो मैं कहते भी हैं गैर अहमदी मुसलमान, मैं तो पहले से मुसलमान हूं, इसे मुसलमान करो। उसने कहते हैं दिस इज जीसस। तो आप यकीन करें मुफ्ती साहब, आमिर भाई, कि वो जोर से हंसा ना। उसने कहा ये जीसस है, इज दिस जीसस? He is Mirza Ghulam Qadiani who was planted by us just to degrade the opinion of jihad in Islam. उसने कहा है तो हमने जिहाद को मनसूख कराने के लिए खुद खड़ा किया है, हमने तो प्लांट किया है इसको, हमें दिखाते हो। अब तो यूरोप के अंदर भी अवेयरनेस है इनके बारे में। आप यकीन करें कि जितने दिन मैं वहां इंग्लैंड में रहा हूं, छुट्टी आने से पहले तक, लोग जो वहां के यूरोपियंस हैं, जो गोरे हैं वहां के, वो इसकी तस्वीरें देख के हंसते हैं। ऊपर लिखा होता है ना मसाया हैज कम, वो नीचे हंस रहे होते हैं कि ये मसाया, शक्ल देखो इसकी जरा। वो पीटर में मुझे कहता है यार ये पाकिस्तानी सारे इसमें फंसे हुए, पाकिस्तानी इतने पागल हैं कि उन्हें पता ही नहीं है कि ये क्या कर रहा है। ये लोग हैं, यूरोप भी जानता है इनको, वो भी जानते हैं इनको। बस मैं यही बात करूंगा, बाकी मुफ्ती साहब मौजूद हैं, बाकी बात करें। मुफ्ती साहब ज़रा मसरूफ़ हैं, कोई और भाई बात कर लें। जी यही कुछ हुआ मेरे साथ भी। मेरी साथ में एक लड़की काम करती, क्रिश्चियन है, वो इंडियन है। तो मैंने कहा तुम्हें पता है तुम लोगों का मसाया आ गया है।
वो बिलीव करे, उसने पहले तो हंस के उसने तो गाली दी। अंग्रेज लोग है ना, तो कहती क्या ये तुम्हारा क्या मतलब, मैंने कहा नहीं देख लो। हाँ, उसने उसी वक्त बैठ के गूगल खोला, उसके बारे में सर्च की, वो यकीन करे कहते ये तो पागल आदमी है। पहली दफा वो सुन रही थी इसके बारे में कि इस तरह आया। मैंने कहा तुम्हें पता है यहाँ पे जो अहमदिया मुस्लिम लिखा होता है स्कूल का नाम तो इस तरह, तो मैं कहा ये लोग हैं। मैं कहा पूरी दुनिया में क्रिश्चियन और मुस्लिम की तादाद ज्यादा है, तो हम दोनों को हज़रत ईसा अलैहिस्सलाम का इंतजार है कि वो कुर्बे क़यामत में जाएं। कहती बिल्कुल है हमारा। ये बंदे का दावा मैं हूँ जी। वो अली भाई एक कॉलर हैं, उनको ले लें, फिर आप बात जारी रखिए। शबान रफीक साहब, आपके सिग्नल रेड हो रहे हैं, कोई बात करना चाहते हैं तो माइक ओपन करके बात करें। मैंने ले लिया, तो जगह ही कोई नहीं है, ऊपर जगह ही नहीं। भाई को मैंने ले लिया ऊपर, अब देखें क्या करते हैं। ये भी बात कर रहे थे भाई, तो मुझे उन्होंने वाकया सुनाया ना कि क्रिश्चियन हंसा बात सुन के, और उसने फोटो देख के मिर्जा कादियानी की, उसने वो बात अमर भाई इनकी बात कर रहे हैं, ये ऊपर जो लिए हैं, बात करें इनसे। कौन आया अमर? बात करें, कौन बंदा आया है? वो मेरे ख्याल से चले गए हैं हसनैन साहब बोलें भाई, आप लाइन पर हैं, आप जो बात करना चाहते हैं हसनैन साहब, माइक ओपन करके बात करें। पता नहीं चलता ना, बहुत सारे बच्चे भी होते हैं थोड़ी उम्र के, वो टिकटॉक पे आ जाते हैं, तो वो ना चाहने के बावजूद वो कॉल पे आ जाते हैं। पता नहीं होता कि वो वाकईतन कोई बात करना चाहते हैं या बाय मिस्टेक आ गया। हसनैन साहब माइक ओपन करके बोलें, नहीं तो फिर इनको भी रिमूव कर दें। हाँ भाई। अच्छा फिर भाई, एक वो भाई की बात से मुझे ना एक रेफरेंस याद आया था। मलफूजात जिल्द सोम सफ़ा नंबर 222, मिर्ज़ा कादियानी। किसी ने पूछा जी इमामत मसीह के बारे में, जो इनका मुंह बोला मसीह जिनको मानते हैं ना कादियानी को, उसने हदीस के नाम पे कैसा झूठ बांधा है। पता नहीं ये जो मिर्ज़ाई हैं, इनको किताबें पढ़ने को मिलती भी हैं कि नहीं, हमें तो शक पड़ गया है मुझे तो इस बात का कि इनको नसीब ही नहीं है। ये सिर्फ हमसे ही सुनते हैं और जाके हमसे ही बेवकूफ़ों की तरह लड़ते हैं और हवाले खोल के भी नहीं देखते। अच्छा, उसमें एक शख्स ने, मिर्ज़ा कादियानी लिखता है कि एक शख्स ने पूछा, एक शख्स ने सवाल किया, हजूर किस के लिए नमाज नहीं पढ़ाते आप, मतलब आप नमाज जमात क्यों नहीं कराते? फरमाया हदीस में आया है, हदीस में आया है कि मसीह जो आने वाला है वो दूसरों के पीछे नमाज नहीं पढ़ेगा, दूसरों के पीछे नमाज पढ़ेगा, वो मतलब जमात नहीं कराएगा। अब ये एक इनकी अहमदी जो है इनका बंदा, उनको मैंने कहा चलो जी हम हदीस ढूंढते हैं। मेरी उसके साथ यही होती, मैं कहा ये हदीसें नहीं मुझे मिलती जो मिर्ज़ा साहब लिख गए अपनी किताबों में, और मेरे उलमा भी थक गए बेचारे 130 साल से, वो हदीस मिलती नहीं है। तो बंदा मेरे से तंग आ गया कि मैं कुछ भी मुझे वाला मिलता है जो मिर्ज़ा कादियानी अपने आप को सच्चा और पंचर लगाने के लिए हदीस के नाम पे झूठ बोलता है ना, तो मैं इससे पूछता हूँ जाके। वो बड़े तम्मल से हवाला सारा पढ़ता है, सारी आवाम को समझ लगती है, उसके बाद फिर वो हदीस आए बाएँ छाएँ मिर्ज़े के लिटरेचर से मुझे देते हैं। बेवकूफ़ी की बात ये है भाई, उस पर तो हमें पहले ही इस पर कॉन्ट्रडिक्शन है, उस पर पहले एतराज़ है, उसकी किताब से हमें कैसे आप दलील दे सकते हो? तो यहाँ पे भी वो यही बात कर रहा है कि एक शख्स ने सवाल किया, हजूर आप
किस लिए नमाज नहीं पढ़ाते। और मिर्ज़ा कादियानी साहब फरमा रहे हैं जनाब के हदीस में आया है कि मसीह जो आने वाला है वो दूसरों के पीछे नमाज पढ़ेगा। अभी एक नीचे बंदा मैसेज कर रहा था कि आप अल्लाह की क्रिएशन का मजाक उड़ा रहे हैं। जो बंदा खुद अपने लिए मजाक है बना हुआ है, लोगों के सामने उसने जो लिख के चला गया है और लोगों की अकल से बाहर की बातें हैं कि भाई ये कौन सा दावा मसीह कर रहा है मिर्ज़ा कादियानी दज्जाल, कि जो खुद कह रहा है कि मैं इमामत नहीं करा सकता और जो मसीह होगा वो पीछे नमाज पढ़ेगा। ये हालात हैं। और ये फिर कहते हैं कि तुम लोग मिर्ज़ा कादियानी का मजाक उड़ाते हो। वो खुद एक मजाक है जनाब, अपनी किताबें पढ़ें जाके, या ये हदीस ला के दिखा दें हमें, ये कौन सी हदीस में आया है। जब इनसे हदीस मांगे कहते हैं जी हदीस का मतलब होता है बयान करना। जब हम इसकी बात करते हैं कि भाई हदीस का मतलब, हम मुसलमान जब इस बारे में बात करते हैं तो हमारा यही माइंड में होता है कि हम नबी की सल्लल्लाहु अलैहि वसल्लम के इरशादात के बारे में बात कर रहे हैं। तो मिर्ज़ा कादियानी भी उसको ही रेफर कर रहा है, उन हदीस की तरफ इशारा दे रहा है कि उस हदीस में आया। ये बता दें जी कहाँ पे आया है कि जो इनका मुंह बोला ये मिर्ज़ा का काना दजाल है वो इमामत नहीं कराएगा। ये कौन सी हदीस है, ये बता दें जी। जी अस्सलाम वालेकुम ज़िया भाई। जी वालेकुम अस्सलाम। क्या हाल चाल है? ठीक ठाक जी। पहले तो आपको मुबारकबाद, आज आपने फिर उनको मरज़ियत जो है ना खोल के सड़क पे बिछा दी है। मोहम्मदी बेगम केस खोल के उनके सामने। मैं तो लेट हो गया, मैं रिकॉर्डिंग सुनूंगा आपकी मोहम्मदी वेबसाइट बेगम नहीं, बशीरुद्दौला केस। पर। दौला हाँ, बशीरुद्दौला केस था। मैं सुबह उठा तो आमिर भाई अल्लाह हाफिज कह रहे थे, सोने लगे थे, तो तब मैंने ज्वाइन किया क्योंकि मेरी तरफ सुबह होती है तब। तो मैं आपकी जो भी डिबेट और आपकी अमर भाई की, शाह साहब की, आपकी वेबसाइट पे ज़रूर सुनता, रास्ते में काम पे जाते हुए या मुझे जब टाइम मिलता है। वेरी गुड। उस्ताद यार मोहतरम की स्क्रीन बड़ी करें, खामोश क्यों? हाँ जी। यार थोड़ा जा काम कर रहा वा, सुन नहीं रहा वा बस। अच्छा ठीक, फिर ठीक। जनाब हम भी पहले ऐसे ही करते थे, यूट्यूब की मुफ्ती साहब की मनाजरे वाली वीडियो ही लगा के सुनते थे। आज से कोई 4 साल पहले की बात है, 4-5-6 साल पहले, 2017 की बात है। हम यहाँ आए थे इटली नए नए कैंप में, फारग होते थे, मुफ्ती साहब की वीडियो को लगा लेनी। अब्दुल कादर बैठे हैं, मरदूद बैठा हुआ है, कुत्तों की लड़ाई सुन रहे हैं जनाब मज़े से। दफ़ा कहा है मुफ्ती साहब को कोई लेके आए ज़रा कुत्तों की लड़ाई कराएं, पर मुफ्ती साहब हमारी कोई रिक्वेस्ट ही नहीं सुन रहे। कुत्ते इतने टिकटॉक ਤੇ ਲੈ ਕੇ ਆਓ ਜੀ ਕਿਸ ਦਿਨ। ਯਾਰ ਉਹ ਕੁੱਤਿਆਂ ਨੂੰ ਆਪਣੀ ਪੈ ਗਈ ਆ। ਇੱਕ ਤੇ ਉਹ ਮੁਲਮ ਜਿਹੜਾ हेलो मुफ्ती साहब, मेरा बड़ा दिल करता है वो इंडियन की गाल सुन दीजिए, इंडियन नहीं वो मरदूद। ਜਿਹੜਾ ਮੁਲਮ ਹੈ ਉਹ ਤੇ ਚਲੋ ਤੋਬਾ ਕਰ ਗਿਆ, ਹਜੇ ਤੱਕ ਤੇ ਉਹ ਤੋਬਾ ਤੇ ਕਾਇਮ ਹੈ। ਅੱਛਾ। ਤੇ ਆਹੋ ਉਹੋ ਹੀ ਤੇ ਰੌਲਾ ਪਿਆ ਹੈ, ਮੈਂ ਉਹਨੂੰ ਮੁਰੀਦ ਕੀਤਾ ਹੀ ਨਾ। ਅੱਛਾ ਅੱਛਾ ਅੱਛਾ। ਤੇ ਬਕਾਇਦਾ ਕਲਮਾ ਤੇ ਮਿਰਜ਼ੇ ਕਾਦੀਆਨੀ ਤੇ ਲਾਨਤ ਹੋਈ ਹੈ। अस्सलाम वालेकुम। ਪੀਰਾਂ ਨੂੰ ਵੱਡੀ ਸਕਰੀਨ ਤੇ ਕਰ ਦਿਓ ਜੀ। ਕਾਦੀਆਨੀ ਨਹੀਂ ਅਕਸਰ ਸ਼ਾਇਦ ਕਹਿੰਦੇ ਨੇ ਬੇਅਦਬੀ ਨਾ ਕਰਾਓ। ਗੀਰੀ ਮਰੀਦੀ ਸ਼ੁਰੂ ਕਰ ਦਿੱਤੀ ਹੈ। ਉਹ ਅਸਲ ਚ ਉਹ ਮਸਲਾ ਹੈ। ਸਹੀ। ਹੁਣ ਪਿੱਛੇ 2 ਕੁੱਤੇ ਰਹਿ ਗਏ। ਹਾਂਜੀ ਹੁਣ 2 ਕੁੱਤੇ ਰਹਿ ਗਏ। ਹੁਣ 2 ਰਹਿ ਗਏ ਨੇ। ਤੇ ਤੀਜਾ ਅਬਦੁਲ ਗਫਾਰ ਜੰਬਾ ਬੁਲਾ ਲਓ। ਅਬਦੁਲ ਗਫਾਰ ਜੰਬਾ ਨਹੀਂ ਟਾਏ ਚੜਦਾ ਯਾਰ। ਉਹਨੇ ਨਾ ਆਪਣੇ ਉਹ ਤਾਰਕ ਚੌਹਾਨ ਤੇ 1-2 ਬੰਦਿਆਂ ਨੂੰ ਅੱਗੇ ਕੀਤਾ ਹੈ। ਖੁਦ ਜਿਹੜਾ ਨਾ ਉਹ ਹਿੱਸੇ ਭਰਦਾ ਰਹਿੰਦਾ ਹੈ। अच्छा उस्ताद मोहतरम, मैं सोशल मीडिया ਤੇ ਵੀ ਨਹੀਂ, ਮੈਂ ਸ਼ਾਇਦ ਮੈਂ ਟਿਕਟੌਕ ਤੇ ਵੀ ਨਹੀਂ ਦੇਖਿਆ ਜੰਬਾ ਗਰੁੱਪ ਨੂੰ। ਨਹੀਂ ਜੀ ਤੇ ਆਪਣੇ ਹਾਂਜੀ ਅਸਲ ਦੇ ਵਿੱਚ ਅੱਜ ਮੈਂ ਇੱਕ ਜਗ੍ਹਾ ਤੇ ਬਹਿ ਕੇ ਤੇ ਇਹੋ ਹੀ, ਬਲਕਿ ਅਦੀਲ ਦੀ ਬਰਾੜ ਸੀ ਤੇ ਉਹੀ ਗੁਫ਼ਤਗੂ ਕਰ ਰਿਹਾ ਸਾਂ ਕਿ ਇਹਨਾਂ ਨੇ ਗੇਮ ਕੀਤੀ ਹੈ ਨਾ ਸਾਰੇ ਇਹ ਫਿਤਨਿਆਂ ਨੇ।
ਇਹ ਗੇਮ ਇਹ ਹੋ ਰਹੀ ਹੈ ਕਿ ਭਾਈ ਆਪਣੇ ਵਿੱਚੋਂ ਹੀ ਕੁਝ ਬੰਦੇ ਜੁਦਾ ਕਰਦੇ ਨੇ ਜਾਣ ਬੁੱਝ ਕੇ, ਪ੍ਰੀ ਪਲਾਨ ਹੁੰਦਾ ਇਹ। ਕੁਝ ਦਾ ਮੌਕਫ ਇਹ ਹੁੰਦਾ ਹੈ ਜੀ ਮਿਰਜ਼ਾ ਕਾਦੀਆਨੀ ਜਿਹੜਾ ਹੈ ਉਹ ਇਮਾਮ ਮਹਿਦੀ ਹੈ ਤੇ ਉਹ ਨਬੀ ਹੈ, ਰਸੂਲ ਹੈ। ਕੁਝ ਨੇ ਮੌਕਫ ਇਹ ਇਖਤਿਆਰ ਕਰ ਲਿਆ ਜੀ ਕਿ ਉਹ ਇੱਕ ਸਾਦਾ ਜਿਹਾ ਮੁਸਲਮਾਨ ਹੈ। ਕੁਝ ਨੇ ਮੌਕਫ ਇਹ ਇਖਤਿਆਰ ਕਰ ਲਿਆ ਜੀ ਉਹ ਇੱਕ ਮੁਜੱਦਦ ਹੈ। ਇਹ ਹਰ ਫਿਤਨੇ ਦਾ ਇਹ ਇੱਕ ਤਰੀਕਾ ਵਾਰਦਾਤ ਹੈ। ਇੰਜੀ ਗੋਹਰ ਸ਼ਾਹੀ ਹੈ ਜਿਹੜਾ, ਉਹ ਹੁਣ ਗੋਹਰ ਸ਼ਾਹੀ ਦੇ ਜਿਹੜੇ ਬੇਟੇ ਨੇ ਉਹ ਕਹਿੰਦੇ ਨੇ ਪਏ ਨਹੀਂ ਸਾਡੇ ਪਿਓ ਨੇ ਮਹਦੀਅਤ ਦਾ ਦਾਵਾ ਕੋਈ ਨਹੀਂ ਸੀ ਕੀਤਾ। ਯੂਨਸ ਅਲ ਗੋਹਰ ਕਹਿੰਦਾ ਪਿਆ ਕਿ ਉਹ ਇਮਾਮ ਮਹਿਦੀ ਹੈ। ਇੰਜੀ ਹੈ ਜਨਾਬ ਅੱਜ ਕੱਲ ਕਾਸਮ ਖੁਆਬੀਆ ਹੈ ਵਿਚਾਰਾ ਚਰਸੀਆ, ਤੇ ਉਹਦੇ ਇਬਤਦਾ ਦੇ 2 ਫਿਰਕੇ ਬਣ ਗਏ ਨੇ। ਇੱਕ ਉਹਨੇ ਅਵੈਸ ਨਸੀਰ ਨਾਮ ਦਾ ਬੰਦਾ ਛੱਡਿਆ ਹੈ ਜਿਹਦੀ ਵੀਡੀਓ ਤੇ ਵੀਡੀਓ ਆ ਰਹੀ ਹੈ ਜੀ ਇਹ ਜਿਹੜਾ ਵੇ ਨਾ ਕਾਸਮ ਐ ਵੀ ਇਮਾਮ ਮਹਿਦੀ ਰਿਆਸਤ ਇਮਾਮ ਲੈ ਆਓ। ਅਵੈਸ ਸ਼ਕਲੋਂ ਹੀ ਯਹੂਦੀ ਲੱਗਦਾ ਜੀ। ਹਾਂਜੀ ਯਹੂਦੀ। ਉਹ ਮੈਂ ਕਈ ਵਾਰੀ ਦੱਸਿਆ ਕਿ ਉਹਦੀਆਂ ਅੱਖਾਂ ਵੇਖੋ ਬਿਲੀਆਂ ਅੱਖਾਂ ਨੇ ਤੇ ਉਹ ਚਿੱਟਾ ਗੋਰਾ ਰੰਗ ਹੈ ਤੇ ਇਹ ਪਾਕਿਸਤਾਨੀ ਨਹੀਂ ਹੈ, ਇਹ ਕੋਈ ਯਹੂਦੀ ਹੈ, ਕੋਈ ਅੰਗਰੇਜ਼ ਟਾਈਪ ਕੋਈ ਬੰਦਾ ਵੇ ਪਲਾਂਟੀਡ ਹੈ। ਤੇ ਉਹ ਇਹ ਵੇ ਕਿ ਕਹਿਣ ਦਾ ਮਕਸਦ ਇਹ ਸੀ ਕਿ ਇਹ ਫਿਤਨੇ ਡਿਵਾਈਡ ਕਰ ਲੈਂਦੇ ਨੇ ਨਾ। ਹੁਣ ਰੌਲਾ ਇਹ ਹੁੰਦਾ ਹੈ ਕਿ ਜਦੋਂ ਮੈਂ ਵੀਡੀਓ ਅਪਲੋਡ ਕਰ ਰਿਹਾ ਹਾਂ ਤੇ ਯਾਰ ਰਸੂਲ ਥੱਲੇ ਕਮੈਂਟ 2 ਤਰ੍ਹਾਂ ਦੇ ਆਉਂਦੇ ਨੇ। ਬਾਅਦ ਕਹਿੰਦੇ ਨੇ ਕਿ ਮੁਫਤੀ ਮੁਬਸ਼ਰ ਤੇਰੇ ਉੱਤੇ ਲਾਨਤ ਹੈ, ਤੂੰ ਇਮਾਮ ਮਹਿਦੀ ਨੂੰ ਨਹੀਂ ਮੰਨਦਾ ਪਿਆ, ਇਨਕਾਰ ਕਰਨਾ ਪਿਆ। ਕੁਝ ਕਹਿੰਦੇ ਨੇ ਕਿ ਉਹਨੇ ਤੇ ਕੀਤੇ ਕੋਈ ਨਹੀਂ ਦਾਵਾ, ਤੂੰ ਝੂਠ ਬੋਲਣਾ ਪਿਆ। ਉਹ ਇਹ ਰੋਲੇ ਨੇ ਨਾ, ਇਹ ਫਿਤਨਿਆਂ ਦਾ ਤਰੀਕਾ ਵਾਰਦਾਤ ਹੁੰਦਾ ਹੈ ਕਿ ਭਾਈ ਇਹ ਮੁਖਤਲਿਫ ਤਰ੍ਹਾਂ ਦੇ ਅਸੀਂ ਲੋਕ ਘੇਰਾਂਗੇ। ਸਮਝ ਆਈ ਕਿ ਨਹੀਂ? ਮੁਖਤਲਿਫ ਲੋਕ ਘੇਰਾਂਗੇ। ਜਿਵੇਂ ਮਿਰਜ਼ਾ ਕਾਦੀਆਨੀ ਨੇ ਜਦੋਂ ਆਪਣਾ ਜਿਹੜਾ ਇੱਕ ਕਲਟ ਲਾਂਚ ਕੀਤਾ, ਉਹਦੇ ਸਾਹਮਣੇ ਹੁਣ ਸੁੰਨੀ ਸ਼ੀਆ ਭਾਬੀ ਦਿਓਬੰਦੀ ਸਾਰੇ ਸਨ, ਉਹਦੀਆਂ ਹੁਣ ਸਟੇਟਮੈਂਟਾਂ ਮਿਲੀਆਂ ਜੁਲੀਆਂ ਮਿਲਣਗੀਆਂ। ਹੁਣ ਕਈ ਜਗ੍ਹਾ ਸਾਬਤ ਹੁੰਦਾ ਕਿ ਇਹ ਸ਼ੀਆ ਸੀ, ਕਈ ਜਗ੍ਹਾ ਸਾਬਤ ਹੁੰਦਾ ਕਿ ਭਾਬੀ ਸੀ, ਕਈ ਜਗ੍ਹਾ ਸਾਬਤ ਹੁੰਦਾ ਕਿ ਇਹ ਦਿਓਬੰਦੀ ਸੀ, ਕਈ ਜਗ੍ਹਾ ਸਾਬਤ ਹੁੰਦਾ ਕਿ ਸੁੰਨੀ ਸੀ। ਸਮਝ ਆਈ ਕਿ ਇਹ ਡਰਾਮੇਬਾਜ਼ੀਆਂ ਨੇ ਨਾ। ਇਹ ਫਿਤਨੇ ਨੂੰ ਸਮਝੀਦਾ ਹੈ ਕਿ ਭਾਈ ਚਾਹਨਾ ਕੀ ਪਿਆ ਤੂੰ, ਕੀ ਕਰੂੰ ਮੈਂ ਤੂੰ, ਤੇ ਇਹ ਰੋਲੇ ਨੇ ਅਸਲ 'ਚ। ਬਸ ਫਿਤਨੇ ਦਾ ਦੌਰ ਹੈ ਤੇ ਅੱਜ ਕੱਲ ਤੇ ਮੈਂ ਕਾਫੀ ਡਿਸਟਰਬ ਜਿਹਾ ਵਾਂ ਇਹਨਾਂ ਮਾਮਲਾਤ ਨੂੰ ਵੇਖ ਕੇ ਔਰ ਹਾਲਾਤੋਂ ਵਾਕਿਆਤ ਨੂੰ, ਤੇ ਉਮਤੇ ਮੁਸਲਮਾਨ ਦੇ ਉੱਤੇ ਬੜਾ ਤਰਸ ਆ ਰਿਹਾ ਔਰ ਬੜਾ ਰਹਿਮ ਆ ਰਿਹਾ ਹੈ ਔਰ ਅੱਲਾਹ ਕੋਲ ਪਨਾਹ ਮੰਗੀ ਦੀ ਹੈ ਕਿ ਅੱਲਾਹ ਉਮਤੇ ਮੁਸਲਮਾਨ ਨੂੰ ਬਚਾ ਲੈ। ਬਸ ਇਹ ਭੋਲੇ ਭਾਲੇ ਨੇ ਤੇ ਸ਼ਯਾਤੀਨ ਜਿਹੜੇ ਨੇ ਇਹਨਾਂ ਨੂੰ ਕਿੱਧਰ ਖਿੱਚ ਕੇ ਲਈ ਜਾਂਦੇ ਨੇ ਪਏ। ਮੁਫਤੀ ਸਾਹਿਬ ਇਹ ਵੀ ਤੇ ਗੱਲ ਹੈ ਨਾ, ਡਰਾਉਂਦੇ ਬਰਾਨੇ ਪਾਕਿਸਤਾਨ ਇੰਝ ਹੋ ਗਿਆ, ਪਾਕਿਸਤਾਨ ਨੂੰ ਇੰਝ ਹੋ ਗਿਆ। ਯਕੀਨ ਮੰਨੋ ਮੈਂ 4-5-6 ਮਹੀਨੇ ਬਾਅਦ ਟੁਰ ਜਾਂਦਾ, ਮੈਨੂੰ ਪਤਾ ਨਹੀਂ, ਸਾਨੂੰ ਫਿਕਰ ਫਾਕੇ ਨਹੀਂ। ਖੌਫ ਬਿਠਾਇਆ ਜਾਂਦਾ ਹੈ, ਇਹ ਵੀ ਇੱਕ ਤਰੀਕਾ ਵਾਰਦਾਤ ਹੁੰਦਾ ਹੈ। ਇਨ ਮੰਨ ਲਓ ਮੈਂ ਮਹੀਨਾ ਹੋਇਆ ਜੇ ਪਾਕਿਸਤਾਨ ਨੂੰ ਆਇਆ, ਕੋਈ ਪਤਾ ਹੀ ਨਹੀਂ ਹੈ ਮੁਫਤੀ ਸਾਹਿਬ ਇੰਝ ਸਾਰੀ ਦੁਨੀਆ ਸਕੂਨ ਨਾਲ, ਕੋਈ ਚੱਕਰ ਹੀ ਨਹੀਂ ਹੈ। ਸਾਨੂੰ ਕਹਿੰਦੇ ਮਸਲੇ ਮਿਰਜ਼ਾ ਕਾਦੀਆਨੀ ਇੰਝ ਕਰਦਾ ਸੀ ਨਾ, ਜਿਹੜਾ ਮੈਨੂੰ ਨਹੀਂ ਮਰੇਗਾ ਉਹ ਡਿੱਗ ਕੇ ਮਰੇਗਾ, ਉਹ ਸੜ ਕੇ ਮਰੇਗਾ, ਉਹ ਲੂਲਾ ਹੋ ਕੇ ਮਰੇਗਾ, ਉਹ ਲੰਗੜਾ ਹੋ ਜਾਏਗਾ, ਢਿੰਗਾ ਹੋ ਜਾਏਗਾ, ਉਹਦਾ ਸ਼ੋਹਰ ਮਰ ਜਾਏਗਾ, ਇਹ ਹੋ ਜਾਏਗਾ। ਉਹ ਇਹ ਧਮਕੀਆਂ ਲਾਣੀਆਂ ਇਹਨਾਂ ਦਾ ਮਜਬੂਰੀਆਂ ਹੁੰਦੀਆਂ ਨੇ, ਡਰਾ ਧਮਕਾ ਕੇ ਰੱਖਦੇ ਨੇ ਇਹ ਫਿਤਨੇ ਕਿ ਜਿਹੜਾ ਸਾਨੂੰ ਨਹੀਂ ਮੰਨੇਗਾ ਤੇ ਉਹ ਇੰਝ ਹੋ ਜਾਏਗਾ ਤੇ ਇੰਝ ਹੋ ਜਾਏਗਾ ਤੇ ਇੰਝ ਹੋ ਜਾਏਗਾ। ਜੇ ਡਰਾ आपका मुरीद कहाँ गया? वो अब्दुल कादिर जी, अब्दुल कादिर जो मुरीद था आपका, वो कहाँ गया? नजर नहीं आया तौबा के बाद? नहीं, बस वो अभी तक गायब है। मैं खुद चाह रहा हूँ कि अभी वो गायब ही रहे, अभी गायब ही रहे। और जब वो कोई इस तरह की कोई एक्टिविटी करेगा तो सामने आ जाएगा, पता चल जाएगा कि क्या चाहता क्या है। आजकल उस्ताद मोहतरम कासम ने भी यही काम फड़े है ना कि जरा उन्होंने नहीं मनेगा तो तेजाब लाई आइएगा। हाँ, उन्हें 28 जनवरी का ऐलान किया है ना, 28 के 20 जनवरी यार,
ਆਂਦਾ 20 ਜਨਵਰੀ ਤੱਕ ਜਿਹਨੇ ਮੈਨੂੰ ਮੰਨ ਲਿਆ ਨਹੀਂ ਤੇ ਉਹਦੇ ਤੇ ਜ਼ਾਬੇ ਲਾਹੀਆ। ਹੁਣ ਹੋਣਾ ਕੀ ਜੇ ਬਈ 20 ਜਨਵਰੀ ਨੂੰ ਜਾਂ 21 ਜਨਵਰੀ ਨੂੰ ਕੁਝ ਨਾ ਕੁਝ ਤੇ ਹੋਣਾ ਹੀ ਹੈ ਕਿ ਨਹੀਂ। ਰੋਜ਼ਾਨਾ ਦੀਆਂ ਖਬਰਾਂ ਭਰੀਆਂ ਹੁੰਦੀਆਂ ਨੇ, ਕਿਧਰੇ ਕੋਈ ਐਕਸੀਡੈਂਟ ਹੋ ਗਿਆ, ਕਿਧਰੇ ਕੋਈ ਕਤਲੋ ਗਾਰਤਗਰੀ ਹੋ ਗਈ, ਆ ਤੇ ਰੋਜ਼ਾਨਾ ਦਾ ਮਾਮੂਲ ਹੈ, ਬਲਕਿ ਹਰ ਮਿੰਟ ਬਾਅਦ ਹੁੰਦਾ ਹੈ। ਉਹ ਉਹਨਾਂ ਨਾਲ 21 ਜਨਵਰੀ ਨੂੰ ਕੁਝ ਵੀ ਹੋ ਗਿਆ ਨਾ, ਉਹਨੇ ਕਹਿਣਾ ਵੇਖਿਆ ਜੇ ਮੈਂ ਤੁਹਾਨੂੰ ਕਿਹਾ ਸੀ ਨਾ ਜ਼ਾਬੇ ਲਾਈ ਆਣਾ ਸੀ, ਮੈਂ ਤੇ ਪਹਿਲੇ ਕਿਹਾ ਸੀ ਕੁਝ ਹੋਣੇ ਵਾਲਾ ਹੈ, ਇਹ ਵੇਖੋ ਹੋ ਗਿਆ ਜੀ। ਇਹ ਡਰਾਮੇਬਾਜ਼ੀਆਂ ਹੁੰਦੀਆਂ ਨੇ ਬਸ। ਅੱਛਾ ਉਸਤਾਦ ਮੋਹਤਰਮ, ਮੈਂ ਜਿੰਨੇ ਵੀ ਫਿਤਨੇ ਨੇ ਇਹਨਾਂ ਨੂੰ 20 ਤੋਂ 30 ਦੇ ਵਿੱਚ ਤਰੀਕਾਂ ਕਿਉਂ ਪਸੰਦ ਹੁੰਦੀਆਂ ਨੇ? ਉਹ ਪਾਗਲ ਜਿਹਾ ਆਈ ਬਿਲਕੁਲ ਚਰਸੀਆ ਜਿਹਾ ਸ਼ਕਲ ਉਹਦੀ ਵੇਖ ਲੋ, ਵਿਚਾਰੇ ਤੋਂ ਖਲੋਤਾ ਨਹੀਂ ਜਾਂਦਾ, ਹਿਜੜਾ ਹੈ ਇੰਜ ਕੁੜੀਆਂ ਵਾਂਗਰਾ। ਉਹ ਮਤਲਬ ਉਹਦਾ ਗੱਲ ਕਰਨ ਦਾ ਅੰਦਾਜ਼ ਹੈ, ਖਲੋ ਕੇ ਉਹ ਜਦੋਂ ਬੋਲ ਰਿਹਾ ਹੁੰਦਾ ਹੈ ਇੰਜ ਜਿਵੇਂ ਡਰਿੰਕ ਕੀਤਾ, ਕੋਈ ਨਸ਼ਾ ਕੀਤਾ ਸੋ, ਇੰਜ ਦੇ ਹੀ ਨਾ ਬਸ ਪਾਗਲ ਜੇ। ਮਿਰਜ਼ਾ ਕਾਦੀਆਨੀ ਵੀ ਇੰਜ ਹੀ ਸੀ, ਉਹ ਗੋਬਰ ਸ਼ਾਹੀ ਵੀ ਇੰਜ ਹੀ ਸੀ, ਬਸ ਇੰਜ ਹੀ ਹੁੰਦੇ ਨੇ, ਹੋਰ ਕੀ ਆ। ਹਕੀਕਤ ਇਹ ਹਾਲ ਤੇ ਕੁਝ ਵੀ ਨਹੀਂ ਹੈ। ਇਹ ਕਾਸਮ ਵਾਲਾ ਕੀ ਕੇਸ ਹੈ ਮੈਨੂੰ ਨਹੀਂ ਪਤਾ, ਜਿਹੜਾ ਕਾਸਮ ਦਾ ਜ਼ਿਕਰ ਮੈਂ ਸੁਣਿਆ। ਕੌਣ ਹੈ ਕਾਸਮ ਅੱਜ ਕੱਲ ਬੜਾ ਸੋਸ਼ਲ ਮੀਡੀਆ ਤੇ ਆਮਿਰ ਭਾਈ ਐਕਟਿਵ ਹੈ ਔਰ ਬੜਾ ਰੋਲਾ ਸ਼ੋਰ ਗੋਲ ਹੈ। ਉਹ ਜੀ ਮੈਨੂੰ ਖਾਬ ਆਉਂਦੇ ਨੇ ਜੀ, ਮੇਰੇ ਖਾਬ ਨਾ ਸੱਚੇ ਹੋ ਰਹੇ ਨੇ ਤੇ ਖਾਬ ਆਉਂਦੇ ਨੇ ਮੈਨੂੰ ਤੇ ਇਹ ਹੈ। ਲਾਹੌਰ ਰਹਿੰਦਾ ਹੈ? ਕੋਈ ਪਤਾ ਨਹੀਂ ਜੀ, ਇਹੋ ਹੀ ਤੇ ਰੋਲਾ ਵੇ ਕਿ ਇਹਨਾਂ ਫਿਤਨਿਆਂ ਦਾ ਕੋਈ ਪਤਾ ਨਹੀਂ ਚੱਲਦਾ ਕਿ ਰਹਿੰਦੇ ਕਿੱਥੇ ਨੇ। ਲੋਕਾਂ ਨੂੰ ਬਾਵਰ ਇਹ ਕਰਵਾਉਂਦੇ ਨੇ ਕਿ ਕਾਸਮ ਲਾਹੌਰ ਰਹਿੰਦਾ ਹੈ ਤੇ ਅਵੈਸ ਨਸੀਰ ਜਿਹੜਾ ਉਹ ਫੈਸਲ ਇਸਲਾਮਾਬਾਦ ਹੈ, ਜਦਕਿ ਗੱਲ ਝੂਠ ਹੈ। ਵੀਡੀਓ ਐਡਿਟ ਇਸ ਇਤਬਾਰ ਨਾਲ ਕਰਦੇ ਨੇ ਕਿ ਐਨਜੀ ਕਿ ਭਾਈ ਅਸੀਂ ਪਾਕਿਸਤਾਨ 'ਚ ਬਹਿ ਕੇ ਕੋਈ ਜਲਸਾ ਜਲੂਸ ਕੀਤਾ ਹੈ, ਉਹ ਵੀਡੀਓ ਐਡੀਟਿੰਗ ਹੁੰਦੀ ਹੈ ਪਿੱਛੇ। ਅਗਰ ਲਾਹੌਰ ਹੋਏਗਾ ਤੇ ਉੱਥੇ ਬੰਦੇ ਮਿਲਣ ਵਾਲੇ ਵੀ ਤੇ ਆ ਹੀ ਜਾਣਗੇ ਨਾ, ਅਗਰ ਇੱਕ ਬੰਦਾ ਕਹਿੰਦਾ ਕਿ ਮੈਂ ਲਾਹੌਰ ਹਾਂ। ਹਾਂਜੀ ਹਾਂਜੀ ਹਾਂਜੀ, ਮੈਂ ਤੇ ਵੇਖੋ ਵੀਡੀਓ ਮੇਰੀਆਂ ਆ ਚੁੱਕੀਆਂ ਨੇ, ਕੋਈ ਇਸ ਹਫਤੇ ਦੇ ਵਿੱਚ 4-5 ਮੇਰੇ ਚੈਨਲ ਤੇ ਆ ਚੁੱਕੀਆਂ ਨੇ, ਤੇ ਮੈਂ ਵੀਡੀਓਜ਼ ਦੇ ਵਿੱਚ ਕਹਿ ਰਿਹਾ ਵਾਂ, ਮੈਂ ਕਿਹਾ ਤੂੰ ਜਿੱਥੇ ਵੀ ਹੈ ਰਾਬਤਾ ਕਰ ਮੇਰੇ ਨਾਲ। ਅਵੈਸ ਨਸੀਰ ਦਾ ਨੰਬਰ ਮੈਨੂੰ ਕਿਸੇ ਨੇ ਦਿੱਤਾ ਹੈ ਤੇ ਉਹਦੇ ਤੇ ਮੈਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਰਾਬਤਾ ਨਹੀਂ ਹੋ ਪਾ ਰਿਹਾ। ਤੇ ਉਹ ਐਨਜੀ ਨੰਬਰ ਹੈ ਪਾਕਿਸਤਾਨੀ ਯੂਜ਼ ਕਰਦੇ ਨੇ। ਹਾਂ ਨੰਬਰ ਤੇ ਮੇਰਾ ਵੀ ਹੈ WhatsApp ਦਾ, ਜਿਹੜਾ ਪਾਕਿਸਤਾਨੀ ਹੈ, ਲੇਕਿਨ ਮੈਂ ਉਹਨੂੰ WhatsApp ਨੂੰ ਜਿੱਥੇ ਮਰਜ਼ੀ ਜਾ ਕੇ ਯੂਜ਼ ਕਰਨਾ, ਕੋਈ ਗੱਲ। ਮੈਂ ਕਿਹਾ अस्सलाम ਗੱਲ वालेकुम। ਹੋਈ ਉਹਦੀ ਪਾਕਿਸਤਾਨੀ ਵਾਲੇਕੁਮ। सब ज्यादा फोकस केड़े बंदे पे दोवां चों? ਸਮਝ ਨਹੀਂ ਆਈ ਤੁਹਾਡੀ ਕੋਈ। ਇਹ ਜਿਹੜੇ ਦੋ ਬੰਦਿਆਂ ਦੇ ਨਾਂ ਲੈ ਰਹੇ ਹੋ ਤੁਸੀਂ, ਜ਼ਿਆਦਾ ਫੋਕਸ ਕਿਸ ਤੇ ਸਮਝਦੇ ਹੋ ਕਰਨਾ ਚਾਹੀਦਾ? ਦੋਵਾਂ ਤੇ ਜਨਾਬ, ਦੋਵਾਂ ਤੇ। ਅਵੈਸ ਨਸੀਰ ਹੈ ਨਾ ਜਿਹੜਾ, ਅਵੈਸ ਨਸੀਰ ਇਹ ਕਲੇਮ ਕਰ ਰਿਹਾ ਹੈ ਕਿ ਉਹ ਲੋਕਾਂ ਨੂੰ ਇਸ ਜ਼ਿਹਨੀ ਤੌਰ ਤੇ ਤਿਆਰ ਕਰ ਰਿਹਾ ਕਿ ਇਮਾਮ ਮਹਿਦੀ ਜਿਹੜਾ ਜਨਾਬ ਹੈ ਕਾਸਮ ਹੈ। ਕਾਸਮ ਦਾ ਬਜ਼ਾਹਿਰ ਹਜੇ ਤੱਕ ਕੋਈ ਵੀਡੀਓ ਨਹੀਂ ਆਈ ਜਿੱਥੇ ਉਹਨੇ ਬਕਾਇਦਾ ਕਲੇਮ ਕੀਤਾ ਕਿ ਮੈਂ ਇਮਾਮ ਮਹਿਦੀ ਹਾਂ। ਉਹਦੀ ਹਾਂ ਇੱਕ ਵੀਡੀਓ ਆਈ ਹੈ ਕਿ ਅਵੈਸ ਨਸੀਰ ਨਾਲ ਸਾਡਾ ਕੋਈ ਤਲਕ ਨਹੀਂ, ਤੇ ਇਹਨਾਂ ਨੇ ਕੀ ਹੈ ਕਿ ਬੰਦੇ 4 ਬਿਠਾਏ ਜੇ ਸਾਹਮਣੇ, ਔਰ ਬੰਦੇ ਕੋਈ ਇੰਜ ਦੇ ਨੇ ਕਿ ਦਾੜੀ ਪਗੜੀ ਵਾਲੇ ਨੇ। ਇਹਨਾਂ ਦਾ ਹੁਣ ਵੇਖੋ ਤਰੀਕਾ ਵਾਰਦਾਤ ਵੇਖੋ, ਦਾੜੀ ਪਗੜੀ ਵਾਲੇ ਬੰਦੇ ਸਾਹਮਣੇ ਬਿਠਾ ਕੇ ਔਰ ਉਹ ਜਿਹੜਾ ਵੇ ਲੋਕਾਂ ਨੂੰ ਇਹ ਬਾਵਰ ਕਰਵਾਉਂਦੇ ਨੇ ਕਿ ਸਾਡੇ ਨਾਲ ਉਲਮਾਏ ਇਕਰਾਮ ਵੀ ਸਾਡੇ ਨਾਲ ਨੇ, ਹਾਲਾਂਕਿ ਉਹ ਪਤਾ ਨਹੀਂ ਬੰਦੇ ਕੌਣ ਨੇ। ਇੱਕ ਫਰਜ਼ੀ ਜੇ ਕਰੈਕਟਰ, 2 ਕਰੈਕਟਰ ਸਾਹਮਣੇ ਬਿਠਾ ਛੜੇ ਨੇ ਔਰ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ, ਕੁਝ ਪਤਾ ਨਹੀਂ ਉਹ ਦਾੜੀਆਂ ਵੀ ਉਹਨਾਂ ਨੇ ਨਕਲੀ ਲਾਈਆਂ ਨੇ ਜਾਂ ਕੀ ਹਿਸਾਬ ਹੈ, ਅੱਲਾ ਹੀ ਜਾਣਦਾ ਹੈ। ਔਰ ਫਿਰ ਹੈਰਤ ਦੀ ਗੱਲ ਹੈ ਵੇ ਕਿ ਇਹ ਕੋਈ ਸਾਡਾ ਇਦਾਰਾ ਮੁਤਹਰਕ ਨਹੀਂ ਹੋ ਰਿਹਾ, ਹਜੇ ਤੱਕ ਕੋਈ ਇੱਕ FIR ਨਹੀਂ ਕੱਟੀ। ਹਾਲਾਂਕਿ ਇਮਾਮ ਮਹਿਦੀ ਨੂੰ ਮੰਨਣ ਵਾਲੇ ਇਹ ਸ਼ੀਆ ਹਜ਼ਰਾਤ ਜ਼ਿਆਦਾ ਮਤਲਬ ਪਾਵਰ 'ਚ ਨੇ, ਤੇ ਉਹਨਾਂ ਦੀ ਤਰਫੋਂ ਵੀ ਕੋਈ ਨਹੀਂ ਹੁੰਦਾ, ਕੋਈ FIR ਕੱਟਦੀ ਹੈ, ਕੋਈ ਕੁਝ ਨਹੀਂ ਇੰਦਾ ਹਿਸਾਬ ਦਾ। ਉਸਤਾਦ ਮੁਹਤਰਮ, ਇਹ ਅਵੈਸ ਤੇ ਪਿਛਲੇ ਕੋਈ 4-5 ਸਾਲ ਤੋਂ ਕਿਆਮਤ ਦੀਆਂ ਨਿਸ਼ਾਨੀਆਂ ਦੱਸਦਾ ਹੁੰਦਾ ਸੀ YouTube ਉੱਤੇ ਫੇਸਬੁੱਕ ਤੇ। ਜਦੋਂ ਉਹਦੇ ਫਾਲੋਅਰਸ ਨੇ ਤੇ ਇਹਨੇ ਉਹਨੂੰ ਜਿਹੜਾ ਨਾ ਉਹ ਨਿਸ਼ਾਨੀਆਂ ਨੂੰ ਉਹਦੇ ਨਾਲ ਜੋੜਨਾ ਸ਼ੁਰੂ ਕਰਤਾ, ਕਾਸਮ ਦੇ ਨਾਲ।
ਮੈਂ ਤੁਹਾਨੂੰ ਇੱਕ ख्वाब ਦੱਸਣਾ ਵਾ। ਰਾਤ ਨੂੰ ਮੈਨੂੰ ख्वाब ਆਇਆ ਹੈ ਕਿ ਬੜੇ ਜ਼ਲਜ਼ਲੇ ਆ ਰਹੇ ਨੇ ਪਾਕਿਸਤਾਨ ਦੇ ਵਿੱਚ। ਚਲੋ ਇਹ ਮੇਰੀ ਅੱਜ ਦੀ ਨੋਟ ਕਰੋ ਜੀ, ਇਹ ਮੇਰਾ ख्वाब। ਇਹ ਸਾਰਾ ਕੁਝ ਉਮਰ ਸ਼ਹਿਜ਼ਾਦ ਭਾਈ ਪਲਾਂਟਡ ਹੁੰਦਾ, ਇਹ ਪੂਰੀ ਪਲੈਨਿੰਗ ਦੇ ਨਾਲ ਸਾਰਾ ਕੁਝ ਕਰਦੇ ਆ ਸ਼ੁਰੂ ਤੋਂ ਹੀ। ਇਹ ਨਾ ਨੋਟ ਕਰ ਲਓ ਜੀ। ਤੋ ਅੱਜ ਡੇਟ ਹੈ 10 ਜਨਵਰੀ 2024। ਇਹ ਹੁਣ ਪੂਰੇ ਸਾਲ ਚ ਕਦੀ ਵੀ ਹੋ ਗਿਆ ਨਾ, 24 ਚ ਕੀ 25 ਚ ਹੋ ਜਾਏ, 26 ਚ ਹੋ ਜਾਏ, 27 ਚ ਹੋ ਜਾਏ, 28 ਚ, ਕਦੀ ਜ਼ਲਜ਼ਲਾ ਤੇ ਆਏਗਾ ਨਾ ਯਾਰ। ਤੇ ਕਿਆ ਮੁਬਸ਼ਰ ਸ਼ਾਹ ਸੱਚਾ ਹੋ ਜਾਏਗਾ? ਹੈ ਫਿਰ ਮੈਨੂੰ ਇਮਾਮ ਮਹਿਦੀ ਮੰਨ ਲਓਗੇ ਤੁਸੀਂ? ਉਹ ਤਾਂ ਭਾਈ ਹਦੀਸਾਂ ਦੇ ਵਿੱਚ ਆਇਆ ਕਿ ਭਾਈ ਕੁਰਬੇ ਕਿਆਮਤ ਚ ਜ਼ਲਜ਼ਲੇ ਆਣੇ ਨੇ। ਤੇ ਮੈਂ ਤੇ ਉਹ ਮੈਂ ਮਤਲਬ ਉਹ ਹਦੀਸਾਂ 'ਚ ਜੋ ਕੁਝ ਲਿਖਿਆ ਹੈ ਉਹਨਾਂ ਨੂੰ ख्वाब ਨਾ ਬਣਾ ਕੇ ਪੇਸ਼ ਕਰੀ ਜਾਵਾਂ। ਲੋ ਜੀ ख्वाब ਮੈਨੂੰ ਆਇਆ। ਉਹ ਦੱਸੋ, ਉਹ ਮੇਰੀ ਸੱਚਾਈ ਦੀ ਦਲੀਲ ਹੈ ਜਾਂ ਹਜ਼ੂਰ अलैहिस्सलाम ਦੀ ਸੱਚਾਈ ਦੀ ਦਲੀਲ ਹੈ ਭਾਈ? ਉਹ ਡਰਾਮੇ ਬਾਜ਼ੀਆਂ ਹੋ ਰਹੀਆਂ ਨੇ ਬਸ, ਕੋਈ ਯਕੀਨ ਮੰਨ। और ਉਹਦੀ ਤੇ ਸ਼ਕਲ ਵੀ ਇੰਜ ਲੱਗਦੀ ਉਸਤਾਦ, ਮਤਲਬ ਜਿਵੇਂ ਕੋਈ ਉਹ ਖੁਸਰਾ ਠੀਕ ਕਰਾ ਕੇ ਬੰਦੇ ਨੇ ਹਾਂ ਸੱਚੀ ਗੱਲ, ਅੱਲਾ ਦੀ ਕਸਮ ਤੁਸੀਂ ਵੇਖ ਲਓ ਦੀ ਵੀਡੀਓ, ਇੰਜ ਕੁੜੀਆਂ ਵਾਂਗ ਐਕਟਿੰਗ ਕਰੇਗਾ। ਹਿਜੜਾ ਟੈਪ ਹੈ ਗੱਲ ਕਰੇਗਾ। ਚਾਈਨਾ ਦਾ ਜਾਂ ਪਾਕਿਸਤਾਨ ਦਾ ਪਤਾ ਨਹੀਂ ਜੀ ਕਿੱਥੋਂ ਦਾ ਹੈ ਉਹ, ਕੋਈ ਸਾਹਮਣੇ ਤੇ ਹੁੰਦੇ ਨਹੀਂ ਖੁੱਲ ਕੇ। ਇੱਕ ਬੰਦਾ ਕੀ ਕਰੇ, ਜਾਂ ਤੇ ਬੰਦਾ ਖੁੱਲ ਕੇ ਸਾਹਮਣੇ ਆ ਖੇਡ ਤੂੰ ਸਾਡੇ ਨਾਲ। ਉਹਦੀ ਵੀਡੀਓ ਆਈ ਹੈ ਨਵੀਂ ਇੱਕ, ਆਂਦਾ ਉਲਮਾ ਇਕਰਾਮ ਮੁਝੇ ਜਵਾਬ ਦੇ। ਚੱਲ ਤੈਨੂੰ ਕੀ ਜਵਾਬ ਦਈਏ ਪਾਗਲਾ ਜੇ ਹੈ, ਉਲਮਾ ਇਕਰਾਮ ਮੁਝੇ ਜਵਾਬ ਦੇ। ਉਹ ਟੁਰਦਾ ਵੀ ਕੁੜੀਆਂ ਆ ਰਹੀ ਏ ਤੇ ਉੱਤੋਂ ਉਹਨੇ ਸੁਰਖੀ ਵੀ ਹਲਕਾ ਲਾਈ ਹੁੰਦੀ, ਮੇਕਅਪ ਸ਼ੇਕਅਪ ਕਰਕੇ ਫੇਰ ਆਂਦਾ ਉਹ। ਨਹੀਂ ਇਹ ਜਿਹੜਾ ਨਾ ਇੱਕ ਦੋ ਵੀਡੀਓ ਦੀ ਮੈਂ ਵੇਖੀ ਏ, ਅਗਰ ਤੇ ਗੱਲ ਸੱਚੀ ਏ ਵਾਕਈ ਪਾਕਿਸਤਾਨ 'ਚ ਕਿਸੇ ਜਗ੍ਹਾ ਉਹਦੇ ਜਲਸੇ ਹੋਏ ਨੇ, ਇਹ ਤੇ ਗੱਲ ਫਿਰ ਬੜੀ ਮਾੜੀ ਏ। ਇੰਨੀ ਆਵਾਮ, ਉਹਦੇ ਆਵਾਮ ਹੁਣ ਕਿੰਨੀ ਬੈਠੀ ਏ, ਉਹ ਕਿੱਥੋਂ ਆ ਗਈ, ਕਿੰਜ ਆ ਗਈ, ਕਿਹੜੇ ਤਰੀਕੇ ਨਾਲ ਆ ਗਈ। ਬਈ ਯਕੀਨੀ ਸੀ ਬਾਤ ਹੈ, ਆਵਾਮ ਇਕੱਠੀ ਕਰਨ ਵਾਸਤੇ ਐਲਾਨ ਕੀਤਾ ਗਿਆ ਕਿਧਰੇ, ਜਾਂ ਬੰਦੇ ਇਕੱਠੇ ਕੀਤੇ ਗਏ ਨੇ। ਉਹ ਐਲਾਨ ਸਾਡੇ ਤੱਕ ਨਹੀਂ ਪਹੁੰਚਿਆ। ਅਗਰ ਕੋਈ ਐਸੀ ਕੋਈ ਐਕਟੀਵਿਟੀ ਹੁੰਦੀ ਤੇ ਪਾਕਿਸਤਾਨ ਦੇ ਕੋਨੇ ਕੋਨੇ ਚ ਇੰਜ ਦਾ ਕੁਝ ਹੋਏ, ਕੋਈ ਇਸ਼ਤਿਹਾਰ ਲੱਗੇ, ਕੋਈ ਹੋਏ, ਤੇ ਸਾਡੇ ਤੱਕ ਉਹ ਖਬਰ ਪਹੁੰਚਾ ਦਿੰਦੇ ਨੇ ਦੁਨੀਆ ਕਿ ਸ਼ਾਇਦ ਇਹ ਫਲਾਂ ਜਗ੍ਹਾ ਤੇ ਇਹ ਕੰਮ ਹੋਣ ਲੱਗਾ ਜੇ। ਔਰ ਅਸੀਂ ਕਦੀ ਕੋਈ ਸੁਣਿਆ ਨਹੀਂ। ਉਹ ਆਵਾਮ ਕਿੰਜ ਇਕੱਠੀ ਕਰ ਲਈ ਤੂੰ? ਤੇ ਫਿਰ ਮੰਨਣਾ ਪਏਗਾ ਨਾ ਕੋਈ ਵੀਡੀਓ ਐਡੀਟਿੰਗ ਹੈ, ਕੋਈ ਹਿਸਾਬ ਤਾਂ ਵੀ ਇਹਨਾਂ ਨੇ ਕੋਈ ਇੰਜ ਦੇ ਲਾਏ ਨੇ। ਸਾਹਿਬ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਸੇ ਦਾ ਵੱਡਾ ਉਸ ਦੇ ਵਿੱਚ ਇੱਕ ਤਕਰੀਰ ਇਸਨੇ ਕਰ ਦਿੱਤੀ ਤੇ ਉਹ ਬਸ ਵੀਡੀਓ ਬਣਾ ਲਈ। ਉਹ ਨਹੀਂ ਜੀ, ਇੱਕ ਨਹੀਂ ਜੀ, ਪੌਣੇ 2 ਘੰਟੇ ਦੀ ਤਕਰੀਰ, ਛੋਟੀ ਮੋਟੀ ਨਹੀਂ। ਅੱਛਾ, ਇੱਕ ਮੁਸਲਸਲ ਜਲਸੇ ਜੋ आज। ਹਾਂਜੀ, पौने 2 घंटे दी। हाँ जी शाह साहब, अब आप सॉफ्टवेयर आए हैं आर्टिफिशियल इंजीनियरिंग के, मतलब एआई इंजीनियरिंग, एआई जो सॉफ्टवेयर निकले ना, जरा वो तो पूरा बना सकते हैं, फिल्म एक कमरे में बन सकती है जो सॉफ्टवेयर नए आए हैं अभी। देखो ये टाइटल है रखा सू, मोहम्मद कासिम का तीसरा खिताब, इमरान खान के बाद आर्मी चीफ को भी खबरदार कर दिया, खुफिया ख्वाबों का इंकशाफ। वेंदे पे सल्यूट मारदा पे ए वीडियो जे। आर्मी चीफ साहब, हम अपने शहादा से जितनी मर्जी पाकिस्तान तो सबसे गुनाह समझना शुरू कर देखें तो आपने कहा नहीं आएंगे, यानी पाकिस्तानी होगी कि लोगों ने शिर्क इस्लाम थे नौज़बिल्ला, इन्हीं भी अल्लाह के सिवा नौज़बिल्ला किसी और पे तो ली जाए ख्वाब, मजाक ना हो रहा। सल्लल्लाहु अलैहि वसल्लम, हम भी उनको सल्लम की चालें थी खाया। अल्लाह मुझे आप भेज की भी एक मिसाल तो अगर तो उसको हम कामयाब होने के उल्टू पता है अल्लाह को थोड़ी देख रहा था, ये अच्छी है तो अपने एक वक्त इसलिए ये जो मुजस्मे बनाना, ये सारे काम जो है ये अल्लाह रब्बुल आलमीन के हैं, ये हम इंसानों के नहीं हैं। खास तौर पे मुसलमान, हम मुसलमानों को तो
ਵੇਂਦੇ ਹੋ ਪਏ ਇਹ ਚੀਜ਼ ਸੁਣੋ ਇਹ ਪਿੱਛੇ ਜਿਹੜੇ ਨੇ ਇਹ ਇੱਕ ਇਹਦੇ ਪਿੱਛੇ ਬੈਠਾ ਜੇ ਪੱਗ ਵਾਲਾ ਬੰਦਾ ਜਿਵੇਂ ਇੱਕ ਦਾੜੀ ਵਾਲਾ ਇਧਰ ਹੈ ਬੈਠਾ ਇਹ ਦੋ ਬੰਦੇ ਵੇਂਦੇ ਹੋ ਪਏ ਇਹ ਚੀਜ਼ ਤੁਹਾਨੂੰ ਮੈਂ ਵਹਾਣੀ ਸੀ ਸਰ ਜੀ ਰੀਅਲ ਐਡੀਟਡ ਤਾਂ ਨਹੀਂ ਕਿਧਰੇ ਬਸ ਜੋ ਵੀ ਹੈ ਵੇ ਐਡੀਟਿੰਗ ਇਹ ਅੱਲਾ ਹੀ ਜਾਣਦਾ ਕੀ ਡਰਾਮੇ ਰਚਾਉਂਦੇ ਨੇ ਪਏ ਕੀ ਕਰ ਰਹੇ ਨੇ ਕੋਈ ਅਦਾਰਾ ਨਹੀਂ ਸਾਡਾ ਜਾਗਦਾ ਪਿਆ ਯਾਰ ਕੋਈ ਬਿਲਕੁਲ ਸੁਨਾਟਾ ਏਡੀ ਵੱਡੀ ਐਕਟੀਵਿਟੀਜ਼ ਹੋ ਰਹੀਆਂ ਨੇ ਔਰ ਮਤਲਬ ਕੋਈ ਟਸ ਤੋਂ ਮਸ ਨਹੀਂ ਹੋ ਰਿਹਾ ਉਹ ਤਾਂ ਸ਼ਾਹ ਸਾਹਿਬ ਨਹੀਂ ਲੱਗਦਾ ਜੀ ਕੋਈ ਪ੍ਰੈਸ ਕਾਨਫਰੰਸ ਕਰਦਾ ਪਿਆ ਵੇ ਹਾਂ ਇੰਜ ਦੇ ਉਹਦੇ ਜਲਸੇ 5-6 ਇਹ ਮੌਜੂਦ ਜੇ ਉਹਦੇ ਚੈਨਲ ਤੇ ਜਾ ਕੇ ਵੇਖੋ ਤੁਸੀਂ ਤੇ ਬਸ ਸਾਡੇ ਅਦਾਰੇ ਚੁੱਪ ਕਰਕੇ ਕਿਉਂ ਬੈਠੇ ਵਾ ਬਿਲਕੁਲ ਅੱਲਾ ਹੀ ਜਾਣਦਾ ਯਾਰ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਵੇ ਕਿ ਸ਼ਾਇਦ ਨਹੀਂ ਪਾਕਿਸਤਾਨ ਦੇ ਵਿੱਚ ਸ਼ੀਆ ਕਮਿਊਨਿਟੀ ਜਿਹੜੀ ਹੈ ਨਾ ਉਹ ਸਟਰੋਂਗ ਹੈ ਸਭ ਤੋਂ ਜ਼ਿਆਦਾ ਸਟਰੋਂਗ ਅਗਰ ਸਮਝਿਆ ਜਾਂਦਾ ਤੇ ਸ਼ੀਆ ਕਮਿਊਨਿਟੀ ਹੈ ਜੀ ਤੇ ਔਰ ਫਿਰ ਇਮਾਮ ਮਹਿਦੀ ਨੂੰ ਤੇ ਉਹ ਬੜਾ ਕੁਝ ਮੰਨਦੇ ਨੇ ਤੇ ਇਮਾਮ ਮਹਿਦੀ ਦੀ ਕਰੇ ਕੋਈ ਤੋਹੀਨ ਜਾਂ ਕੋਈ ਦਾਵਾ ਕਰੇ ਤੇ ਉਹਦੀ ਐਸੀ ਦੀ ਤੈਸੀ ਤੇ ਕੋਈ ਵੀ ਨਹੀਂ ਹਰਕਤ ਹੀ ਨਹੀਂ ਆ ਰਿਹਾ ਜਨਾਬ जी सही बात है शायद साहब ये AI सॉफ्टवेयर से ना ये एडिटिंग हो इतनी क्लियर एडिटिंग हो सकती है कि कोई मान नहीं सकता है कि ओरिजिनल है कि एडिटेड है AI सॉफ्टवेयर जो डब नहीं है बड़ा कुछ दुनिया च बहुत कुछ हो रहा है ਵਿਖਾਇਆ ਕੁਝ ਹੋਰ ਜਾਂਦਾ ਹੈ ਅਸਲ ਕੁਝ ਹੋਰ ਹੁੰਦੀ ਹੈ ਹਕੀਕਤ ਹਾਲ ਕੁਝ ਹੋਰ ਸਮਝ ਆਈ ਕਿ ਨਹੀਂ ਇਹ ਵੇਖੋ ਨਾ ਇਹ ਵੀਡੀਓ ਜ਼ਰਾ ਇਹ ਵੇਖੋ ਤੁਸੀਂ ਤੁਹਾਨੂੰ ਕੁਝ ਅੰਦਾਜ਼ਾ ਹੋਏ ਇਹ ਵੇਖੋ ਇਹ ਨਾਮ ਰੱਖਿਆ ਹੈ ਮੇਰਾ वैस नसीर से कोई तल्लुक नहीं मोहम्मद कासम का मौकफ सामने आ गया मैं किसी को काफर मुनाफिक नहीं कहता है टाइटल है ਇਹ ਹੁਣ ਵੀਡੀਓ ਵੇਖੋ ਹੈਲੋ ਇਹ ਵੇਖੋ ਦਾੜੀ ਪੱਗਾਂ ਵਾਲੇ ਬੰਦੇ ਬਿਠਾਏ ਸੂ ਵੇਖੋ ਹੁਣ ਇਹਨਾਂ ਨੂਰਾਨੀ ਚਿਹਰਿਆਂ ਨੂੰ ਵੇਖ ਕੇ ਤੇ ਕਿਹੜਾ ਬੰਦਾ ਨਹੀਂ ਬਹਿਕੇਗਾ ਦੱਸੋ शाह साहब ਅੱਛਾ ਉਹਨੂੰ ਸੈयद ਵੀ ਬਣਾ ਛੜਿਆ ਨੇ ਨਾ ਉਹਨੂੰ ਸੈयद ਬਣਾ ਛੜਿਆ ਨੇ ਹਾਂ ਨੋਟੀਫਿਕੇਸ਼ਨ ਆ ਰਹੇ ਨੇ ਰਿਪੋਰਟਿੰਗ ਦੇ ਨੋਟੀਫਿਕੇਸ਼ਨ ਆ ਰਹੇ ਨੇ ਵੀਡੀਓ ਨਾ ਚਲਾਓ ਜਾਂ ਬੰਦ ਕਰ ਛੜਿਆ ਬੰਦ ਕਰ ਛੜਿਆ ਤੇ ਜਨਾਬ ਕੀ ਜੇ ਉਹਨੂੰ ਹੁਣ ਬਣਾ ਛੜਿਆ ਅੱਜ ਕੱਲ ਸੈयद ਭਾਈ ਉਹ ਸੈयद ਬਣ ਗਿਆ ਜੇ ਹੁਣ ਚਲੋ ਇਹ ਹੁਣ ਉਹ ਹੀ ਹੈ ਜੋ ਮਿਰਜ਼ੇ ਨੇ ਕੀਤਾ ਸੀ ਪਹਿਲੇ ਉਹ ਦਸਵੰਦੀ ਸੀ ਦਸਵੰਦੀ ਤੋਂ ਸੁੰਦੀ ਬਣਿਆ ਸੁੰਦੀ ਤੋਂ ਜਨਾਬ ਗੁਲਾਮ ਅਹਿਮਦ ਬਣਿਆ ਗੁਲਾਮ ਅਹਿਮਦ ਤੋਂ ਅਹਿਮਦ ਰਹਿ ਗਿਆ ਤੇ ਫਿਰ ਅਹਿਮਦ ਤੋਂ ਬਾਅਦ ਹਜ਼ਰਤ ਅਹਿਮਦ ਸੱਲੱਲਾਹੁ ਅਲੈਹਿ ਵਸੱਲਮ ਬਣ ਗਿਆ ਇਹਦੇ ਨਾਲ ਵੀ ਇਹੋ ਹੀ ਹੋਣਾ ਹੈ ਇਮਾਮ ਮਹਿਦੀ ਦਾ ਵੇ ਮੁਹੰਮਦ ਬਿਨ ਅਬਦੁੱਲਾ ਹੋਏਗਾ ਇਹਨਾਂ ਨੇ ਬਣਾ ਦੇਣਾ ਕਿਸੇ ਤਰੀਕੇ ਕਿ ਇਹ ਮੁਹੰਮਦ ਕਾਸਮ ਤੋਂ ਮੁਰਾਦ ਹੈ ਇਹਦਾ ਸਾਰਾ ਫਸਟ ਨੇਮ ਹੈ ਮੁਹੰਮਦ ਤੇ ਉਹ ਅਬਦੁਲ ਕਰੀਮ ਦੇ ਪਿਓ ਦਾ ਨਾਂ ਹੈ ਤੇ ਉਹਦੇ ਤੋਂ ਮੁਰਾਦ ਵੇ ਅਬਦੁੱਲਾ ਡਰਾਮਾ ਹੋ ਜਾਣਾ ਇੰਜ ਵੇਖਿਆ ਜੇ ਅੱਗੇ ਜਾ ਕੇ ਇੰਜ ਹੋ ਜਾਏਗਾ ਅਗਰ ਇਹ ਕਾਸਮ ਜਿਹਦੀ ਤੁਸੀਂ ਵੀਡੀਓ ਲਾਈ ਹੈ ਕਲੀਨ ਸ਼ੇਵ ਤੇ ਇਹਨੂੰ ਤੇ ਮੈਂ ਫੇਸਬੁੱਕ ਤੇ ਬੜਾ ਵੇਖਿਆ ਹਾਂਜੀ ਉਹੀ ਇਹ ਕੋਈ ਸੂਫੀਜ਼ਮ ਨੂੰ ਸਪਰੈਡ ਕਰ ਰਿਹਾ ਸੀ ਪਹਿਲੇ ਨਹੀਂ ਜੀ ਸੂਫੀਜ਼ਮ ਅਸੂਲਾਂ ਦੇ ਤਹਿਤ ਹੈ ਸੂਫੀਜ਼ਮ ਵੀ ਇੱਕ ਅਸੂਲਾਂ ਦੇ ਤਹਿਤ ਹੈ ਕੁਝ ਵੀ ਨਹੀਂ ਹੈ ਮਤਲਬ ਪਾਗਲ ਜਿਹਾ ਆਦਮੀ ਜੇ ਚਰਸੀਆ ਜਿਹਾ ਆਦਮੀ ਹੈ ਸੂਫੀਅਤ ਇੱਕ ਅਲੱਗ ਚੀਜ਼ ਹੈ ਸੂਫੀਜ਼ਮ ਇੱਕ ਅਲੱਗ ਚੀਜ਼ ਉਹਦੇ ਕਾਇਦੇ ਜ਼ਾਬਤੇ ਨੇ ਉਹਦੇ ਕੋਈ ਅਸੂਲ ਨੇ ਬਗੈਰ ਅਸੂਲਾਂ ਤੋਂ ਨਹੀਂ ਹੁੰਦਾ ਤੁਸੀਂ ਆਪੇ ਹਿਸਾਬ ਲਾਓ ਕਿ ਸੂਫੀਜ਼ਮ ਦੇ ਵਿੱਚ ਕਵਾਲੀ ਉਹਨੂੰ ਸਿਮਾ ਕਿਹਾ ਜਾਂਦਾ ਸਿਮਾ ਮਹਿਫਲੇ ਸਿਮਾ ਦੀਆਂ ਸ਼ਰਾਇਤ ਜਿਹੜੀਆਂ ਲਿਖੀਆਂ ਗਈਆਂ ਨੇ ਉਹਦੇ ਚ ਇਹ ਵੇ ਕਿ ਉਹ ਮਹਿਫਲੇ ਸਿਮਾ ਦੇ ਵਿੱਚ ਉਹ ਬੰਦਾ ਸ਼ਰੀਕ ਹੋਏ ਕਿ ਜਿਹਦੀ ਕਦੀ ਕੋਈ ਨਮਾਜ਼ ਕਜ਼ਾ ਨਹੀਂ ਹੋਈ ਬਾਰਿਸ਼ ਹੋਏ ਸੋਮੋ ਸਲਾਤ ਦਾ ਪਾਬੰਦ ਹੋਏ ਬਾਵੁਜ਼ੂ ਹੋ ਕੇ ਮਹਿਫਲੇ ਸਿਮਾ ਦੇ ਵਿੱਚ ਸ਼ਿਰਕਤ ਕਰੇ ਹੁਣ ਐਸੀਆਂ ਸ਼ਰਾਇਤ ਨੇ ਸੂਫੀਜ਼ਮ ਹੀ ਅਗਰ ਕਿਹਾ ਜਾਏ ਉਹ ਕਿਸੇ ਅਸੂਲਾਂ ਦੇ ਤਹਿਤ ਹੈ ਉਹ ਇੰਜ ਦੀ ਸੂਫੀਅਤ ਨਹੀਂ ਹੈ ਮੈਂ ਕਿਹਾ ਮੈਂ ਇਹ ਨਹੀਂ ਕਿਹਾ ਵੀ ਉਹ ਸਹੀ ਕਰ ਰਿਹਾ ਸੀ ਜਾਂ ਉਹਦੀ ਪ੍ਰੀਚਿੰਗ ਸਹੀ ਸੀ ਜਾਂ ਗਲਤ ਸੀ ਲੇਕਿਨ ਮੈਨੂੰ ਇਹਦੇ ਕੋਈ 2-3 ਲੈਕਚਰ ਸੁਣੇ ਸਨ ਫੇਸਬੁੱਕ ਤੇ ਉਹ ਜਿਹੜਾ AR ਬਾਈ ਤੇ ਨਹੀਂ ਸੀ ਆਮਦਾ ਉਹ ਮੋਟਾ ਜਿਹਾ ਦਾ ਕੀ ਨਾਂ ਸੀ AR ਬਾਈ ਤੇ ਮੋਟਾ ਜਿਹਾ ਡਾਕਟਰ ਸ਼ਾਹਦ ਮਸੂਦ ਉਹ ਵੀ ਐਂਡ ਹੈ
डॉक्टर नहीं शाहद नहीं मसूद। ਯਾਰ ਡਾਕਟਰ ਸ਼ਾਹਿਦ ਮਸੂਦ ਤੇ ਐਂਕਰ ਹੈ ਨਾ, ਉਹ ਵੀ ਕੋਈ ਸੂਫੀਜ਼ਮ ਦਾ ਪ੍ਰਚਾਰ ਕਰਦਾ ਸੀ, ਮੈਨੂੰ ਸ਼ੱਕ ਪੈਂਦਾ ਉਹਨੂੰ ਕੋਟ ਕਰਦਾ ਹੁੰਦਾ ਸੀ। ਉਹ ਨਹੀਂ ਮੋਟਾ ਜਿਹਾ ਪਹਿਲੇ ਤੇ ਮੋਟਾ ਜਿਹਾ ਮੈਂ ਭਾਰਾ ਜਿਹਾ ਬੰਦਾ ਸੀ 에ਅਰਵਾਈ ਤੇ ਪ੍ਰੋਗਰਾਮ ਕਰਦਾ ਸੀ, ਉਹਦਾ ਨਾਮ ਮੇਰੇ ਜ਼ਿਹਨ 'ਚ ਨਹੀਂ ਪਿਆ ਆਉਂਦਾ ਪ੍ਰੋਗਰਾਮ ਦਾ ਯਾਰ। ਨਹੀਂ, ਇਹਨੇ ਨਹੀਂ ਕਦੀ ਕਿਸੇ ਨੂੰ ਪ੍ਰਮੋਟ ਨਹੀਂ ਕੀਤਾ, ਨਾ ਹੀ ਇਹਨੇ ਕੋਈ ਦਾਵਾ ਕੀਤਾ ਕਿ ਮੈਂ ਕਿਸੇ ਦਾ ਮੁਰੀਦ ਹਾਂ, ਜਾਂ ਇਹਨੇ ਇਹ ਵੀ ਕੋਈ ਨਹੀਂ ਦਾਵਾ ਕੀਤਾ ਮੇਰਾ ਕਿਸੇ ਫਿਰਕੇ ਨਾਲ ਕੋਈ ਤਲਕ ਹੈ। ਹਜੇ ਤੱਕ ਐਸੀ ਕੋਈ ਚੀਜ਼ ਇਹਦੀ ਸਾਹਮਣੇ ਨਹੀਂ ਆਈ। ਹੁਣ ਗੇਮ ਇਹ ਹੋ ਰਹੀ ਹੈ ਨਾ, ਪਰਚਾ ਕੱਟੇਗਾ ਤੇ ਪਰਚਾ ਕੱਟੇਗਾ ਕਿਹਦੇ ਤੇ ਕਿਸ ਬੇਸ ਤੇ ਕੱਟੇਗਾ? ਬਈ ਜੇ ਤੇ ਤੁਸੀਂ ਇਮਾਮ ਮਹਿਦੀ ਦਾ ਇੱਕ ਪਰਚਾ ਕਟਵਾਓਗੇ ਅਵੈਸ ਨਸੀ ਦੇ ਤੇ ਕਾਸਮ ਤੇ ਕਾਸਮ ਨੇ ਕਹਿਣਾ ਮੇਰਾ ਦਾਵਾ ਵਹਾ ਦਿਓ ਮੈਂ ਕਿੱਥੇ ਕੀਤਾ ਹੈ। ਜੇ ਕਟਵਾਓਗੇ ਅਵੈਸ ਨਸੀਰ ਦੇ ਤੇ ਉਹਨੇ ਨਿਕਲ ਜਾਣਾ ਕਿ ਮੇਰਾ ਇੱਕ ਮੌਕਫ ਹੈ ਬਸ। ਹੁਣ ਆਪਾਂ ਨਾ ਮੌਕਫ ਦੇ ਵਿੱਚ ਤੇ ਕੋਈ ਨਹੀਂ ਨਾ ਪਰਚੇ ਕੱਟਦੇ। ਆਹੋ ਉਹਨੇ ਤਾਂ ਇਹੀ ਕਹਿਣਾ, ਉਹਨੇ ਕਹਿਣਾ ਮੇਰੀ ਆਪਣੀ ਇਹ ਸੋਚ ਆ ਕਿ ਮੈਨੂੰ ਮੇਰੀ ਲੱਗਦਾ ਸੋਚ ਹੈ ਬਸ, ਉਹਨੇ ਇਸ ਗੱਲੋਂ ਨਿਕਲ ਜਾਣਾ। ਹਾਂ ਇਹ ਬੜੀ ਇੱਕ ਪ੍ਰੀ ਪਲਾਨ ਤਰੀਕਾ ਹੈ ਵਾਰਦਾਤ ਇੱਕ। हेलो सलाम, मेरी आवाज आ रही है आप लोगों को? वालेकुम सलाम, आ रही है आवाज? खान बलोच साहब बोलें। जी मुझे पूछ रहे हैं कि क्या हो रहा है, मुझे कुछ समझ में नहीं आ रहा है, आप लोग कुछ एक्सप्लेन कर सकते हो क्या हो रहा है यहाँ पर? यहाँ पर डिस्कस हो रही है पाकिस्तान में दावा महदूवियत करने वाले कुछ लोग हैं, एक दो, उनके बारे में डिस्कस हम कर रहे हैं। आप किसी को जानते हैं जिसने महदी होने का, इमाम महदी होने का दावा किया? तो किसी को नहीं जानता, इंसान में नहीं रहता हूँ, लेकिन लोग जो बोल रहे हो तो उनके खिलाफ कोई एक्शन कुछ वगैरह कुछ हो रहा है या नहीं? यही तो हम डिस्कस करें। एक्शन हो भी सकता है कि नहीं हो सकता अगर एक बंदा इमाम महदी होने का दावा करे तो। ये नीचे मिर्जाई ये भी पूछ रहा है कि आप इसको हाईलाइट क्यों कर रहे हो? आप मिर्जा कादियानी के दावा महदूवियत को हाईलाइट क्यों कर रहे हो? हाँ भाई, यूजर 739 साहब आप कुछ बात करना चाहते हैं? बोलिए मोहतरम, आपके लिए जगह बनाई गई है, एक बंदे को नीचे उतार के आपको कॉल पर लिया गया है, आप कोई बात करना चाहते हैं? यूजर 73964647 मजे रहना है इंज लगता। अच्छा, मैं ये पूछ रहा था कि अगर कोई बंदा दावा करे तो पाकिस्तान में पर्चा हो जाता है इस पर? नाराज हो गए ने, इन्होंने भी नहीं दसना। शाह साहब जिस तरह तुसा ख्वाब जिक्र किया जलजले वाला जी, ਤੇ ਕਾਦੀਆਨੀ ਮਿਰਜ਼ਾਈ ਕਹਿੰਦੇ ਨੇ ਭਾਈ ਜੀ ਸਾਡੇ ਪਰਦਾਦੇ ਨੂੰ ख्वाब ਆਇਆ ਸੀ, ਪਤਾ ਨਹੀਂ ਸੀ ਜਿਸ ਦੀ ਸ਼ਕਲ ਮਿਰਜ਼ਾ ਸਾਹਿਬ ਵਾਲੀ ਸੀ। ਫਿਰ ਫੋਟੋ ਦੇਖਿਆ, ਇਸ਼ਤਿਹਾਰ ਦੇਖਿਆ ਤੇ ਉੱਥੇ ਜਾ ਕੇ ਤੇ ਉਹਨਾਂ ਦੀ ਮੁਹੱਬਤ ਵਿੱਚੋਂ ਗ੍ਰਿਫਤਾਰ ਹੋ ਗਏ, ਲਿਹਾਜ਼ਾ ਸਾਡੀ 7ਵੀਂ ਨਸਲ ਹੁਣ ਮਿਰਜ਼ਾਈ ਹੈ। ਤੇ ਉਹ अच्छा मुर्तजा भाई, कादियानी कैसे आवाज दूर चलेगी ताड़ी। ਕਾਦੀਆਨੀ ਹੈ, ਅਸੀਂ ਕੋ ਆਪਣੀ ਗੱਲ ਕਰ ਰਹੇ ਹਾਂ ਆਪਸ ਚ, ਤੇ ਕਾਦੀਆਨੀ ਨੇ ਥੱਲੇ ਕਮੈਂਟ ਕਰਕੇ ਕਿਹਾ ਨਹੀਂ ਜੀ ਅਸੀਂ ਹੈਗੇ, ਸਾਡੀ ਛਿੱਤਰ ਬਰੇਡ ਕਰੋ। ਉਹ ਤੇ ਠੀਕ ਹੈ। ਮੈਂ ਮੁਫਤੀ ਸਾਹਿਬ ਤੁਹਾਡੀ ਮੌਜੂਦਗੀ ਚ ਤੁਸਾਨੀ ਚ ਮਿਰਜ਼ਾ ਮਸਰੂਰ ਮੇਰੀ ख्वाब ਵਿੱਚ ਆਇਆ ਤੇ ਉਹ ਮੇਰੇ ਕੋਲੋਂ ਕੋਈ ਜੁਰਮ ਕਰਾਉਣ ਲੱਗਾ ਸੀ, ਲੇਕਿਨ ਮੈਨੂੰ ਤੇ ਕੋਈ ਅਸਰ ਨਹੀਂ ਹੋਇਆ, ਐਸਾ ਰੂਹਾਨੀਅਤ ਮਹਿਸੂਸ ਨਹੀਂ ਹੋਈ। ਮੈਂ ਆਖਿਆ ਇਹ ਤੇ ਉਹ ਬੰਦਾ ਹੈ ਜਿਸ ਦੇ ਬਾਰੇ ਸਾਰਾ ਦਿਨ ਅਸੀਂ ਗੱਲ ਕਰਨੇ ਆ, ਟੀਵੀ ਤੇ ਦੇਵੇ ਨੇ ਆਪਣੇ MTA ਤੇ ਅੱਗੇ ਪਿੱਛੇ ਸਾਰੇ ਹੀ। ਤੇ
ਹੱਥ ਪਕੜ ਕੇ ਮੈਨੂੰ ਸੀੜੀਆਂ ਦੇ ਜ਼ਰੀਏ ਉੱਤੇ ਲੈ ਗਿਆ ਤੇ ਮੇਰਾ ਆਪਣਾ ਹੀ ਬੈੱਡਰੂਮ, ਤੇ ਉਹ ਜਾ ਕੇ ਬੈੱਡ ਤੇ ਬਹਿ ਗਿਆ ਤੇ ਮੇਰੀ ਅੱਖ ਖੁੱਲ ਗਈ। ਮੈਂ ਕਿਹਾ ਲੈ ਬਈ ਉਹ ਇੰਜ ਦੇ ਯਕੀਨ ਖਾਬ ਸਾਨੂੰ ਵੀ ਬੜੇ ਹੁੰਦੇ ਜੇ, ਯਕੀਨ 3-4 साल हो गए इस ख्वाब की। ਬੜੇ ਬੜੇ ਖਾਬ ਆਉਂਦੇ ਨੇ, ਯਕੀਨ। ਅੱਛਾ ਜੀ, ਤੁਸੀਂ ਪੁੱਛ ਰਹੇ ਸੋ ਪਰਚੇ ਵਾਲੀ ਗੱਲ, ਉਹ ਪਰਚਾ ਹੋ ਜਾਂਦਾ ਹੈ ਜੀ। ਪਰਚਾ ਹੋ ਜਾਂਦਾ ਹੈ ਜੀ? ਕੀ ਕਾਨੂੰਨ ਹੈ ਜੀ? ਕੋਈ ਕਾਨੂੰਨ ਸਮਝਾਓ। ਉਹ ਜੀ ਆਪਣਾ ਇੱਕ ਤੇ ਹੁੰਦਾ ਹੈ, ਜੇ ਤੇ ਉਹ ਬਲਾਸਫੇਮੀ ਕਰੇ ਤੇ ਫਿਰ ਤੇ ਬਲਾਸਫੇਮੀ ਦਾ ਪਰਚਾ ਹੁੰਦਾ ਹੈ ਨਾ, ਤੋਹੀਨ ਦਾ। ਜੇ ਤੋਹੀਨ ਕਰੇ ਤੇ ਜੇ ਤੋਹੀਨ ਨਾ ਕਰੇ ਤੇ ਫਿਰ ਨਕਸ਼ੇ ਅਮਨ ਦਾ ਹੁੰਦਾ ਹੈ ਪਰਚਾ। ਨਕਸ਼ੇ ਅਮਨ ਵਿੱਚੋਂ ਗ੍ਰਿਫਤਾਰ ਕਰ ਲੈਂਦੇ ਨੇ ਉਹਨੂੰ ਪੁਲਿਸ ਜਿਹੜੀ ਹੈ। ਨਹੀਂ, ਗੱਲ ਐ ਵੇ ਕਿ ਇਹ ਛੋਟੇ ਮੁਕੱਦਮਾਤ ਨੇ, ਇਹ ਇਹਨਾਂ ਤੋਂ ਬੜੇ ਆਰਾਮ ਨਾਲ ਐ ਨਾ ਜਿਵੇਂ ਆਟੇ ਤੋਂ ਨਮਕ, ਆਟੇ ਚੋਂ ਨਹੀਂ ਵਾਲ ਕੱਢੀ ਦਾ, ਇੰਜ ਨਿਕਲ ਜਾਂਦੇ ਨੇ ਇਹ ਬਚ ਕੇ। ਨਹੀਂ ਮੁਫਤੀ ਸਾਹਿਬ, ਜਿਹੜੀ ਇਹ ਆਪਣਾ 16 MP ਹੁੰਦੀ ਹੈ ਨਾ, ਉਹਨਾਂ ਕਾਬਲੇ ਜ਼ਮਾਨਤ ਜੁਰਮ ਹੁੰਦਾ, ਉਹਦੇ ਵਿੱਚੋਂ ਫਿਰ ਉਹਨੂੰ ਅਦਾਲਤ ਵੀ ਉਹਦੀ ਨਹੀਂ ਲੈਂਦੀ ਬੇਲ। ਉਹ ਇੱਕ ਕਿਸਮ ਦੀ ਉਹਦੀ ਜਿਹੜੀ ਸੇਫ ਕਸਟਡੀ ਵੀ ਉਹਨੂੰ ਕੰਸੀਡਰ ਕਰਦੇ ਨੇ, ਉਹ ਕਿ ਇਸ ਬੰਦੇ ਦੀ ਵੀ ਜਾਨ ਨੂੰ ਖਤਰਾ ਹੈ, ਉਹਨੂੰ ਮਾਰ ਨਾ 16 MP ਇਹਦੇ ਤੇ ਵੀ ਲੱਗੀ ਸੀ, ਇੰਜੀਨੀਅਰ ਮਿਰਜ਼ਾ ਤੇ ਵੀ, ਉਹ ਤੇ ਆਰਾਮ ਨਾਲ ਨਿਕਲ ਗਿਆ ਇਹਦੇ। ਉਹ ਤੇ ਫਿਰ ਹੁਣ ਜੱਜ ਕਿਸੇ ਨੇ ਉਹਨੂੰ ਫੇਵਰ ਦੇ ਦਿੱਤੀ ਹੈ ਨਾ। ਬੜੇ ਰੋਲੇ ਨੇ ਬਾਜੀ, ਕੋਈ ਤਗੜਾ ਹੱਥ ਪੈਣਾ ਚਾਹੀਦਾ, ਤਗੜਾ ਜਿਹਾ। 16 MP ਤੋਂ ਤਗੜਾ ਗੱਲ ਐ ਵੇ ਕਿ ਹੁਣ ਵੇਖੋ ਸਾਡੇ ਕੋਲ ਤੇ ਉਹ ਮਸ਼ੀਨਰੀ ਕੋਨੀ, ਸਾਡੇ ਕੋਲ ਸਹੂਲਤਾਂ ਕੋਨੀ ਹੈ, ਤੇ ਸਾਈਬਰ ਕ੍ਰਾਈਮ ਕੋਲ, FIA ਕੋਲ ਇਹ ਸਹੂਲਤਾਂ ਨੇ, ਬੰਦੇ ਨੂੰ ਟਰੇਸ ਕਰ ਸਕਦੇ ਨੇ, ਲੱਭ ਸਕਦੇ ਨੇ। ਔਰ ਤੇ ਅਦਾਰੇ ਸਾਡੇ ਉਹਨਾਂ ਤੱਕ ਆਵਾਜ਼ ਪਹੁੰਚਾਈ ਜਾਏ। ਅਗਰ ਕੋਈ ਸੁਣ ਰਿਹਾ ਹੈ, ਵੇਖ ਰਿਹਾ ਹੈ, ਤੇ ਜਿਹਦਾ ਹੱਥ ਪੈਂਦਾ ਹੈ ਉਹ ਆਵਾਜ਼ ਪਹੁੰਚਾਓ ਭਾਈ ਇਹਨਾਂ ਤੱਕ ਕਿ ਇਹਨਾਂ ਨੂੰ ਗ੍ਰਿਫਤਾਰ ਕਰੋ ਭਾਈ। ਹਾਂਜੀ, ਫੜੋ ਇਹਨਾਂ ਨੂੰ। ਇਹਨਾਂ ਤੇ ਇਹ ਸਾਈਬਰ ਕ੍ਰਾਈਮ ਵਾਲੇ ਜਿਹੜੇ ਨੇ, ਸਾਈਬਰ ਕ੍ਰਾਈਮ ਵਾਲੇ, ਉਹਨਾਂ ਨੂੰ ਕਿਹੜਾ ਇਦਾਰਾ ਜ਼ੋਰ ਪਾ ਸਕਦਾ ਹੈ? ਉਹ ਇਦਾਰਾ ਦੱਸੋ। ਸਾਈਬਰ ਇੱਕ ਤੇ ਹੁੰਦਾ ਵੇ ਕਿ ਇਹਦਾ ਨਾਮ ਹੈ FIA, ਠੀਕ ਹੈ। ਤੇ FIA ਤੇ ਖੁਦ ਬੜੀ ਮਤਲਬ ਸਟਰੋਂਗ ਹੈ ਨਾ, ਔਰ ਇਹ ਬੜਾ ਕੁਝ ਕਰ ਸਕਦੇ ਨੇ, ਔਰ ਇਹਨਾਂ ਕੋਲ ਅਥਾਰਟੀ ਵੀ ਹੈ, ਔਰ ਇਹ ਬੰਦਿਆਂ ਨੂੰ ਟਰੇਸ ਕਰਨਾ, ਇਹਨਾਂ ਨੂੰ ਲੱਭਣਾ, ਇਹਨਾਂ ਨੂੰ ਖੁੱਡ ਚੋਂ ਕੱਢਣਾ ਇਹਨਾਂ ਦਾ ਕੰਮ ਹੈ। ਉਹ ਨਾ ਕਰਨ ਤੇ ਇੱਕ ਅਲੱਗ ਚੀਜ਼ ਹੈ, ਲੇਕਿਨ ਇਹਨਾਂ ਦਾ ਕੰਮ ਹੈ। ਤੇ ਹੋਰ ਵੀ ਅਦਾਰੇ ਹੋਣਗੇ, ਲੇਕਿਨ ਬਹਰਹਾਲ ਮੁਫਤੀ ਸਾਹਿਬ FIA ਹੀ ਕਾਫੀ ਹੈ। ਜੀ FIA ਵੀ, ਤੇ ਜਿਹੜੀ ਪੁਲਿਸ ਹੈ ਨਾ ਜੀ, ਆਪਣਾ ਡਿਸਟ੍ਰਿਕਟ ਲੈਵਲ ਤੇ ਹਰ ਜ਼ਿਲ੍ਹੇ ਵਿੱਚ ਸਾਈਬਰ ਕ੍ਰਾਈਮ ਵਿੰਗ ਹੁੰਦਾ ਹੈ, ਹਰ ਮਤਲਬ SP ਦੇ ਅੰਡਰ। ਨਹੀਂ ਜੀ, ਇਹ ਨਾ ਪੁਲਿਸ ਵਾਲੇ ਤੁਹਾਨੂੰ ਰੈਫਰ ਕਰ ਦੇਣਗੇ FIA। ਉਹ ਤੁਸੀਂ ਪਰਚਾ ਕਟਵਾਉਣ ਜਾਓਗੇ ਜਾਂ ਦਰਖਾਸਤ ਦੇਵੋਗੇ, ਉਹਨਾਂ ਕਹਿੰਦੇ ਸਾਡਾ ਨਹੀਂ ਹੈ ਬਾਈ। ਇਹ ਸੋਸ਼ਲ ਮੀਡੀਆ ਸਾਈਬਰ ਕ੍ਰਾਈਮ ਦਾ ਕੇਸ, ਔਰ ਸਾਈਬਰ ਕ੍ਰਾਈਮ ਨੂੰ ਹੈਂਡਲ ਕਰ ਰਹੀ ਹੈ FIA। ਅੱਛਾ, ਉਹਨਾਂ ਨੇ ਜਾਨ ਛੁਡਾ ਦੇਣੀ। शाह साहब, ये सारी वजारत दाखिला ही है ना, इंटीरियर मिनिस्ट्री? जी हाँ, जी हाँ जी। FIA ਮਿਨਿਸਟਰੀ ਦੇ ਅੰਡਰ ਹੈ ਜੀ। FIA ਜਿਹੜਾ ਆਪਣਾ ਫੈਡਰਲ ਗਵਰਨਮੈਂਟ ਦੇ ਇੰਟੀਰੀਅਰ ਮਿਨਿਸਟਰੀ ਦੇ ਅੰਡਰ ਹੈ ਜੀ। ਤੇ ਕਮ ਅਜ਼ ਕਮ ਇੱਧਰ ਹੈ ਵੇ ਕਿ ਕੋਈ ਸਾਡੀ ਗੱਲ ਸੁਣ ਕੇ ਤੇ ਕੋਈ ਐਕਸ਼ਨ ਲਵੇ, ਤੇ ਫਿਰ ਸਹੀ ਵਾਲਾ ਐਕਸ਼ਨ ਲੈਣਾ, ਇੰਜ ਉਹਨੂੰ ਲੂਲਾ ਲੰਗੜਾ ਐਕਸ਼ਨ ਨਹੀਂ। ਤੇ 5 7 10 ਬੰਦੇ ਰਲ ਕੇ ਜਾਇਆ ਜੇ ਤੇ ਗੱਲ ਕਰਿਆ ਜੇ, ਤੇ ਅਸਰ ਰਸੂਖ ਵਾਲੇ ਬੰਦੇ ਲੈ ਕੇ ਜਾਇਓ ਜੇ FIA ਦੇ ਆਫਿਸ ਦੇ ਵਿੱਚ, ਤੇ ਔਰ ਪਰਚਾ ਕਟਵਾ ਕੇ ਤੇ ਇਨਕੁਆਇਰੀ ਵੀ ਕਰਵਾਉਣੀ ਹੈ। ਇਹਨਾਂ ਨੂੰ ਪੁੱਛਣਾ ਵੇ ਕਿ ਦੱਸੋ ਸਾਨੂੰ ਕਿ ਬੰਦਾ ਪਾਕਿਸਤਾਨ ਹੈ ਜਾਂ ਪਾਕਿਸਤਾਨ ਨੂੰ ਬਾਹਰ ਬੈਠੇ ਨੇ ਦੋਵੇਂ ਹੀ, ਅਵੈਸ ਨਸੀਰ ਤੇ ਕਾਸਮ, ਇਹ ਕਿੱਥੇ ਨੇ? ਇਹ ਤੁਸੀਂ ਉਹਨਾਂ ਨੂੰ ਪੁੱਛਣਾ ਹੈ। ਤੇ ਫਿਰ ਕੋਈ ਬੰਦਾ ਜਿਹੜਾ ਨਾ ਵੀਡੀਓ ਬਣਾ ਕੇ ਅਪਲੋਡ ਕਰੇ ਔਰ ਸਾਰੀ ਰਿਪੋਰਟ ਦੇਵੇ ਜੀ ਅਸੀਂ ਖੁਦ ਇਨਕੁਆਇਰੀ ਕਰਵਾਈਏ, ਇਹ ਬੰਦੇ ਪਾਕਿਸਤਾਨ ਨਹੀਂ, ਪਾਕਿਸਤਾਨ ਨੂੰ ਬਾਹਰ ਨੇ, ਤੇ ਉਹ ਫਿਰ ਗੱਲ ਦੀ ਹਕੀਕਤ ਸਾਹਮਣੇ ਆ ਜਾਏਗੀ। ਹੁਣ ਅਸੀਂ ਤੇ ਵੇਖੋ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਆ, ਅਸੀਂ ਤੇ ਨਹੀਂ ਕਰ ਸਕਦੇ, ਨਾ ਹੀ ਸਾਡੀ ਕੋਈ ਅਥਾਰਟੀ ਹੈ, ਨਾ ਹੀ ਸਾਡਾ ਇਹ ਕੋਈ ਸ਼ੋਭਾ ਹੈ। ਇਹ ਤੇ ਕਾਨੂੰਨ ਜਾਣੇ, ਕਾਨੂੰਨੀ ਅਦਾਰੇ ਜਾਣਨ, ਜਾਂ ਸਾਹਬੇ ਰਸੂਖ ਜਿਹੜੇ ਲੋਕ ਨੇ ਜਿਨ੍ਹਾਂ ਦਾ ਕੋਈ ਹੈ ਵੇ, ਕੋਈ ਅਥਾਰਟੀ ਰੱਖਦੇ ਨੇ, ਤੇ ਇਹ ਤੇ ਉਹਨਾਂ ਦਾ ਕੰਮ ਹੈ ਨਾ ਜੀ। ਤੇ ਬੜੇ ਬੜੇ ਦਰਦਮੰਦ ਮੁਸਲਮਾਨ ਨੇ, ਚਲੋ ਕਿਸੇ ਤੱਕ ਤੇ ਆਵਾਜ਼ ਪਹੁੰਚੇਗੀ। ਹਾਂਜੀ ਹਾਂਜੀ ਜ਼ਰੂਰ ਜੀ। ਮੁਫਤੀ ਸਾਹਿਬ, ਕੁਝ ਦਿਨ ਆਪਣਾ ਕੁਝ ਮਹੀਨੇ ਪਹਿਲੇ ਆਪਣਾ ਫੈਸਲਾਬਾਦ ਦੀ ਜਿਹੜੀ ਉਹ ਇੱਕ ਔਰਤ ਸੀ, ਉਹਨੂੰ ਵੀ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਨਾ, ਉਹ ਜੇਲ੍ਹ 'ਚ ਹੀ ਹਾਲੇ ਤੱਕ। ਜੀ ਔਰਤ ਵੀ ਸੀ, ਔਰ ਪਿਛਲੇ ਦਿਨਾਂ
ਸੀ ਇੱਕ ਅਸ਼ਫਾਕ, ਉਹਨੇ ਵੀ ਕੀਤਾ ਜਨਾਬ ਦਾਵਾ, ਤੇ ਉਹ ਆਰਾਮ ਨਾਲ ਮੈਂ ਉਹਦਾ ਇੰਟਰਵਿਊ ਲੈ ਰਿਹਾ ਵਾਂ, ਤੇ ਮੇਰੇ ਇੰਟਰਵਿਊ ਚ ਆਂਦਾ ਮੈਂ ਵਾਂ ਇਮਾਮ ਮਹਿਦੀ ਅਸਲ ਚ। ਤੇ ਮੈਂ ਉਹਦੇ ਕੋਲ ਪਤਾ ਪੁੱਛ ਲਿਆ, ਮੈਂ ਕਿਹਾ ਪਤਾ ਦੱਸ ਕਿੱਥੇ ਮੈਂ ਆ। ਉਹਨੇ ਦੱਸਿਆ ਮੇਰਾ ਪਤਾ ਹੈ ਵੇ। ਉਹਨੂੰ ਅਸੀਂ ਜਿਹੜਾ ਵੇ, ਮੈਂ ਕਿਹਾ ਐਵੇਂ ਇਹਨੂੰ ਕੋਈ ਮਾਰ ਮੂਰ ਦੇਗਾ, ਬਿਹਤਰ ਹੈ ਇਹ ਗ੍ਰਿਫਤਾਰ ਹੋਵੇ ਤੇ ਇਹ ਜੇਲੇ ਜਾਏ। ਤੇ ਇਹ ਤੇ ਸਗੋਂ ਬਿਹਤਰੀਨ ਹੁੰਦਾ ਹੈ, ਉਸ ਕਜ਼ਾਬ ਵਾਸਤੇ ਵੀ ਬਿਹਤਰੀਨ ਚੀਜ਼ ਹੈ, ਮੁਕੱਦਮਾ ਉਹਦੇ ਚ ਹੋ ਜਾਏ ਤੇ ਆਰਾਮ ਨਾਲ ਜੇਲੇ ਜਾਏ। ਉਹ ਤੇ ਸਗੋਂ ਉਹਨੂੰ ਸਮਝ ਲਓ ਕਿ ਬਚ ਜਾਏਗਾ। ਤੇ ਐਵੇਂ ਜੋ ਖੁੱਲਾ ਰਹੇਗਾ ਤੇ ਕੋਈ ਸਿਰ ਫਿਰਿਆ ਕੋਈ ਉੱਠੇਗਾ ਜਜ਼ਬਾਤੀ, ਕੋਈ ਗਲਤ ਕਦਮ ਉਠਾਏਗਾ, ਉਹ ਫਿਰ ਕੰਮ ਖਰਾਬ ਹੋ ਜਾਏਗਾ। ਉਹਨੂੰ ਜਨਾਬ ਉਹਦੇ ਤੇ ਮੁਕੱਦਮਾ ਕਰਵਾਇਆ ਤੇ ਉਹ ਇਸ ਟਾਈਮ ਜੇਲੇ ਬੈਠਾ ਜੇ। ਤੇ ਮਾਸ਼ਾਅੱਲਾ ਠੀਕ ਹੈ। ਮੈਂ ਤੁਹਾਡੀ ਵੀਡੀਓ ਸੁਣੀ ਸੀ ਉਹਦੇ ਨਾਲ, ਹਾਂਜੀ ਤੁਹਾਡੀ ਜਿਹੜੀ ਉਹਦੇ ਨਾਲ ਟਾਕ ਹੋਈ ਸੀ ਮੈਂ ਸੁਣੀ ਸੀ ਜੀ ਇਹਦੇ ਤੇ ਆਪਣਾ ਹਾਂ, YouTube ਤੇ। ਉਹ ਐ ਜੇ ਤੇ ਉਹਦਾ ਤੇ ਬੜਾ ਫਾਇਦਾ ਮੁਫਤੀ ਸਾਹਿਬ ਤੁਸੀਂ ਕਰ ਦਿੱਤਾ ਜੀ ਉੱਥੇ। ਇੱਕ ਤੇ ਉਹਦਾ ਇਲਾਜ ਫ੍ਰੀ ਹੋਵੇਗਾ, ਤੇ ਦੂਜਾ ਜਨਾਬ ਦਾਲ ਖਾ ਖਾ ਕੇ ਜਨਾ ਸਿਹਤ ਵੀ ਉਹਦੀ ਚੰਗੀ ਹੋ ਜਾਏਗੀ। ਇਹ WhatsApp ਦੇ ਉੱਤੇ ਅੱਜ ਕੱਲ ਇਹਨੇ ਇਹ ਲਾਈ ਹੈ। ਬਸ ਇੰਝ ਹੀ ਹੈ ਜੀ, ਟੁਰਦਾ ਹੈ ਪਿਆ ਹਿਸਾਬ ਕਿਤਾਬ। ਫਿਤਨੇ ਦਾ ਦੌਰ ਹੈ, ਦਿਨ ਬ ਦਿਨ ਫਿਤਨਾ ਵੱਧ ਰਿਹਾ ਹੈ। ਬਸ ਕਿਆਮਤ ਦਾ ਦਿਨ ਹੋਏਗਾ, ਯੋਮੇ ਹਿਸਾਬ ਹੋਏਗਾ, ਆਪੇ ਲਿੱਤਰ ਲੁੱਤਰ ਵੱਜਣਗੇ, ਸੈੱਟ ਹੋ ਜਾਣਗੇ, ਫਿਰ ਸਮਝ ਆ ਜਾਏਗੀ ਗੱਲ ਕੀ ਸੀ। ਮੌਲਵੀਆਂ ਦਾ ਕੰਮ ਸੀ ਸਮਝਾਉਣਾ, ਨਹੀਂ ਸਮਝਦੇ ਫਿਰ ਨਾ ਸਮਝਣ, ਸਾਡਾ ਕੀ ਜਾਣਾ। ਅਸੀਂ ਆਪਣੀ ਹੁਜਤ ਤਮਾਮ ਕਰ ਦਿੱਤੀ। ਉਸਤਾਦ ਮੁਹਤਰਮ ਥੋੜਾ ਅਲਟਰਾ ਟੀਵੀ ਵਾਲੇ ਨੇ ਵੀ ਜ਼ਰਾ ਉਹ ਕਰ ਦਿਓ, ਕੀ ਕਹਿੰਦੇ ਨੇ ਅਲੜਾ ਟੀਵੀ ਵਾਲ ਵੀ ਯਾਰ, ਅਸਲ ਚ ਗੱਲ ਹੈ ਇਹ ਨਾ ਜੀ ਸੱਜਣ, ਕਿ ਇਹਦੇ ਵਾਸਤੇ ਟੀਮਾਂ ਦਰਕਾਰ ਨੇ। ਚੌਮੁਖੀ ਲੜਾਈ ਨਹੀਂ ਲੜ ਸਕਦਾ ਬੰਦਾ ਇੱਕ, ਕਿੰਨਾ ਕੁ ਯਾਰ, ਮਤਲਬ ਇਹਦੇ ਵਾਸਤੇ ਮੁਤਾਲਿਆਂ ਦੀ ਲੋੜ ਹੁੰਦੀ ਹੈ। ਇਹਦੇ ਵਾਸਤੇ ਵੇਖੋ ਹੁਣ ਇਹ ਅਵੈਸ ਨਸੀਰ ਦੀ ਗੱਲ ਕਰ ਲੈਂਦੇ ਆ, ਉਹਦੀ ਇੱਕ ਵੀਡੀਓ ਵੇ 2.25 ਘੰਟੇ ਦੀ, ਅਜੇ ਤੱਕ ਮੈਂ ਸਿਰਫ ਅੱਧੇ ਘੰਟੇ ਦੀ ਸੁਣੀ ਹੈ, ਤੇ ਉਹਦੇ ਚ 11-12 ਕਲਿੱਪ ਨਿਕਲੇ ਨੇ, ਜਿਨ੍ਹਾਂ ਤੇ ਮੇਰਾ ਦਿਲ ਕਰਦਾ ਪਿਆ ਮੈਂ ਇੱਕ ਪੂਰੀ ਵੀਡੀਓ ਬਣਾਵਾਂ। ਹੁਣ ਪਹਿਲੇ ਮੈਂ ਮਤਲਬ ਉਹ ਸੁਣਾ, ਫਿਰ ਸੁਣ ਕੇ ਮਤਲਬ ਉਹਦੇ ਕਲਿੱਪਿੰਗ ਕਰਾਂ, ਕਲਿੱਪ ਕਰਕੇ ਉਹਦੇ ਰੱਦ ਦੇ ਵਿੱਚ ਮੁਤਾਲਾ ਕਰਾਂ, ਦਲਾਈਲ ਲੈ ਕੇ ਫਿਰ ਵੀਡੀਓ ਬਣਾਵਾਂ, ਉਹਦੀ ਐਡਿਟ ਕਰਾਂ, ਉਹਨੂੰ ਅਪਲੋਡ ਕਰਾਂ। ਕਿੰਨਾ ਵਕਤ ਦਰਕਾਰ ਹੈ ਦੱਸੋ ਜ਼ਰਾ, ਸੋਚੋ। ਕੋਈ ਖਾਲਾ ਜੀ ਦਾ ਘਰ ਤੇ ਨਹੀਂ ਕਿ ਬਈ ਇੱਕ ਤੁਹਾਨੂੰ ਤੇ YouTube ਤੇ ਇੱਕ ਵੀਡੀਓ ਨਜ਼ਰ ਆ ਜਾਣੀ ਹੈ ਜੀ, ਵੀਡੀਓ ਜੀ 5 ਮਿੰਟ ਦੀ ਹੈ ਜੀ, ਚਲੋ ਜੀ। ਤੁਹਾਨੂੰ ਤੇ ਨਹੀਂ ਪਤਾ ਉਹਦੇ ਪਿੱਛੇ ਕੰਮ ਕੀ ਮਤਲਬ ਪੂਰਾ ਇੱਕ ਦਿਨ 2 ਦਿਨ ਉਸ ਆਲਮੇ ਦੀਨ ਦੇ ਲੱਗੇ ਨੇ, ਉਹ ਬੜੀ ਇੱਕ ਸਟਰਗਲ ਹੋਈ ਹੈ, ਫਿਰ ਇੱਕ ਵੀਡੀਓ ਬਣ ਕੇ 5 ਮਿੰਟ ਦੀ ਸਾਹਮਣੇ ਆਈ ਹੈ। ਤੇ ਇਹ ਪੂਰੇ ਫਿਤਨਿਆਂ ਵਾਸਤੇ ਇਹਨਾਂ ਦੀ ਮਾਨੀਟਰਿੰਗ ਦੀ ਲੋੜ ਹੈ, ਔਰ ਮਾਨੀਟਰਿੰਗ ਕਰਨ ਵਾਲੇ ਉਲਮਾ ਚਾਹੀਦੇ ਨੇ। ਆਮ ਬੰਦਾ ਤੇ ਨਹੀਂ ਇਹਨਾਂ ਨੂੰ ਮਤਲਬ ਫੜ ਸਕੇਗਾ, ਉਹਦਾ ਤੇ ਆਪਣਾ ਇਲਮ ਨਹੀਂ ਉਹਦੇ ਕੋਲ। ਹੁਣ ਉਲਮਾ ਇਸ ਤਰਫ ਹੁੰਦੇ ਕੋ ਨਹੀਂ ਪਏ, ਬੜੇ ਰੋਲੇ ਨੇ, ਕੀ ਕੀਤਾ ਜਾਏ। ਤੇ ਅਸੀਂ ਆਪਣੇ ਤੇ ਫਿਰ ਥੋੜਾ ਬਹੁਤ ਹਲਕਾ ਫੁਲਕਾ ਲੱਗੇ ਹੀ ਆ ਨਾ, ਇਹ ਹਲਕਾ ਫੁਲਕਾ ਹੀ ਹੈ। ਤੁਸੀਂ ਮਜ਼ਾਕ ਫਰਮਾ ਰਹੇ ਹੋ, ਇਹ 24 ਘੰਟੇ ਦੀ ਮਸਰੂਫੀਅਤ ਹੈ, ਤੁਸੀਂ ਤੇ ਬਹੁਤ ਟਾਈਮ ਦੇ ਰਹੇ ਹੋ। ਅੱਲਾਹ ਤਾਲਾ ਤੁਹਾਨੂੰ ਇਹਦੀ ਜਜ਼ਾਏ ਖੈਰ ਅੱਲਾਹ ਤਾਲਾ ਨੇ ਤੁਹਾਨੂੰ ਦੇਣੀ ਹੈ ਜੀ, ਅਸੀਂ ਤੇ ਤੁਹਾਡੇ ਵਾਸਤੇ ਦੁਆ ਹੀ ਕਰ ਸਕਨੇ ਆ। ਤੇ ਇਹ ਵਾਕਈ ਤੁਹਾਡੀ ਗੱਲ ਠੀਕ ਹੈ, ਇਹ 24 ਘੰਟੇ ਹੈ ਜੀ, ਮਤਲਬ ਨਾ ਦਿਨ ਵੇਖਣਾ ਨਾ ਰਾਤ ਵੇਖਣੀ, ਤੇ ਮੁਤਾਲਾ ਕਰਨਾ, ਔਰ ਫਿਰ ਅੱਗੋਂ ਜੋ ਜਿਵੇਂ ਤੁਸੀਂ ਦੱਸੀ ਹੈ ਡਿਟੇਲ ਸਾਰਾ ਇਹ ਕੰਮ ਕਰਨਾ, ਇਹ ਥੋੜਾ ਜਿਹਾ ਕੰਮ ਨਹੀਂ ਜੀ, ਬੜਾ ਚਲੋ ਅੱਲਾਹ ਤਾਲਾ ਤੁਹਾਨੂੰ ਇਸਤਕਾਮਤ ਦਿੱਤੀ ਰੱਖੇ। ਹੁਣ ਮਤਲਬ ਹੈ ਕਾਦੀਆਨੀਆਂ ਦੀਆਂ ਇਬਾਰਤਾਂ ਦੀ ਗੱਲ ਕਰ ਲਓ, ਤੇ ਕਾਦੀਆਨੀਆਂ ਦੀ ਇੱਕ ਇਬਾਰਤ ਸਾਹਮਣੇ ਆਉਂਦੀ ਨਾ। ਹੁਣ ਇਹ ਵੇਖੋ, ਹਜੇ ਹੁਣ ਤੁਸੀਂ ਜ਼ਿਕਰ ਕਰ ਰਹੇ ਸੋ ਕਿ ਜ਼ਿਆ ਰਸੂਲ ਨੇ ਕੋਈ ਗੱਲ ਕੀਤੀ ਹੈ ਮੁਹੰਮਦੀ ਬੇਗਮ ਤੇ, ਪਤਾ ਨਹੀਂ ਕਿਤੇ ਤੇ ਹੋਈ ਹੈ ਡਿਬੇਟ ਕੋਈ, ਚੀਰੂ ਦੋਲੇ ਦੀ ਗੱਲ ਕੀਤੀ, ਉਹ ਪਤਾ ਨਹੀਂ। ਚਲੋ ਜਿਹੜੇ ਮੌਜੂ ਤੇ ਵੀ, ਹੁਣ ਤੁਸੀਂ ਕੀ ਸਮਝਦੇ ਹੋ? ਬਸ ਐਵੇਂ ਹੀ ਬੰਦਾ ਬਗੈਰ ਤਿਆਰੀ ਤੋਂ, ਬਗੈਰ ਉਹਨੂੰ ਕੋਈ ਪਤਾ ਹੀ ਕੋਈ ਨਹੀਂ, ਤੇ ਉਹ ਬਹਿ ਗਿਆ ਤੇ ਗੱਲ ਕਰਦਾ ਪਿਆ। ਨਹੀਂ, ਉਹ ਬਾਬਾ ਜੀ ਦੇ ਪਿੱਛੇ ਬੜੇ ਰੋਲੇ ਨੇ, ਸਾਨੂੰ ਜ਼ਾਤੀ ਤੌਰ ਤੇ ਬੜੇ ਮੁਤਾਲੇ ਕਰਨੇ ਪੈਂਦੇ ਨੇ, ਗੱਲ ਦੀ ਤਹਿ ਤੱਕ ਪਹੁੰਚਣਾ ਪੈਂਦਾ ਹੈ, ਫਿਰ ਕੁਰਾਨ ਦੀ ਇਸ ਨੂੰ ਵੇਖਣਾ ਪੈਂਦਾ ਹੈ ਕਿ ਆਇਆ ਕੁਰਾਨ ਦੀ ਇਸ ਤੇ ਇਹਦੀ ਮੁਖਾਲਫਤ ਕੀ ਕਹਿ ਰਿਹਾ ਹੈ। ਬੜੇ ਮਾਮਲਾਤ ਨੇ, ਪੂਰੀ ਤਿਆਰੀ ਦੇ ਨਾਲ ਡਿਬੇਟ ਕੀਤੀ ਜਾਂਦੀ ਹੈ। ਐਵੇਂ ਤੇ ਨਹੀਂ ਕਿ ਇੱਕ ਪਰਚੀ ਲੈ ਕੇ ਤੁਸੀਂ ਆ ਕੇ ਤੇ ਚੱਲ ਜੀ ਡਿਬੇਟ ਸ਼ੁਰੂ ਕਰ ਦੇ, ਇੰਜ ਤੇ ਨਹੀਂ ਹੁੰਦਾ।
ਪੂਰੇ ਸਿਆਕੋ ਸਬਾਗ ਦੇ ਨਾਲ, ਉਹ ਪੂਰੇ ਅਲਾਓ ਲਸ਼ਕਰ ਦੇ ਨਾਲ ਨਾ ਦੁਸ਼ਮਣ ਦੇ ਉੱਤੇ ਹਮਲਾਵਰ ਹੋਇਆ ਜਾਂਦਾ ਹੈ। ਐਵੇਂ ਨਹੀਂ, ਮੂੰਹ ਚੁੱਕੇ ਨਹੀਂ। ਤੇ ਇਹਦੇ ਆਸੇ ਟੀਮਾਂ ਦਰਕਾਰ ਨੇ। ਫਿਤਨਾ ਕੋਈ ਇੱਕ ਤੇ ਨਹੀਂ ਹੈ, ਫਿਤਨੇ ਬੇਸ਼ੁਮਾਰ ਨੇ ਭਾਈ, ਕਿਤੋਂ ਕਿਨੂੰ ਨਪੀਏ ਜਾ ਕੇ। ਇਹਦੇ ਆਸੇ ਇਹ ਵੀ ਹਕਮਤ ਅਮਲੀ ਨਾਲ ਬੰਦੇ ਡਿਵਾਈਡ ਕੀਤੇ ਜਾਣ, ਅਲੱਗ-ਅਲੱਗ ਟੀਮਾਂ ਬਣਾਈਆਂ ਜਾਣ, ਉਹਨਾਂ ਦਾ ਫਿਰ ਕੰਮ ਉਹੀ ਹੋਏ, ਉਹਨਾਂ ਨੇ ਉਹੀ ਕਰਨਾ, ਹੋਰ ਨਹੀਂ ਕੋਈ ਕੰਮ ਕਰਨਾ। ਤੇ ਸਾਡੇ ਕੋਲ ਜਿਹੜਾ ਤਬਕਾ ਵੇ ਉਹ ਵੇ ਕਾਰੋਬਾਰੀ ਤੇ ਮਸਰੂਫ ਤੇ ਕੋਈ ਡਰਾਈਵਰ ਹਜ਼ਰਾਤ ਨੇ ਵਿਚਾਰੇ, ਹੁਣ ਮਤਲਬ ਉਹਨਾਂ ਦਾ ਕੰਮ ਹੁੰਦਾ ਸਿਰਫ ਸੁਣਨਾ। ਉਹ ਨਾਲ ਡਰਾਈਵਿੰਗ ਹੋ ਰਹੀ ਹੈ, ਨਾਲ ਉਹ ਸੁਣ ਵੀ ਰਹੇ ਨੇ, ਤੇ ਉਹ ਕਿਦੋਂ ਤਹਕੀਕ ਕਰਨ ਤੇ ਕਿਦੋਂ ਇਹ ਸਾਰੀਆਂ ਚੀਜ਼ਾਂ ਰਿਸਰਚ ਨਾਲ ਤਾਲਕ ਰੱਖਦੀਆਂ ਨੇ। ਨਾ ਹੀ ਉਹਨਾਂ ਕੋਲ ਮਤਲਬ ਇੰਨਾ ਇਲਮ ਹੁੰਦਾ, ਸਥੀ ਜਿਹਾ ਇਲਮ ਹੁੰਦਾ ਹੈ। ਇਹ ਕੰਮ ਕੋਈ ਛੋਟੇ ਨਹੀਂ। ਤੇ ਜਿਨ੍ਹਾਂ ਦਾ ਕੰਮ ਸੀ, ਯਾਨੀ ਜਿਹੜੇ ਉਲਮਾ, ਉਹਨਾਂ ਨੂੰ ਕਰਨਾ ਚਾਹੀਦਾ ਸੀ, ਉਹ ਕਰਦੇ ਨਹੀਂ ਪਏ। ਸੋਸ਼ਲ ਮੀਡੀਆ ਤੇ ਕਿੰਨੇ ਕੁ ਉਲਮਾ ਨੇ, ਵੇਖ ਲਓ ਤੁਹਾਡੇ ਸਾਹਮਣੇ। ਤੇ ਬਸ ਮਾਮਲਾਤ ਨੇ ਭਾਈ, ਬੜੇ ਮਾਮਲਾਤ ਨੇ, ਕੀ ਕੀਤਾ ਜਾ ਸਕਦਾ। ਬਸ ਇੰਨਾ ਕੋਈ ਇਹ ਥੋੜਾ ਥੋੜਾ ਜਿੰਨਾ ਕੁ ਹੋ ਸਕਦਾ ਬਸ ਕਰ ਦਿਓ। ਬਸ ਫਿਰ ਅੱਲਾ ਦੇ ਸਪੁਰਦੇ। ਹੁਣ ਹਰ ਚੀਜ਼ ਦਾ ਠੇਕਾ ਤੇ ਨਹੀਂ ਅਸੀਂ ਲਿਆ, ਨਾ ਹੀ ਅਸੀਂ ਜਵਾਬਦੇ ਹਾਂ। ਬਸ ਇੰਨੇ ਕੋਈ ਜਵਾਬਦੇ ਹਾਂ ਕਿ ਜਿੰਨਾ ਕੁ ਮਤਲਬ ਅਸੀਂ ਕਰ ਸਕਨੇ ਹਾਂ। ਬਸ ਬਕਾਇਆ ਅੱਲਾ ਦੇ ਸਪੁਰਦ, ਜੋ ਫਿਰ ਅੱਲਾ ਨੂੰ ਪਤਾ ਹੈ ਕੀ ਕਰਨਾ ਹੈ ਤੇ ਕੀ ਨਹੀਂ करना। बिल्कुल मुफ्ती साहब, लीगल टीमें होनी चाहिए। सबसे पहली चीज तो लीगल टीम होनी चाहिए। अभी जब आपने बताया ना कि उनको रिपोर्ट की जाए, एफआईओ के पास आप जाएंगे, उन्होंने पर्चा ही नहीं काटना, तो उसके लिए आप अदालत जाना पड़ेगा। अदालत फिर एफआईओ को फोर्स करेगी कि पर्चा भी काटो और इसके ऊपर ये दफा भी लगाओ। असल डंडा अदालत की तरफ से चढ़ता है। अदालत फिर उनकी जमानत भी नहीं होनी देती, उसके लिए वकील चाहिए। वकील के लिए वकील भी फिर ठीक ठाक किस्म का वकील हो, जिसके बहुत मतलब जो सही वकील हो, फिर वो सही पूरी लीगल टीमें चाहिए। ये आसान काम नहीं है, वाकई बहुत मुश्किल काम है। कैसर भाई, ਇਹੋ ਹੀ ਚੀਜ਼ਾਂ ਦਾ ਦਰਦ ਰੱਖ ਕੇ ਨਾ ਮੈਂ ਜਿਹੜਾ ਜਾਮੀਆ ਖਤਮੇ ਨਬੂਵਤ ਦਾ ਐਲਾਨ ਕੀਤਾ, ਇਹੋ ਹੀ ਸੀ ਉਹ ਦਰਦ ਕਿ ਟੀਮਾਂ ਤਿਆਰ ਜਿੰਨਾ ਤੱਕ ਨਾ ਹੋਈਆਂ ਤਕਾਬਲੇ ਅਧਿਐਨੋ ਮਜ਼ਾਹਬ ਦੀਆਂ, ਔਰ ਉਲਮਾ ਹੋਣੇ ਚਾਹੀਦੇ ਨੇ ਐਸੇ ਕਿ ਜਿਹੜੇ ਬਕਾਇਦਾ ਤਕਾਬਲੇ ਅਧਿਐਨੋ ਮਜ਼ਾਹਬ ਦਾ ਉਹਨਾਂ ਕੋਲ ਇਲਮ ਹੋਏ, ਨਾਲਜ ਹੋਏ। ਨਹੀਂ ਤੇ ਨਹੀਂ, ਹਜੇ ਤੱਕ ਅਸੀਂ ਮਦਰਸੇ ਜਿਹੜੇ ਬਣਾਏ ਨੇ ਉਹਨਾਂ 'ਚ ਮੌਲਵੀ ਤਿਆਰ ਕੀਤੇ ਨੇ, ਮਸਜਿਦਾਂ ਵਾਲੇ। ਉਹ ਬਸ ਉਹ ਵਿਚਾਰੇ ਉੱਥੋਂ ਫਾਰਗ ਹੁੰਦੇ ਜੇ 8-10 ਸਾਲ ਲਾ ਕੇ, ਇੰਨੀ ਮਿਹਨਤ ਉਹਨਾਂ ਤੇ ਹੁੰਦੀ ਏ, ਉਹ ਸਿਰਫ ਇੱਕ ਮਸਜਿਦ ਦੇ ਹੋ ਕੇ ਰਹਿ ਜਾਂਦੇ ਨੇ ਬਸ। ਡਿਬੇਟਰ ਤੇ ਅਸੀਂ ਤਿਆਰ ਹੀ ਕੋਈ ਨਹੀਂ ਕੀਤੇ। ਡਿਬੇਟਰ ਕਿੰਨੇ ਕੁ ਨੇ ਸਾਡੇ ਕੋਲ? बिल्कुल सही कहा है, कोई नहीं। ਤੇ ਬਸ ਇਹ ਵੇ ਲੱਗੇ ਆ ਜਨਾਬ, ਜਿੰਨਾ ਕੋ ਹੈ ਵੇ ਫਿਰ ਅਸੀਂ ਉਹ ਵੀ ਕਰ ਹੀ ਰਹੇ ਆ ਬਸ। ਹਾਂਜੀ, ਅਸੀਂ ਪੀਰਾਂ ਨੂੰ ਪਾਲਿਆ ਕੈਸਰ ਭਾਈ। ਸਾਡੇ ਹੈ ਨੇ ਕਮਜ਼ੋਰੀਆਂ, ਸਾਡੇ 'ਚ ਬੜੀਆਂ ਕਮਜ਼ੋਰੀਆਂ ਨੇ, ਸਾਨੂੰ ਵੀ ਨਜ਼ਰ ਆਉਂਦੀਆਂ, ਸਾਨੂੰ ਪਤਾ ਹੈ ਜਿੱਥੇ ਜਿੱਥੇ ਅਸੀਂ ਕਮਜ਼ੋਰ ਹਾਂ। ਪੀਰਾਂ ਦੇ ਉੱਤੇ ਇਹਨਾਂ ਮੁਰੀਦਾਂ ਨੂੰ ਕਹਿ ਦਿਓ ਲੱਖਾਂ ਕੀ ਕਰੋੜਾਂ ਰੁਪਈਆ ਨਿਛਾਵਰ ਕਰ ਦੇਣ, ਹਾਂ, ਆਪਣੀ ਜਿੰਦ ਜਾਨ ਨਿਛਾਵਰ ਕਰ ਦੇਣ। ਪੀਰ ਕਵੇ ਸਹੀ ਇੱਕ ਵਾਰੀ। ਤੇ ਜੇ ਇਹਨਾਂ ਨੂੰ ਕਹਿ ਦੀ ਇੰਜ ਦਾ ਕੋਈ ਤਮੀਰੀ ਕੰਮ ਕਰ ਦਿਓ ਯਾਰ, ਉਮਤ ਤੇ ਮੁਸਲਮਾਨ ਵਾਸਤੇ ਫਾਇਦਾ ਹੋ ਜਾਏਗਾ, ਪੂਰੀ ਉਮਤ ਦਾ ਫਾਇਦਾ ਹੋ ਜਾਏਗਾ। ਨਾ, ਉਹਨਾਂ ਕਹ ਛੱਡ, ਤੂੰ ਕਿਹੜਾ ਪੀਰ ਹੈ। ਰੋਲੇ ਨੇ ਨਾ ਜੀ, ਬੜੇ ਰੋਲੇ ਨੇ। ਹਾਂ, ਉਹ ਜਿਹੜਾ ਪਿੰਡੀ ਵਾਲੇ ਪੀਰ ਸਾਹਿਬ ਨੇ ਛੂ ਨਾਮ ਨਹੀਂ ਲਈਦੇ ਹੁੰਦੇ, ਨਾਮ ਤੁਹਾਡੀ ਮਿਹਰਬਾਨੀ, ਨਾਮ ਨਹੀਂ ਲਈਦੇ। ਨਹੀਂ, ਉਹ ਕਹਿੰਦੇ ਤੇ ਹਨ ਤਾਜਦਾਰੇ ਖਤਮੇ ਨਬੂਵਤ। ਨਹੀਂ, ਨਾਮ ਨਹੀਂ ਨਾ ਲਵੋ ਤੁਸੀਂ, ਮੈਨੂੰ ਨਹੀਂ ਪਤਾ, ਨਾਮ ਨਾ ਲਵੋ, ਫਿਰ ਬੜਾ ਅਜੀਬ ਜਿਹਾ ਬਣ ਜਾਂਦਾ ਹੈ। ਹਾਂ, ਲੇਕਿਨ ਉਹ ਕੰਮ ਕੋਈ ਨਹੀਂ ਕਰ ਰਿਹਾ, ਬਹੁਤ ਫਿਤਨੇ ਉੱਠ ਰਹੇ ਨੇ, ਬਹੁਤ ਜ਼ਿਆਦਾ। ਇਸ ਵਾਸਤੇ ਸਭ ਤੋਂ ਪਹਿਲੇ ਤੇ ਲੀਗਲ ਟੀਮ ਹੋਣੀ ਚਾਹੀਦੀ ਹੈ, ਜਿਸ ਵਿੱਚ ਵਕੀਲ ਹਾਇਰ ਕੀਤੇ ਜਾਣ ਅੱਛੇ ਲੈਵਲ ਦੇ। ਫਿਰ ਕੋਈ ਚੰਦਾ ਸਿਸਟਮ ਹੋਏ ਤਾਂ ਕਿ ਲੋਕ ਉਹਦੇ ਵਿੱਚ ਪੈਸੇ ਵੀ ਪਾਣ, ਫੀਸਾਂ ਵੀ ਤੇ ਦੇਣੀਆਂ ਨੇ ਨਾ, ਸਾਰਾ ਕੁਝ। ਬਹੁਤ ਬੜਾ ਕੰਮ ਹੈ, ਛੋਟਾ ਮੋਟਾ ਕੰਮ ਨਹੀਂ ਹੈ, ਬਹੁਤ ਪੈਸਾ ਇਨਵॉल्व है, बड़ा कुछ बड़ा। जी अस्सलाम वालेकुम रहमतुल्लाहि व बरकातहू उस्ताद मोहतरम। वालेकुम।
ਉਸਤਾਦ ਜੀ ਇਹ ਜਿਹੜਾ ਟਾਪਕ ਖੋਲਿਆ ਅੱਜ ਨਾ ਹੁਣ ਇਹਦੇ ਤੇ ਵਾਕਈ ਗੱਲ ਹੋਣੀ ਚਾਹੀਦੀ ਹੈ ਨਾ ਥੋੜੀ ਬਹੁਤ ਤੇ ਇਹਦੇ ਬਾਰੇ 'ਚ ਆਪਣੇ ਜਿਹੜੇ ਆਪਣੇ ਦੂਸਰਾ ਪੀਰ ਗੁਫਰਾਨ ਸਿਆਲਕੋਟੀ ਸਾਹਿਬ ਨੇ ਉਹ ਕਾਫੀ ਬੋਲਦੇ ਨੇ ਯਾਰ ਨਾਮ ਨਹੀਂ ਲਈਦੇ ਹੁੰਦੇ। ਨਹੀਂ ਮੈਂ ਤੇ ਉਲਮਾ ਦਾ ਨਾਮ ਲਿਆ ਨਾ ਉਸਤਾਦ ਨਾ ਕਰਿਆ ਕਰੋ, ਛੱਡੋ ਨਾ, ਭਾਵੇਂ ਅੱਛਾਈ ਚ ਵੀ ਤੇ ਬੁਰਾਈ ਚ ਦੋਵੇਂ ਤਰਫਾ ਹੀ ਨਹੀਂ। ਉਹਦਾ ਰੋਲੇ ਨੇ ਨਾ, ਬੜੇ ਰੋਲੇ ਨੇ ਉਹ ਭਾਈ। ਤੁਸੀਂ ਇੱਕ ਦਾ ਨਾਮ ਅੱਛਾਈ ਦੇ ਵਿੱਚ ਵੀ ਲੈ ਲਓ ਕਿ ਦੀਗਰ ਉਲਮਾ ਕਹਿਣਗੇ ਲੈ ਇਹ ਬੜਾ ਮੌਲਵੀਆਂ ਦੇ ਵਿੱਚ ਬੜੀ ਚੀਜ਼ ਪਾਈ ਜਾਂਦੀ ਜੇ, ਕਿਹੜ ਪਾਈ ਜਾਂਦੀ ਹੈ ਤੁਹਾਨੂੰ ਨਹੀਂ ਪਤਾ ਹੈ। ਦੋ ਮੌਲਵੀ ਇੱਕ ਜਗ੍ਹਾ ਤੇ ਹੋਣ ਜਾਂ ਇੱਕ ਜਗ੍ਹਾ ਦੇ ਉੱਤੇ ਤੁਸੀਂ ਉਹਨਾਂ ਨੂੰ ਖੜਾ ਕਰ ਦਿਓ, ਹੋਏ ਰੋਲਾ ਪੈ ਜਾਣਾ ਰੋਲਾ। ਤੇ ਉਹ ਨਹੀਂ ਨਾਂ ਨਹੀਂ ਲਈਦੇ ਹੁੰਦੇ, ਬਸ ਉਹ ਜੁਮਲਾ ਗੱਲ ਕਰ ਦਿਓ ਜੀ ਸਾਡੇ ਉਲਮਾ ਬਸ, ਜਾਂ ਪੀਰ, ਬਸ ਗੱਲ ਮੁੱਕੀ। ਬੜੇ ਰੋਲੇ ਹੋ ਜਾਂਦੇ ਨੇ। ਉਸਤਾਦ ਮੋਹਤਰਮ ਮੈਂ ਥੱਲੇ ਸਈਦ ਅਹਿਮਦ ਇੱਕ ਨਾ ਇਹ ਕਾਦੀਆਨੀ ਨੇ ਪੁੱਛਦੇ ਨੇ ਅਲ ਹਾਕਮ ਇਹ ਵੀ ਛਾਪਦਾ ਕਿ ਨਹੀਂ ਛਾਪਦਾ? ਅਲ ਹਕਮ ਦੀ ਕਾਫੀ ਦਿਨਾਂ ਤੋਂ ਗੱਲਬਾਤ ਚੱਲ ਰਹੀ ਹੈ, ਇਹ ਅਲ ਹਾਕਮ ਦਾ ਪੁੱਛ ਰਹੇ ਨੇ ਇਹ ਵੀ ਛਾਪਦਾ ਕਿ ਨਹੀਂ? ਉਹ ਤੇ ਤੁਸੀਂ ਦੱਸਣਗੇ ਨਾ, ਕਾਦੀਆਨੀ ਦੱਸਣਗੇ ਕਿ ਛਪਦਾ ਕਿ ਨਹੀਂ। ਨਹੀਂ ਅਲਾਮਾ ਸਾਹਿਬ ਕੋਲ ਇਹ ਅੱਜ ਕੱਲ੍ਹ ਹਵਾਲੇ ਲੈ ਕੇ ਜਾ ਰਹੇ ਨੇ, ਉਹਨਾਂ ਤੇ ਮੁਤਾਲਾ ਕਰਦੇ ਪਏ ਨੇ ਨਾ। ਨਹੀਂ ਉਹ ਸਾਹਮਣੇ ਜਿਹੜਾ ਆਏਗਾ ਜਾਂ ਟਿਪ ਦੇ ਕੋਈ ਜਵਾਬ ਕੋਈ ਨਹੀਂ, ਸਾਹਮਣੇ ਆ ਕੇ ਜਿੰਨੇ ਜੋ ਉੱਤੇ ਲੈ ਲਓ ਇਹਨਾਂ ਨੂੰ ਫਿਰ ਕਾਲ ਤੇ ਨਾ ਆ ਜਾਣ। ਅੱਲਾਹੁ ਅਕਬਰ ਅੱਲਾਹੁ ਅਕਬਰ। ਬਸ ਲੱਗੇ ਹੀ ਨੇ ਆਪਣੇ ਆਪਣੇ ਤੇ ਥੋੜਾ ਬਸ ਮੁੰਡੇ ਧੱਕਾ ਲਾਇਆ ਹੀ ਹੈ ਨਾ। ਚਲੋ ਕੁਝ ਨਾ ਹੋਣ ਤੋਂ ਕੁਝ ਹੋਣਾ ਬਿਹਤਰ ਹੈ। ਤੇ ਚਲੋ 100% ਨਹੀਂ ਤੇ ਚਲੋ 40% ਜਾਂ 50% ਅੱਧ ਪਚੱਦਾ ਚਲੋ ਕੰਮ ਕੋਈ ਹੋ ਹੀ ਰਿਹਾ ਹੈ ਨਾ। ਆ ਗਏ ਨੇ ਜੀ ਮੁਫਤੀ ਸਾਹਿਬ। ਜੀ ਜਨਾਬ ਫਰਮਾਏ। सर जी मैं शायद पढ़ने वाली गलती लिखी लगी, मैं तो अल हातम लिखा है, अल हाकम नहीं लिखा। अल खातम साडा मुजल्ला नहीं जी, वो बंद हो गया जी। कि पैसे नहीं भेजा तू? जी जी बस मामलात होंदे ही ने ना जी। सही जी, ठीक। तो मुसलमान तो बड़ी दुनिया ते फैले हुए ने, ते कितने तहरीक करो। सईद साहब जी जी मैं कह रहा था सुनी कि गुफ्तगू तल्ला साहब दी बराड़ ते कुछ ਰਾਤੀ ਮੈਂ ਨਾ ਬਾਬਾ ਬਰਾਡਾਂ ਤੇ ਸਾਂ ਪਹਿਲਾਂ ਤਾਂ ਇੱਥੇ ਐਸੇ ਤੁਹਾਡੇ ਵੀ ਬਰਾੜ ਤੇ ਸਾਂ ਆਏ ਜਿਸ ਟਾਈਮ ਗਈ ਉਸ ਤੋਂ ਬਾਅਦ ਮਾਈਂਡ ਰੋਸਟਰ ਚ ਅੱਠ ਗਿਆ, ਫਿਰ ਤਲਾ ਸਾਹਿਬ ਵਾਲੀ ਤੇ ਬਾਬਾ ਛੱਡ ਸੀ ਮਾਈਂਡ ਰੋਸਟਰ ਦੀ ਬਰਾੜ ਤੇ ਗਏ ਹੋ ਜੀ? ਉਸ ਬਰਾੜ ਤੇ ਗਏ ਹੋ? ਮਾਈਂਡ ਰੋਸਟਰ ਵਾਲੀ ਬਰਾੜ ਤੇ ਮਾਈਂਡ ਰੋਸਟਰ ਵਾਲੀ ਬਰਾੜ ਤੇ ਆਟੋਮੈਟਿਕ ਇਥਵਾਨ ਹੋ ਗਈ ਜਿਸ ਟਾਈਮ ਤੁਹਾਡੀ ਆ ਪਤਾ ਬਰਾੜ ਇੱਕ ਵਾਰ ਖਤਮ ਹੋਈ ਹੈ। ਇੰਜ ਹੋ ਜਾਂਦਾ, ਇੱਕ ਬਰਾੜ ਤੋਂ ਚੁੱਕ ਕੇ ਦੂਜੇ ਤੇ ਸੁੱਟ ਦਿੰਦੇ ਟਿਕਟੌਕ। अच्छा यार बैठो ते मैं जरा जा रहा जरा। क्यों मुफ्ती साहब? यार कम आ गया भाई जी, कम। अच्छा